10,000 ਤੋਂ ਜ਼ਿਆਦਾ ਸਟੂਡੈਂਟ ਆਊਟ ਆਫ ਸਟੇਟਸ ਨੇ ਇਸ ਵਕਤ ਕੈਨੇਡਾ ਦੇ। ਹਾਈ ਕਮਿਸ਼ਨ ਕੋਲੇ ਇਸ ਵਕਤ ਬਲਕ ਦੇ ਵਿੱਚ ਕੰਮ ਆ। ਇਸ ਵਕਤ ਇੰਨਾ ਕੁ ਕੰਮ ਦੇ ਨਾਲ ਪੈਕਡ ਆ ਹਾਈ ਕਮਿਸ਼ਨ, ਮਾੜੀ ਜੀ ਵੀ ਉਹਨੂੰ ਫਾਈਲ ਦੇ ਵਿੱਚ ਕੋਈ ਨੀਕੀ ਲੱਗਦੀ ਆ ਮਿੰਟ 'ਚ ਰਿਜੈਕਟ ਕਰਕੇ ਬਾਹਰ ਮਾਰਦਾ। ਟ੍ਰੈਫਿਕ ਰੂਲਸ ਤੋੜਨੇ, ਸੇਫਟੀ ਰੂਲਸ ਤੋੜਨੇ, ਇਹ ਸਾਨੂੰ ਐਂ ਲੱਗਦਾ, ਸਾਨੂੰ ਇਹ ਮਾਣ ਵਾਲੀ ਗੱਲ ਲੱਗਦੀ ਆ। ਇਹ ਮਾਣ ਵਾਲੀ ਗੱਲ ਨਹੀਂ, ਇਹ ਨਲਾਇਕ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਲਿਖੀ ਹੋਈ ਗੱਲ ਨੂੰ ਇਗਨੋਰ ਕਰਦੇ। ਇਹਨਾਂ ਗੱਲਾਂ ਨੂੰ ਆਪਣੇ ਪੱਲੇ ਬੰਨ੍ਹ ਕੇ ਜਾਇਓ। ਮੈਨੂੰ ਪਤਾ ਇਹ ਗੱਲਾਂ ਤੁਹਾਡੇ ਪੇਰੈਂਟਸ ਤੁਹਾਨੂੰ ਸ਼ੁਰੂ ਤੋਂ ਸਿਖਾਉਂਦੇ ਆਏ ਆ, ਮੈਨੂੰ ਨਹੀਂ ਪਤਾ ਕਿੰਨਾ ਕੁ ਅਸਰ ਹੋਊਗਾ, ਪਰ ਜੇ ਕਦੇ ਜਾਣੇ ਤੇ ਵੀ ਅਸਰ ਹੋ ਜਾਂਦਾ ਤਾਂ ਬੋਲਿਆ ਸਫਲਾ। ਪਰ ਇੰਨੀ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਕਦੇ ਨਾ ਕਦੇ ਜਦੋਂ ਇੱਕ ਲੰਮਾ ਸਮਾਂ ਅਸੀਂ ਆਪਦਾ ਖਰਾਬ ਕਰ ਲੈਂਦੇ ਹਾਂ, ਫਿਰ ਸਾਨੂੰ ਕਦੇ ਨਾ ਕਦੇ ਚੇਤੇ ਜ਼ਰੂਰ ਆਉਂਦਾ ਕਿ ਅਸੀਂ ਸ਼ਾਇਦ ਉਹ ਚੀਜ਼ਾਂ ਸਿੱਖ ਲੈਂਦੇ ਤਾਂ ਆਉਣ ਵਾਲੀ ਲਾਈਫ 'ਚ। ਅਸੀਂ ਹਰ ਰੋਜ਼ ਸਟੂਡੈਂਟ ਸਾਡੇ ਜਾ ਰਹੇ ਆ ਤੇ ਸਾਨੂੰ ਪਤਾ ਆ ਵੀ ਬੜਾ ਔਖਾ ਹੁੰਦਾ ਵੀ ਜਦੋਂ ਰਾਤ ਨੂੰ 1 ਵਜੇ ਕਿਸੇ ਸਟੂਡੈਂਟ ਦਾ ਫੋਨ ਵੱਜਦਾ, ਸਾਨੂੰ, ਮੈਨੂੰ, ਭਵਿੰਦਰ ਜੀ ਨੂੰ, ਤੇ ਛੋਟੀ ਜਿਹੀ ਗੱਲ ਖਾਤਰ ਉੱਥੇ ਜਦੋਂ ਤੁਹਾਨੂੰ ਵੀਜ਼ਾ ਆਫਿਸਰ ਰੋਕ ਲੈਂਦਾ, ਗੱਲਾਂ ਕੁਛ ਵੀ ਨਹੀਂ ਹੁੰਦੀਆਂ, ਗੱਲਾਂ ਇਹੀ ਨੇ ਜਿਹੜੀਆਂ ਤੁਹਾਨੂੰ ਦੱਸੀਆਂ ਹੋਈਆਂ ਨੇ। ਤੇ ਜਦੋਂ ਫਿਰ ਉਹ ਰੋਕ ਲੈਂਦੇ ਨੇ, ਫਿਰ ਸਾਨੂੰ ਇਹ ਵੀ ਫੀਲਿੰਗ, ਫਿਰ ਸਾਨੂੰ ਦੁਬਾਰਾ ਇੰਡੀਆ ਦੱਸਣ ਲੱਗ ਜਾਂਦਾ 1 ਮਿੰਟ ਦੀ, ਹੈ ਨਾ, ਵੀ ਫੋਨ ਚੜਾਉਣਗੇ ਵਾਪਸ ਸਾਨੂੰ। ਗੱਲ ਕੁਛ ਵੀ ਨਹੀਂ ਹੁੰਦੀ, 5 ਮਿੰਟ ਸੋਲਵ ਹੋਣ ਵਾਲੀ ਗੱਲ ਹੁੰਦੀ ਹੈ। ਬਸ ਇਹੀ ਇਸੇ ਲਈ ਅਸੀਂ ਦੱਸਦੇ ਹਾਂ ਵੀ ਇਹ ਚੀਜ਼ਾਂ ਸਾਰੀਆਂ ਸਿੱਖ ਕੇ ਜਾਇਓ, ਨਾ ਤੁਹਾਨੂੰ ਪੈਨਿਕ ਉੱਥੇ ਹੋਣਾ ਪਵੇ, ਨਾ ਤੁਹਾਨੂੰ ਕੋਈ ਉੱਥੇ ਪ੍ਰੋਬਲਮ ਆਵੇ ਜੀ। ਜੇ ਕੋਈ ਚੀਜ਼ ਤੁਹਾਡੇ ਤੋਂ ਮੰਗਦੇ ਆ ਤਾਂ ਪ੍ਰੈਕਟੀਕਲੀ ਉਹ ਸਾਰੀਆਂ ਚੀਜ਼ਾਂ ਤੁਸੀਂ ਤਰੀਕੇ ਨਾਲ ਡੀਲ ਕਰ ਲਓ। ਸੋ ਦੂਸਰੀ ਇੰਪੋਰਟੈਂਟ ਚੀਜ਼ ਜਿਹੜੀ ਭੁਪਿੰਦਰ ਸਿੰਘ ਹੋਣਾ ਨੇ ਤੁਹਾਨੂੰ ਜੋ ਟੈਕਨੀਕਲ ਪੁਆਇੰਟ ਸੀ ਉਹ ਸਾਰੇ ਤੁਹਾਨੂੰ ਕਲੀਅਰ ਕਰਤੇ ਆ। ਹੁਣ ਆਪਾਂ ਜਿਹੜੀ ਗੱਲ ਕਰਨੀ ਆ ਉਹ ਬੇਸਿਕਲੀ ਪ੍ਰੈਕਟੀਕਲ ਲਾਈਫ ਜਿਹੜੀ ਤੁਸੀਂ ਜਿਉਣੀ ਆ ਜਾ ਕੇ, ਆਪਾਂ ਉਹ ਉਦਾਹਰਨ ਬਣਾ ਕੇ ਕਰਨੀ ਆ ਕਿ ਜਿਹੜੇ ਸਟੂਡੈਂਟਸ ਚੱਲੇ ਨੇ ਐਜ਼ ਆਫਟਰ ਗ੍ਰੈਜੂਏਸ਼ਨ ਚੱਲੇ ਨੇ ਜਾਂ ਆਫਟਰ 10+2 ਚੱਲੇ ਨੇ। ਜੇ ਮੈਂ 10+2 ਵਾਲਿਆਂ ਦੀ ਗੱਲ ਕਰਾਂ ਤਾਂ ਥੋੜ੍ਹੀ ਜਿਹੀ ਹਜੇ ਆਪਣੀ ਉਮਰ ਨਿਆਣੀ ਆ ਤੇ ਆਪਾਂ ਕਈ ਵਾਰੀ ਉੱਥੇ ਜਾ ਕੇ ਉਸ ਜਗ੍ਹਾ ਦੀ ਐਡਜਸਟਮੈਂਟਸ ਦੇ ਵਿੱਚ ਜਾਂ ਤਾਂ ਬਹੁਤ ਜ਼ਿਆਦਾ ਖੁੱਲ੍ਹ ਜਾਂਦੇ ਆ ਜਾਂ ਬਹੁਤ ਜ਼ਿਆਦਾ ਡਿਪਰੈਸਡ ਰਹਿ ਜਾਂਦੇ ਆ। ਉਹਨਾਂ ਚੀਜ਼ਾਂ ਨੂੰ ਆਪਾਂ ਧਿਆਨ 'ਚ ਰੱਖ ਕੇ ਕਿਹੜੀਆਂ ਗੱਲਾਂ ਧਿਆਨ 'ਚ ਰੱਖਣ ਵਾਲੀਆਂ ਨੇ ਉਹ ਬਹੁਤ ਹੀ ਤਰੀਕੇ ਨਾਲ ਸੁਣਨੀਆਂ ਨੇ। ਤੇ ਕਈ ਹੋਈ ਗੱਲ ਨੂੰ ਆਪਾਂ ਕਿੰਤੂ ਨਹੀਂ ਕਰਦਾ। ਕੋਈ ਡਾਕਟਰ ਦੀ ਦਵਾਈ ਨਹੀਂ ਹੁੰਦੀ, ਜਿਵੇਂ ਡਾਕਟਰ ਦਵਾਈ ਲਿਖ ਕੇ ਦੇ ਦਿੰਦਾ ਤੇ ਆਪਾਂ ਬਿਨਾਂ ਸੋਚੇ ਸਮਝੇ ਜਿੰਨੀਆਂ ਉਹਨੇ 3 ਗੋਲੀਆਂ ਲਿਖਤੀਆਂ ਜਾ ਕੇ 3 ਲੈ ਲੈਣੀਆਂ, 4 ਲਿਖਤੀਆਂ 4, ਉਵੇਂ ਹੀ ਗੱਲਾਂ ਇਹ ਸੁਣਨੀਆਂ, ਉਵੇਂ ਹੀ ਲੈ ਲੈਣੀਆਂ ਨੇ। ਇੰਪੋਰਟੈਂਟ, ਸਭ ਤੋਂ ਪਹਿਲੀ ਇੰਪੋਰਟੈਂਟ ਗੱਲ, ਤੁਸੀਂ ਜਿਹੜੇ ਪਰਮਿਟ ਤੇ ਚੱਲੇ ਉਸ ਪਰਮਿਟ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਜੇ ਆਪਦੀ ਲਾਈਫ ਨੂੰ ਨਾਰਮਲ ਚਲਾਉਣਾ ਕੈਨੇਡਾ ਦੇ ਵਿੱਚ। ਕਿਉਂ? ਇਸ ਵਕਤ ਜੇ ਮੈਂ ਕੱਲੇ ਅੰਟੋਰੀਓ ਦੀ ਗੱਲ ਕਰਾਂ, ਇਨ ਦੀਜ਼ ਡੇਜ਼ more than 10,000 students, more than 10,000 ਤੋਂ ਜ਼ਿਆਦਾ ਸਟੂਡੈਂਟ ਆਊਟ ਆਫ ਸਟੇਟਸ ਨੇ ਇਸ ਵਕਤ ਕੈਨੇਡਾ ਦੇ ਵਿੱਚ। ਕੱਲੇ ਅੰਟੋਰੀਓ ਸੂਬੇ ਦੀ ਗੱਲ ਕਰਦਾ ਮੈਂ ਹੋਰ ਦੂਜੇ ਜਿੰਨੇ ਪ੍ਰੋਵਿੰਸ ਨੇ 8, 9, 11 ਟੈਰੀਟਰੀ ਸਾਰੀਆਂ ਮਿਲਾ ਕੇ ਉਹਨਾਂ ਦੀ ਗੱਲ ਨਹੀਂ ਕਰਦਾ, ਕੱਲੇ ਅੰਟੋਰੀਓ ਦੇ ਵਿੱਚ। ਕਿਉਂ ਨੇ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਜ਼ਿਆਦਾ ਸਿਆਣੇ ਆ ਤੇ ਜਿਹੜੀ ਦੁਨੀਆ 'ਚ ਤੁਰੀ ਫਿਰਦੀ ਆ, ਪੜ੍ਹਦੀ ਆ, ਰੋਜ਼ ਕਾਲਜ ਜਾਂਦੀ ਆ, ਅਸਾਈਨਮੈਂਟਾਂ ਬਣਾਉਂਦੀ ਆ, ਉਹ ਪਾਗਲ ਆ। ਅਸੀਂ ਤਾਂ 1 ਮਿੰਟ 'ਚ ਪੈਸੇ ਕਮਾ ਲੈਣੇ ਆ, ਉਸ ਤੋਂ ਬਾਅਦ ਇੱਕ LMIA ਲੈ ਲੈਣੀ ਆ ਤੇ PR ਹੋ ਕੇ ਇਹਨਾਂ ਨਾਲੋਂ ਪਹਿਲਾਂ ਦਿਖਾ ਦੇਣਾ। ਕੁਛ ਨਹੀਂ, ਕਿਸੇ ਨੇ ਨਹੀਂ ਉੱਥੇ ਤੁਹਾਨੂੰ, ਇਹੋ ਜਿਹਾ ਮੁਲਕ ਆ ਉੱਥੇ ਮਾਵਾਂ ਪੁੱਤ ਨਹੀਂ ਸਿਆਣਦੇ। ਉੱਥੇ ਇਹੋ ਜਿਹੇ ਗਲਤ ਤਰੀਕੇ 'ਚ ਤੁਹਾਨੂੰ ਫਸਾਉਣਗੇ, ਮੁੜ ਕੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਨਿਕਲਦਾ। ਮੁੜ ਕੇ ਇਹੋ ਜਿਹੇ ਸਿਚੁਏਸ਼ਨ 'ਚ ਬੰਦਾ ਅੜ ਜਾਂਦਾ, ਨਾ ਉਹ ਵਾਪਸ ਆਉਣ ਜੋਗਾ ਨਾ ਉੱਥੇ ਰਹਿਣ ਜੋਗਾ। ਹੁਣ ਉਹ ਬੱਚੇ, ਕਿਸੇ ਦਾ HNC ਪਾਇਆ ਹੋਇਆ, ਕਿਸੇ ਨੇ ਰਿਫਿਊਜੀ ਪਾਇਆ ਹੋਇਆ, ਕਿਸੇ ਨੇ ਕੁਛ, ਕੋਈ ਕੂਈ ਰਹੀ ਜਾਂਦੇ। ਤੇ ਤੁਸੀਂ ਹੈਰਾਨ ਹੋਵੋਗੇ, ਕੁੜੀਆਂ ਵੀ ਇਹ ਵਿੱਚ 70% ਮੁੰਡੇ ਆਊਟ ਆਫ ਸਟੇਟਸ ਨੇ, 30% ਕੁੜੀਆਂ ਵੀ ਆਊਟ ਆਫ ਸਟੇਟਸ ਨੇ। ਕਾਲਜ ਹੀ ਨਹੀਂ ਗਈਆਂ ਜਿਹੜੀਆਂ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਸਾਡਾ ਕਾਲਜ ਕਿਹੜਾ। ਜਾਣ ਸਾਰ ਹੀ ਕੰਮ 'ਚ ਦੇਖੋ, ਸਾਰੀ ਜ਼ਿੰਦਗੀ ਕੰਮ ਕਰਨਾ, ਪਰ ਜੇ ਸਟੈਪ ਬਾਈ ਸਟੈਪ ਚੱਲੋਗੇ ਈਜ਼ੀਲੀ ਸਾਰਾ ਕੁਝ ਹੋ ਜਾਊਗਾ ਸੈੱਟ। ਜਿੱਦਣ ਮਾੜੀ ਜਿਹੀ ਵੀ ਡਿਸਟਰਬੈਂਸ ਆ ਗਈ ਸਟੇਟਸ ਦੇ ਵਿੱਚ, ਫਿਰ ਉਹਨੂੰ ਕੰਟਰੋਲ ਕਰਨ ਦੇ ਲਈ, ਉਹਨੂੰ ਦੁਬਾਰਾ ਲੀਹ ਤੇ ਲਿਆਉਣ ਦੇ ਲਈ ਤਸੱਲੀਆਂ ਕਰਾ ਦਿੰਦੀ ਹੈ ਗੌਰਮੈਂਟ। ਇਹ ਕਹਿਣ ਦੀਆਂ ਗੱਲਾਂ ਨੇ, ਵੈਸੇ ਹੀ ਲੱਗਦਾ ਹੁੰਦਾ ਆਪਾਂ ਨੂੰ, ਇੰਨਾ ਸੌਖਾ ਨਹੀਂ ਸਿਚੁਏਸ਼ਨ ਨੂੰ, ਉਹੋ ਜਿਹੀ ਭੈੜੀ ਸਿਚੁਏਸ਼ਨ ਨੂੰ ਕੰਟਰੋਲ ਕਰਨਾ। ਹਾਈ ਕਮਿਸ਼ਨ ਕੋਲੇ ਇਸ ਵਕਤ ਬਲਕ ਦੇ ਵਿੱਚ ਕੰਮ ਆ। ਇਸ ਵਕਤ ਇੰਨਾ ਕੁ ਕੰਮ ਦੇ ਨਾਲ ਪੈਕਡ ਆ ਹਾਈ ਕਮਿਸ਼ਨ, ਮਾੜੀ ਜੀ ਵੀ ਉਹਨੂੰ ਫਾਈਲ ਦੇ ਵਿੱਚ ਕੋਈ ਨੀਕੀ ਲੱਗਦੀ ਆ ਮਿੰਟ 'ਚ ਰਿਜੈਕਟ ਕਰਕੇ ਬਾਹਰ ਮਾਰਦਾ।
ਇਸ ਲਈ ਪਹਿਲਾਂ ਤੋਂ ਹੀ ਆਪਦੇ ਹਾਲਾਤ ਸਵਾਰ ਕੇ, ਆਪਦੇ ਹਾਲਾਤਾਂ ਨੂੰ ਸਮਝ ਕੇ ਵੀ ਅਸੀਂ ਸਟੂਡੈਂਟ ਆਏ ਆ, ਸਾਡਾ ਪਹਿਲਾ ਫਰਜ਼ ਆ ਕੰਮ ਪੂਰਾ, ਪੜ੍ਹਾਈ ਪੂਰੀ ਕਰਨੀ। 20 ਘੰਟੇ ਕੰਮ ਦੇ ਮਿਲੇ ਆ, ਉਹ ਕਰੋ, ਜ਼ਰੂਰੀ ਆ ਕਰਨਾ, ਬਹੁਤ ਇੰਪੋਰਟੈਂਟ ਆ ਕਰਨਾ, 100% ਕਰਨਾ ਚਾਹੀਦਾ। ਪਰ ਇਕੱਲੇ ਕੰਮ ਮਗਰ ਪੈ ਜਾਓਗੇ, ਪੜ੍ਹਾਈ ਇਗਨੋਰ ਹੋ ਗਈ, ਸਟੇਟਸ ਖਰਾਬ, ਇਹ ਚੀਜ਼ ਕਲੀਅਰ ਆ। ਫੇਲ ਹੋ ਗਏ, ਸਟੇਟਸ ਖਰਾਬ। ਐਂਡ ਦੂਸਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼, ਇਹ ਮੁੰਡਿਆਂ ਨੂੰ ਜ਼ਿਆਦਾ ਆਦਤ ਹੁੰਦੀ ਆ, ਕੁੜੀਆਂ ਨੂੰ ਵੀ ਹੁੰਦੀ ਆ, ਪਰ ਮੁੰਡਿਆਂ ਨੂੰ ਜ਼ਿਆਦਾ ਆਦਤ ਹੁੰਦੀ ਆ। ਜਿੱਦਣ ਨਕਲ ਮਾਰਦੇ ਫੜੇ ਗਏ ਪੇਪਰ ਦੇ ਵਿੱਚ ਤੇ ਸਿੱਧਾ ਟਰਮੀਨੇਟ ਕਰਦੇ ਆ ਕਾਲਜ। ਜੇ ਨਹੀਂ ਯਕੀਨ ਹੈਗਾ, ਜਾ ਕੇ ਉੱਥੇ ਪੁੱਛ ਲਓ ਵੀ ਸ਼ਾਇਦ ਕਾਲਜ 'ਚ ਕੀ ਹੋਇਆ ਸੀ। ਪੂਰੇ ਦਾ ਪੂਰਾ ਬੈਚ ਟਰਮੀਨੇਟ ਕੀਤਾ ਸੀ ਉਹਨਾਂ ਨੇ। $14,000 ਫੀਸ, $17,000 ਫੀਸ ਗਈ ਤੇ ਜ਼ਿੰਦਗੀ ਜਿਹੜੀ ਖਰਾਬ ਹੋਈ ਆ 100 ਸਵਾ 100 ਬੱਚੇ। ਕਿਸੇ ਨੇ ਨਹੀਂ ਦੱਸਿਆ ਹੋਣਾ ਫੋਨ ਕਰਕੇ ਆਪਦੇ ਬੇਬੇ ਬਾਪੂ ਨੂੰ ਵੀ ਆਹ ਵਾਪਰ ਗਿਆ ਸਾਡੇ। ਜਿੱਦਣ ਮਾੜੀ ਜਿਹੀ ਇਹੋ ਜਿਹੀ ਪ੍ਰੋਬਲਮ ਹੋ ਗਈ, ਆਪਣੇ ਤਾਂ ਪਹਿਲਾਂ ਹੀ ਲੱਗਦੇ ਆ, ਸਾਰੀਆਂ ਚੀਜ਼ਾਂ ਅਸੀਂ ਟੇਕ ਓਵਰ ਕਰੀ ਬੈਠੇ ਆ, ਉੱਥੇ ਸਾਰੇ ਕੰਮ ਅਸੀਂ ਟੇਕ ਓਵਰ ਕਰੀ ਬੈਠੇ ਆ, ਸਾਰੇ ਕਾਲਜ ਅਸੀਂ ਟੇਕ ਓਵਰ ਕਰੀ ਬੈਠੇ ਆ, ਸਾਡੀ ਕਮਿਊਨਿਟੀ ਨੂੰ ਤਾਂ ਪਹਿਲਾਂ ਹੀ ਨਹੀਂ ਜਾਣਦੇ ਹੋ। ਜਿੱਦਣ ਤੁਹਾਨੂੰ ਉਹਨਾਂ ਨੂੰ ਮਾੜਾ ਜਿਹਾ ਵੀ ਮੌਕਾ ਮਿਲ ਜਾਂਦਾ ਵੀ ਹੁਣ ਇਹ ਅੜਦੇ ਆ ਜਵਾਕ, ਉਹਦੀ ਉਡਾ ਲੈਂਦੇ ਆ। ਇਸ ਕਰਕੇ ਆਪਦਾ ਜੋ ਪੜ੍ਹਨਾ ਉਹਨੂੰ ਧਿਆਨ ਨਾਲ ਪੜ੍ਹ ਕੇ ਵਧੀਆ ਤਰੀਕੇ ਨਾਲ ਆਪਦੀ ਇਮਾਨਦਾਰੀ ਨਾਲ ਐਗਜ਼ਾਮ ਦੇਣੇ ਆ। ਦੂਸਰੀ ਚੀਜ਼, ਜਿਹੜੀਆਂ ਤਿਆਰ ਕਰਦੇ ਆ ਤੁਸੀਂ ਅਸਾਈਨਮੈਂਟਸ, ਇਹਦੇ ਵਿੱਚ ਵੀ ਤੁਸੀਂ ਕਾਪੀ ਪੇਸਟ ਨਹੀਂ ਮਾਰ ਸਕਦੇ, ਉਹਦੇ ਵਿੱਚ ਵੀ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਹੋਣੀਆਂ ਬਹੁਤ। ਇਹ ਚੀਜ਼ਾਂ ਅੱਜ ਫੇਸ ਕਰਨੀਆਂ ਪੈ ਰਹੀਆਂ ਨੇ। ਫਿਰ ਸਾਡੇ ਸਟੂਡੈਂਟ ਸਾਨੂੰ ਕਹਿੰਦੇ ਜੀ ਨਾਰਦਰਨ ਕਾਲਜ ਨਾ ਆਇਓ, ਸ਼ਹਿਰਡਨ ਨਾ ਆਇਓ ਜੀ, ਇਹ ਤਾਂ ਬਹੁਤ ਮਾੜਾ ਵਿਹਾਰ ਕਰਦੇ। ਮਾੜਾ ਵਿਹਾਰ ਕਰਕੇ ਅਸੀਂ ਚੰਗੇ ਕਰਦੇ, ਅਸੀਂ ਗੋਰਿਆਂ ਨੂੰ, ਪ੍ਰੋਫੈਸਰਾਂ ਨੂੰ ਪੰਜਾਬੀ 'ਚ ਟੀਚਰਾਂ ਕਰਦੇ। ਸਮਝ ਸਾਰਿਆਂ ਨੂੰ ਆਉਂਦਾ ਹੁੰਦਾ ਵੀ ਉਹ ਕੀ ਕਰ ਰਿਹਾ, ਕੀ ਬੋਲ ਰਿਹਾ। ਆਪਾਂ ਨੂੰ ਲੱਗਦਾ ਹੁੰਦਾ ਸਾਰੇ ਇਹਨਾਂ ਉਮਰਾਂ 'ਚੋਂ ਨਿਕਲੇ ਆ, ਸਭ ਨੂੰ ਇਹ ਪਤਾ ਹੁੰਦਾ ਵੀ ਕਰ ਕੀ ਰਹੇ ਆ, ਪਰ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਇਹਨਾਂ ਨੂੰ ਬੜਾ ਪਤਾ ਲੱਗਦਾ ਤਾਂ ਗੋਰੇ ਆ, ਆਪਾਂ ਨੂੰ ਕੁਛ ਵੀ, ਕਿਉਂਕਿ ਸਾਨੂੰ ਨਾ ਥੋੜਾ ਜਿਹਾ ਮਾਣ ਆ। ਅਸੀਂ ਇੱਕ ਤਾਂ ਗਲਤੀ ਕਰਦੇ ਹਾਂ, ਫਿਰ ਉਹ ਗਲਤੀ ਤੇ ਮਾਣ ਵੀ ਕਰਦੇ ਹਾਂ। ਇਹ ਬਹੁਤ ਤੋਂ ਖਤਰਨਾਕ ਚੀਜ਼ ਆ ਇਹ। ਪਹਿਲਾਂ ਗਲਤੀ ਕਰਨੀ, ਫਿਰ ਉਸ ਗਲਤੀ ਤੇ ਮਾਣ ਕਰਨਾ ਵੀ ਆਪਾਂ ਤਾਂ ਹੀ ਕਰਦੇ ਹੁੰਦੇ ਹਾਂ। ਫਿਰ ਉਹ ਬੰਦੇ ਬਣਾ ਦਿੰਦੇ ਆ ਥੋੜੇ ਦਿਨਾਂ 'ਚ। ਫਿਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਹੁਣ ਕਰੀਏ, ਸੈੱਟ ਨਹੀਂ ਆ ਰਹੀ ਗੱਲ। ਫਿਰ ਉੱਥੇ ਸਾਡੇ ਵਰਗੇ ਦਫ਼ਤਰ ਖੋਲ੍ਹੀ ਬੈਠੇ, 40,000 $50,000 ਮੰਗਦੇ ਆ ਸੈੱਟ ਕਰਨ ਦਾ। ਇਸ ਲਈ ਜਦੋਂ ਤੁਸੀਂ ਬਹੁਤ ਹੀ ਸੋਹਣੇ ਤਰੀਕੇ ਨਾਲ ਜਾ ਰਹੇ ਹੋ, ਪੜ੍ਹੇ ਲਿਖੇ ਨੌਜਵਾਨ ਹੋ, ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨਸ ਪਤਾ, ਤੁਹਾਨੂੰ ਅੰਗਰੇਜ਼ੀ ਪੜ੍ਹਨੀ ਆਉਂਦੀ ਆ, ਸਮਝਣੀ ਆਉਂਦੀ ਆ, ਲਿਖਿਆ ਹੋਇਆ ਪੜ੍ਹਨਾ ਆਉਂਦਾ, ਜਾਣ ਕੇ ਗੰਦ ਨਹੀਂ ਪਾਉਣਾ। ਜੇ ਗੰਦ ਪਾਉਣਾ ਤਾਂ ਫਿਰ ਇੱਥੇ ਮਾਂ ਪਿਓ ਤੋਂ ਆਪਾਂ ਇੰਨੇ ਪੈਸੇ ਕਿਉਂ ਲਗਾਉਣੇ ਆ? ਫਿਰ ਇੱਥੇ ਪਾਈ ਚੱਲੋ, ਕਿੰਨਾ ਵਧੀਆ। ਇੱਥੇ ਨਾ ਕੋਈ ਇੱਥੇ ਸੜਕ ਤੇ ਕੂੜਾ ਸਿੱਟਣ ਨੂੰ ਰੋਕੇ, ਨਾ ਇੱਥੇ ਥੁੱਕਣ ਨੂੰ ਰੋਕੇ। ਨਜ਼ਾਰੇ ਲਓ, ਪੂਰਨ ਆਜ਼ਾਦੀ ਦਾ ਫਾਇਦਾ ਉਠਾਓ। ਜੇ ਗੰਦ 'ਚ ਹੀ ਰਹਿਣਾ, ਫਿਰ ਆਪਾਂ ਇੱਥੋਂ 14,000 ਮੀਲ ਕੀ ਕਰਨ ਜਾਣਾ? ਨਾਲੇ ਮਾਂ ਪਿਓ ਛੱਡਦੇ ਆ, ਨਾਲੇ ਇੰਨੇ ਪੈਸੇ ਖਰਚਦੇ। ਇਸ ਲਈ ਆਪਦੇ ਪੱਲੇ ਇਹ ਗੱਲਾਂ ਬੰਨ੍ਹ ਕੇ ਜਾਇਓ ਵੀ ਆਪਾਂ ਚੰਗੀ ਲਾਈਫ ਲਈ ਕੈਨੇਡਾ ਚੱਲੇ ਆ, ਤੇ ਉਸ ਲਾਈਫ ਫਿਰ ਉਦੋਂ ਗਾਂ ਕੋਈ ਮੁਲਕ ਨਹੀਂ ਹੈ ਜੇ ਉਹਨੂੰ ਖਰਾਬ ਕਰ ਲਿਆ। ਫਿਰ ਉਦੋਂ ਗਾਂ ਤਾਂ ਫਿਰ ਆਪਾਂ ਨੂੰ ਫਿਰ ਦੇਖਣਾ ਪਊਗਾ ਹੋਰ ਵੀ, ਹੁਣ ਚੰਦ ਤੇ ਚੱਲੀਏ ਜਾਂ ਕਿਤੇ ਹੋਰ ਚੱਲੀਏ, ਕੈਨੇਡਾ ਤੋਂ ਬਾਅਦ ਹੁਣ ਕਿੱਥੇ ਜਾਵਾਂਗੇ। ਇਸ ਲਈ ਜਦੋਂ ਤੁਹਾਨੂੰ ਮੌਕਾ ਮਿਲ ਗਿਆ ਚੰਗੀ ਜ਼ਿੰਦਗੀ ਜਿਉਣ ਦਾ, ਉਹਨੂੰ ਚੰਗੇ ਤਰੀਕੇ ਨਾਲ ਜਿਉ। ਦੂਸਰੀ ਸਭ ਤੋਂ ਇੰਪੋਰਟੈਂਟ ਚੀਜ਼, ਆਪਣੇ ਨਾ ਪੰਜਾਬ ਦਾ ਜਿਹੜਾ ਭੂਗੋਲਿਕ ਖੇਤਰ ਆ, ਪਹਾੜ ਤਾਂ ਆਪਣੇ ਬਹੁਤ ਨੇੜੇ ਆ। ਤੁਸੀਂ ਇੱਧਰ ਨੂੰ 100 ਸਵਾ 100 ਕਿਲੋਮੀਟਰ ਚਲੇ ਜਾਓ, ਪਹਾੜ ਸ਼ੁਰੂ ਹੋ ਜਾਂਦੇ ਆ। ਹਿਮਾਚਲ ਵਾਲੀ ਸਾਈਡ ਨੂੰ ਆਪਾਂ ਜਦੋਂ 100 ਸਵਾ 100 ਕਿਲੋਮੀਟਰ ਕਿਸੇ ਵੀ ਪਾਸੇ ਨੂੰ ਹਿਮਾਚਲ ਜਿੱਧਰ ਲੱਗਦਾ, ਪਹਾੜ ਸ਼ੁਰੂ ਹੋ ਜਾਂਦੇ ਆ। ਤਾਂ ਉਹਨੇ ਐਕਸਾਈਟ ਨਹੀਂ ਕਰਦੇ ਸਾਨੂੰ ਸਮੁੰਦਰ ਬਹੁਤ ਜ਼ਿਆਦਾ ਐਕਸਾਈਟ ਕਰਦਾ। ਕਿਉਂ? ਸਮੁੰਦਰ ਸਾਡੇ ਤੋਂ ਬਹੁਤ ਦੂਰ ਆ। ਜਿੱਥੇ ਤੁਸੀਂ ਨੇੜੇ ਤੋਂ ਨੇੜੇ ਵੀ ਸਮੁੰਦਰ ਦੇਖਣਾ, ਗੁਜਰਾਤ, ਬੰਬੇ, ਕਲਕੱਤੇ ਵਾਲੀ ਸਾਈਡ, ਗੋਆ, ਉੱਥੇ ਹੀ ਜਾ ਸਕਦੇ ਹੋ। ਬਹੁਤ ਵਿੱਚੋਂ ਬੱਚੇ ਸਾਡੇ ਥੋੜੇ ਹੋਣਗੇ ਜਿਨ੍ਹਾਂ ਨੇ ਹਜੇ ਤੱਕ ਸਮੁੰਦਰ ਦੇਖਿਆ। ਕਿੰਨੇ ਜਣਿਆਂ ਨੇ ਸਮੁੰਦਰ ਦੇਖਿਆ? 1 2, ਹੁਣ ਦੇਖੋ 2 ਜਣਿਆਂ ਨੇ ਦੇਖਿਆ ਹੈ। ਹੁਣ ਉਹ ਨਾ ਸਾਨੂੰ ਜਦੋਂ ਉੱਥੇ ਹਰ ਥਾਂ ਬੀਚ ਆ, ਤੁਸੀਂ ਜਿਨ੍ਹਾਂ ਨੇ ਜਿਹੜੇ ਵੀ ਪ੍ਰੋਵਿੰਸ ਦੇ ਵਿੱਚ ਰਹਿਣਾ, ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਬੀਚਿਸ ਹੀ, ਲੇਕਸ ਹੀ ਮਿਲਣੇ ਆ। ਚਾਮਲ ਨਾ ਨਹੀਂ ਪਾਣੀ ਦੇਖ ਕੇ ਜਮਾਂ ਹੀ। ਸਾਡੇ ਜਵਾਕ ਬਹੁਤ ਜ਼ਿਆਦਾ ਚਾਮਲ ਦੇ ਆ, ਪਾਣੀ ਦੇਖ ਕੇ ਉਹਨਾਂ ਨੂੰ ਪਤਾ ਨਹੀਂ ਕੀ ਅੰਦਰੋਂ ਉਹਨਾਂ ਦੇ ਹੁੰਦਾ, ਉਹਨਾਂ ਨੂੰ ਐਂ ਲੱਗਦਾ ਭੁੱਲ ਹੀ ਜਾਂਦੇ ਆ ਸਾਰਾ ਕੁਛ। ਬਹੁਤ ਖਤਰਨਾਕ ਸਾਬਤ ਹੁੰਦਾ ਸਾਡੇ ਬੱਚਿਆਂ ਲਈ। ਤੁਸੀਂ ਹਰ ਸਾਲ ਦੇਖੋਗੇ ਖਬਰਾਂ, ਆ ਹੁਣ ਗਰਮੀਆਂ ਸ਼ੁਰੂ ਹੋਈਆਂ, ਐਵਰੀ ਸਿੰਗਲ ਡੇ ਤੁਹਾਨੂੰ ਨਿਊਜ਼ ਮਿਲੂ।
ਫਲਾਨੀ ਥਾਂ ਬੱਚਾ ਡੁੱਬ ਗਿਆ, ਫਲਾਨੀ ਥਾਂ ਬੱਚਾ ਡੁੱਬ ਗਿਆ। ਦੇਖੋ ਸਵਿਮਿੰਗ ਸਾਨੂੰ ਨਹੀਂ ਆਉਂਦੀ, ਬਹੁਤ ਰੇਅਰ ਪੰਜਾਬੀ ਨੂੰ ਸਵਿਮਿੰਗ ਆਉਂਦੀ ਹੁੰਦੀ ਆ। ਉਹ 2-4% ਨੂੰ ਛੱਡ ਕੇ ਜਿਨ੍ਹਾਂ ਦੇ ਕੋਲ ਦੀ ਨਹਿਰ ਨੂੰ ਲੰਘਦੀ, ਜਿਨ੍ਹਾਂ ਦੇ ਪਿੰਡਾਂ ਕੋਲ, ਉਹ ਤਾਂ ਸਿੱਖ ਸੁੱਖ ਜਾਂਦੇ ਆ, ਦੂਜਿਆਂ ਨੂੰ ਨਹੀਂ ਆਉਂਦੀ ਕਿਉਂਕਿ ਸਾਡੇ ਸਕੂਲ 'ਚ ਵੀ ਨਹੀਂ ਸਿਖਾਈ ਜਾਂਦੀ। ਜਿੱਥੇ ਲਿਖਿਆ ਹੋਇਆ ਵੀ ਤੁਸੀਂ ਉੱਥੇ ਤੱਕ ਜਾ ਸਕਦੇ ਹੋ, ਉੱਥੇ ਸਾਈਨ ਲਾਏ ਹੁੰਦੇ ਵੀ ਇੱਥੇ ਤੁਸੀਂ ਜਾ ਸਕਦੇ ਹੋ ਪਾਣੀ ਦੇ ਵਿੱਚ, ਉਦੋਂ ਗਾਂਹ ਨਹੀਂ ਜਾਣਾ। ਆਪਦੇ ਅੰਦਰਲਾ ਪਾਣੀ ਦੇਖ ਕੇ ਹਰੇਕ ਜਿਹੜੇ ਜਵਾਕ ਦੇ ਅੰਦਰ ਇੱਕ ਬਾਂਦਰ ਛੁਪਿਆ ਹੁੰਦਾ ਨਾ, ਉਹਨੂੰ ਕੰਟਰੋਲ 'ਚ ਰੱਖਣਾ, ਆਪਦੇ ਬਾਂਦਰ ਨੂੰ ਬੰਨ੍ਹ ਕੇ ਰੱਖਣਾ, ਯਾਦ ਰੱਖਣਾ ਆਪਦੇ ਮਾਂ ਪਿਓ ਨੂੰ ਵੀ ਮਗਰ ਬੈਠੇ ਨੇ ਸਾਡੇ, ਉਹਨਾਂ ਨੇ ਪੈਸੇ ਖਰਚ ਕੇ ਭੇਜਿਆ, ਸਾਡੇ ਨਾਲ ਉਹਨਾਂ ਦੀ ਜ਼ਿੰਦਗੀ ਆ, ਸਾਡੇ ਕਰਕੇ ਉਹਨਾਂ ਨੇ, ਇਹਨਾਂ ਨੂੰ ਚਾਅ ਨਹੀਂ ਹੈ ਤੁਹਾਨੂੰ ਕੈਨੇਡਾ ਭੇਜਣ ਦਾ, ਪਰ ਇਹਨਾਂ ਨੂੰ ਇਹ ਆ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਚੰਗੀ ਬਣ ਜੇ, ਸਾਡੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣ ਜੇ, ਇਹ ਚੰਗੀ ਜ਼ਿੰਦਗੀ ਜਿਉਣ ਉੱਥੇ ਜਾ ਕੇ। ਤੇ ਪੁੱਛ ਕੇ ਦੇਖੋ ਉਹਨਾਂ ਦੇ ਹਾਲ, ਉਹਨਾਂ ਮਾਂ ਪਿਓ ਦੇ ਜਿਨ੍ਹਾਂ ਨੂੰ ਕੋਈ ਮਾੜੀ ਖਬਰ ਸੁਣਨ ਨੂੰ ਮਿਲੇ। ਪਿਛਲੇ 10 ਦਿਨਾਂ 'ਚ ਹੀ ਤੁਹਾਨੂੰ 15 ਇਹੋ ਜਿਹੀਆਂ ਬੈਡ ਨਿਊਜ਼ ਕੈਨੇਡਾ ਤੋਂ ਆਈਆਂ ਨੇ। ਕਿਉਂ ਆਉਂਦੀਆਂ ਨੇ? ਚਲੋ ਜੀਵਨ ਮਰਨ ਮਹਾਰਾਜ ਨੂੰ ਪਤਾ, ਪਰ ਅਸੀਂ ਗਲਤੀਆਂ ਕਰਦੇ ਹਾਂ। ਟ੍ਰੈਫਿਕ ਰੂਲਸ ਤੋੜਨੇ, ਸੇਫਟੀ ਰੂਲਸ ਤੋੜਨੇ, ਇਹ ਸਾਨੂੰ ਐਂ ਲੱਗਦਾ, ਸਾਨੂੰ ਇਹ ਮਾਣ ਵਾਲੀ ਗੱਲ ਲੱਗਦੀ ਆ। ਇਹ ਮਾਣ ਵਾਲੀ ਗੱਲ ਨਹੀਂ ਹੈ, ਇਹ ਨਲਾਇਕ ਲੋਕਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਲਿਖੀ ਹੋਈ ਗੱਲ ਨੂੰ ਇਗਨੋਰ ਕਰਦੇ ਆ। ਇਹ ਘਟੀਆ ਲੋਕਾਂ ਦੀ ਨਿਸ਼ਾਨੀ ਹੁੰਦੀ ਆ। ਇੱਕ ਚੀਜ਼ ਨੂੰ ਸਮਝੋ, ਜਦੋਂ ਕਿਤੇ ਤੁਸੀਂ ਰੂਲ ਤੋੜ ਰਹੇ ਹੁੰਦੇ ਆ ਨਾ, ਬੰਦੇ ਨੂੰ ਫੀਲਿੰਗ ਆਉਂਦੀ ਹੋਵੇ ਮੈਂ ਬਹੁਤ ਕੂਲ ਰੱਖਦਾ, ਕਿਤੇ ਨਹੀਂ, ਤੁਹਾਡੇ ਅੱਗੇ 5-7-10 ਹੋਣਗੇ ਜਿਹੜੇ ਤੋੜ, ਜਿਨ੍ਹਾਂ ਨੂੰ ਕੂਲ ਲੱਗ ਰਹੇ ਹੋਣਗੇ। ਮੈਕਸੀਮਮ ਲੋਕਾਂ ਨੂੰ ਤੁਸੀਂ ਬੇਵਕੂਫ, ਅਨਪੜ੍ਹ ਲੱਗਦੇ ਆ। ਆਪਾਂ ਕਿਉਂ ਰੂਲ ਤੋੜਦੇ ਆ? ਫਨ ਕਰਨਾ, ਇੰਜੋਏ ਕਰਨਾ। ਇੰਜੋਏ ਧਰਤੀ ਤੇ ਰਹਿ ਕੇ ਕਰਨਾ, ਪਾਣੀ 'ਚ ਜਾ ਕੇ ਜ਼ਿਆਦਾ ਇੰਜੋਏ ਹੋ ਜਾਊਗਾ। ਜੇ ਕਰਨਾ ਪਾਣੀ 'ਚ ਜਾ ਕੇ ਇੰਜੋਏ, ਫਿਰ ਉੱਥੇ ਲਿਖਿਆ ਹੋਇਆ, ਉਹਨਾਂ ਨੇ ਲਿਖ ਕੇ ਲਾਇਆ, ਸਾਈਨ ਲੱਗਿਆ ਵੀ ਇਦੋਂ ਗਾਂਹ ਨਹੀਂ ਜਾਣਾ। ਜਿੰਨੇ ਬੱਚੇ ਡੁੱਬੇ ਆ, ਜਿੰਨੇ ਬੱਚਿਆਂ ਨਾਲ ਇਹ ਘਟਨਾ ਵਾਪਰੀ ਆ, ਸਾਰਿਆਂ ਨੇ ਉਹ ਰੂਲ ਤੋੜਿਆ। ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਜੀ ਉਹਨੇ ਰੂਲ 'ਚ ਰਿਹਾ, ਰੂਲ 'ਚ ਰਹਿ ਕੇ ਉਹਦੇ ਨਾਲ ਹੀ ਪਾਣੀ ਵਾਲੀ ਘਟਨਾ ਵਾਪਰੀ। ਰੂਲ ਤੋੜਨਗੇ, ਘਟਨਾ ਵਾਪਰੂ, ਉਹਨਾਂ ਨੇ ਲਿਖ ਕੇ ਲਾਇਆ ਹੋਇਆ। ਮੇਰੇ ਜਮਾਂ ਘਰ ਦੇ ਕੋਲੇ ਇੱਕ ਮੁੰਡੇ ਦੀ ਡੈਥ ਹੁੰਦੀ ਆ, ਮਿੱਟੀ ਅੰਦਰ ਧੱਸ ਜਾਂਦੀ ਆ, ਲੇਕ ਪਾਣੀ ਆ, ਨਹਿਰ, ਰਿਵਰ ਲੰਘਦਾ ਉੱਥੇ, ਰਿਵਰ ਹੰਬਰ ਰਿਵਰ ਲੱਗਦਾ ਜਮਾਂ ਮੇਰੇ ਘਰ ਦੇ ਕੋਲ ਦੀ, ਤੇ ਇੰਨਾ ਪਾਣੀ ਆ ਉਹਦੇ ਵਿੱਚ। ਉਹਨਾਂ ਨੇ ਲਿਖ ਕੇ ਲਾਇਆ ਹੋਇਆ ਵੀ ਇਹਦੇ ਵਿੱਚ ਨਹੀਂ ਵੜਨਾ, ਕਿਸੇ ਵਕਤ ਵੀ ਧੱਸ ਸਕਦੇ ਆ ਤੁਸੀਂ ਅੰਦਰ, ਵੀ ਦਲਦਲ ਵੱਲੋਂ ਆ ਹੈ, ਲਿਖ ਕੇ ਲਾਇਆ ਹੋਇਆ। ਕੋਈ ਨਹੀਂ ਜਾਂਦਾ ਉੱਥੇ, ਸਾਰੇ ਉਹਦੇ ਕੰਢੇ ਬੈਠਦੇ ਆ, ਇੰਜੋਏ ਕਰਦੇ ਆ। ਵੈਰੀ ਨੈਕਸਟ ਡੇ ਮੈਂ ਉੱਥੇ ਰਨਿੰਗ ਕਰਕੇ ਆਉਣਾ, ਵੈਰੀ ਨੈਕਸਟ ਡੇ ਅੰਮ੍ਰਿਤਸਰ ਦਾ ਮੁੰਡਾ ਵਿੱਚ ਕੱਢ ਕੇ ਫੋਟੋ ਖਿਚਾ, ਧੱਸ ਜਾਂਦਾ, ਖੜਾ ਹੀ ਗਾਇਬ ਹੋ ਜਾਂਦਾ। ਐਡਾ ਉਹਨਾਂ ਨੇ ਕਰਕੇ ਲਿਖ ਕੇ ਲਾਇਆ, ਉਹ ਵੀ ਰਿਸਕ ਆ, ਇਹ ਨੈਚੁਰਲ ਚੀਜ਼ ਆ। ਅਸੀਂ ਇਹ ਤੁਹਾਨੂੰ ਇੱਕ ਸਹੂਲਤ ਦਿੱਤੀ ਹੈ ਵੀ ਤੁਸੀਂ ਇੱਥੇ ਆ ਕੇ ਇੰਜੋਏ ਕਰ ਸਕਦੇ ਹੋ, ਪਰ ਇਹਦੇ ਵਿੱਚ ਨਹੀਂ ਵੜਨਾ। ਹੁਣ ਉਹਨਾਂ ਨੇ ਲਿਖ ਕੇ ਲਾਇਆ ਵਿੱਚ ਨਹੀਂ ਵੜਨਾ, ਤੁਸੀਂ ਵਿੱਚ ਕਾਹਤੋਂ ਵੜ ਰਹੇ ਹੋ? ਬਿਲਕੁਲ ਨਹੀਂ। ਇਹਨਾਂ ਚੀਜ਼ਾਂ ਦੀ ਕੋਈ ਝਮਲਾਹਟ ਨਹੀਂ ਹੁੰਦੀ, ਮੁੜ ਕੇ ਨਹੀਂ ਗੱਲ ਹੱਥੋਂ ਦੇ। ਉੱਥੇ ਨੱਚਣ ਕੁੱਦਣ ਨੂੰ ਸਭ ਕੁਝ ਦਿੱਤਾ, ਵੱਡੇ ਜਿਮ ਦਿੱਤੇ ਨੇ, ਨਾਈਟ ਕਲੱਬਸ ਨੇ, ਗੋਲਫ ਖੇਡਣ ਨੂੰ ਗੋਲਫ ਕੋਰਟ ਆ, ਸਵਿਮਿੰਗ ਕਰਨ ਦੀਆਂ ਪੂਲ ਨੇ, ਜਿੱਥੇ ਪ੍ਰੋਪਰ ਤੁਹਾਡੇ ਲਈ ਲਾਈਫ ਜੈਕਟਸ, ਤੁਹਾਡੇ ਲਈ ਪ੍ਰੋਪਰ ਲਾਈਫ ਗਾਰਡਸ ਉੱਥੇ ਅਵੇਲੇਬਲ ਹੁੰਦੇ, ਉਹਦੀ ਚੀਜ਼ ਕਰਨੀ। ਪਰ ਜਦੋਂ ਆਪਾਂ ਇਹੋ ਜਿਹਾ ਰਿਸਕ ਚੱਕ ਲੈਂਦੇ ਆ, ਫਿਰ ਉਹਦਾ ਸਾਰਾ ਕੁਝ ਤਬਾਹ ਹੋ ਜਾਂਦਾ। ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਮਾਂ ਪਿਓ ਨੂੰ ਜਾ ਕੇ, ਜਿਨ੍ਹਾਂ ਦੇ ਉਹਨਾਂ ਲਈ ਕੈਨੇਡਾ ਦਾ ਨਾਂ ਸੁਣਨਾ ਵੀ ਅੱਜ ਉਹਨਾਂ ਨੂੰ ਗਵਾਰਾ ਨਹੀਂ। ਸਭ ਕੁਝ ਉੱਜੜ ਗਿਆ ਉਹਨਾਂ ਦਾ, ਸਭ ਬਰਬਾਦ ਹੋ ਗਿਆ। ਕਿਸ ਚੀਜ਼ ਕਰਕੇ? ਛੋਟੀ ਜਿਹੀ ਗਲਤੀ ਕਰਕੇ। ਦੂਸਰੀ ਚੀਜ਼ ਸਪੀਡਿੰਗ। ਸਸਤੀਆਂ ਕਾਰਾਂ ਨੇ ਉੱਥੇ, ਛੇਤੀ ਮਿਲ ਜਾਂਦੀਆਂ ਨੇ, ਮਸਲ ਕਾਰਸ, ਮਸਟੈਂਗ, ਡੌਜ ਦੇ ਚੈਲੰਜਰਸ, ਇੱਧਰਲੇ ਹੋਰ ਲਟਰ ਪਟਰ, ਬਹੁਤ ਸਸਤੀਆਂ ਮਿਲਦੀਆਂ ਨੇ, 6-6 ਸਿਲੰਡਰ ਕਾਰਾਂ। ਵੱਡੇ ਹਾਈਵੇ ਨੇ, ਜਦੋਂ ਆਪਾਂ ਨੂੰ ਉਹ ਚੀਜ਼ ਮਿਲ ਗਈ ਨਾ, ਮਹਾਰਾਜ ਨੇ ਜਦੋਂ ਆਪਾਂ ਨੂੰ ਦੇ ਦਿੱਤੀ ਇਹ ਚੀਜ਼, ਉਹਨੂੰ ਆਪਾਂ ਆਏ ਨਹੀਂ ਸਾਬਤ ਕਰਨਾ ਵੀ ਸਾਨੂੰ ਇਹ ਔਕਾਤ ਤੋਂ ਵੱਧ ਕੇ ਮਿਲ ਗਈ, ਸਾਡੇ ਲਈ ਔਕਾਤ ਨਹੀਂ। ਆਏ ਨਹੀਂ ਦਿਖਾਉਣਾ ਛੋਟਾ ਭਾਂਡਾ ਵੀ ਉਛਲ ਗਿਆ, ਇਹ ਦਿਖਾ ਰਹੇ ਨੇ ਆਪਣੇ ਬੱਚੇ। ਹਰ ਤੀਜੇ ਦਿਨ ਇੱਕ ਐਕਸੀਡੈਂਟ, ਹਰ ਤੀਜੇ ਦਿਨ ਐਕਸੀਡੈਂਟ। ਤੇ ਜਿੰਨੇ ਐਕਸੀਡੈਂਟ ਹੋਏ ਨੇ ਸਾਰੇ ਸਪੀਡਿੰਗ, ਕਿਉਂਕਿ ਸਪੀਡ ਉੱਥੇ ਮਾਰਦੀ ਹੀ ਮਾਰਦੀ ਆ। ਟ੍ਰੈਫਿਕ ਬੰਪਰ ਟੂ ਬੰਪਰ, ਇੱਕ ਸਟਾਪ ਸਾਈਨ ਮਿਸ,
ਤੇ ਪਟਾਕਾ ਪੈ ਜਾਣਾ, ਨਾਲ ਕਿਸੇ ਨੂੰ ਵੀ ਲੈ ਕੇ ਜਾਂਦੇ ਹੋ, ਨਾਲ ਆਪਦਾ ਵੀ ਨੁਕਸਾਨ। ਇੱਕ ਸਟਾਪ ਸਾਈਨ ਮਿਸ ਹੋ ਜਾਂਦਾ, ਖਤਮ ਕਹਾਣੀ। ਇਸ ਲਈ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਹਾਨੀਕਾਰਕ ਨੇ ਉਹ ਚੀਜ਼ਾਂ ਨਹੀਂ ਕਰਨੀਆਂ, ਉਹਨਾਂ ਚੀਜ਼ਾਂ ਤੋਂ ਅਸੀਂ ਬਚਣਾ, ਉਹਨਾਂ ਚੀਜ਼ਾਂ ਨੂੰ ਅਸੀਂ ਅਵੋਇਡ ਕਰਨਾ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਤੁਹਾਨੂੰ ਲਾਸਟ 'ਚ ਦੱਸਣੀ ਆ ਮੈਂ, ਨਸ਼ਾ, ਡਰੱਗ ਪੰਜਾਬ ਬਦਨਾਮ ਕਰਤਾ ਬਹੁਤ ਜ਼ਿਆਦਾ। ਜਿੰਨੀ ਅੱਗ ਸਵਾ ਉੱਥੇ ਖਾਂਦੇ ਆ ਜਵਾਕ, ਕਿਤੇ ਨਹੀਂ। ਅਵੇਲੇਬਲ ਈਜ਼ੀ ਹੈ, ਰੋਕਣ ਨੂੰ ਮਾਂ ਪਿਓ ਹੈ ਨਹੀਂ, ਪੈਸੇ ਕਮਾਈ ਕਰਕੇ ਤੁਸੀਂ ਲੈ ਰਹੇ ਹੋ, ਹਰ ਚੀਜ਼ ਈਜ਼ੀਲੀ ਅਵੇਲੇਬਲ ਆ। ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਆ ਵੀ ਉੱਥੋਂ ਦੀਆਂ ਸਰਕਾਰਾਂ ਤੁਹਾਨੂੰ ਰੋਕਣਗੀਆਂ, ਤਾਂ ਫਿਰ ਤੁਸੀਂ ਬਹੁਤ ਵੱਡੀ ਗਲਤਫਹਿਮੀ 'ਚ ਆ। ਸਰਕਾਰਾਂ ਉੱਥੇ ਵੀ ਲਾਉਣ ਵਾਲਿਆਂ 'ਚ। ਕੱਲੇ ਬਰੈਂਪਟਨ ਸ਼ਹਿਰ ਦੇ ਵਿੱਚ 45 ਲਾਇਸੈਂਸ ਆ ਵੀਡ ਦੇ, 45 ਲਾਇਸੈਂਸ ਕੱਲੇ ਬਰੈਂਪਟਨ ਸ਼ਹਿਰ ਦੇ ਵਿੱਚ। ਮਿਸਿਸਾਗਾ 'ਚ 7 ਆ, ਟੋਰਾਂਟੋ 'ਚ 7 ਆ। ਹਾਲਾਂਕਿ ਆਬਾਦੀ ਵਾਈਜ਼ ਤੇ ਏਰੀਆ ਵਾਈਜ਼ ਟੋਰਾਂਟੋ ਮਿਸਿਸਾਗਾ ਬਰੈਂਪਟਨ ਨਾਲੋਂ ਵੱਡਾ। ਕਿਉਂ ਜ਼ਿਆਦਾ? ਕਿਉਂਕਿ ਇੰਟੈਂਸ ਆਬਾਦੀ ਪੰਜਾਬੀਆਂ ਦੀ ਬਰੈਂਪਟਨ ਦੇ ਵਿੱਚ ਆ। ਖਤਰਾ ਤੁਸੀਂ ਉਹਨਾਂ ਲੋਕਾਂ ਦੇ ਲਈ। ਕਿਉਂ? ਕਿਉਂਕਿ ਯੂ ਪੀਪਲ ਆਰ ਟੇਕਿੰਗ ਓਵਰ ਐਵਰੀਥਿੰਗ। ਆਉਣ ਵਾਲੇ ਜਿਹੜੇ 10 ਸਾਲ ਨੇ, 15 ਸਾਲ ਨੇ, ਉਹ ਜਿਹੜੇ ਸਟੂਡੈਂਟ ਅੱਜ ਤੋਂ 5 ਸਾਲ ਪਹਿਲਾਂ ਗਏ ਨੇ, ਤੇ ਆਉਣ ਵਾਲੇ 15 ਸਾਲਾਂ ਦੇ ਵਿੱਚ ਜਿੰਨੀ ਪੋਲਿਟਿਕਸ ਦੇ ਵਿੱਚ ਤਕੜੇ ਲੀਡਰ ਹੋਣਗੇ, ਜਿੰਨੇ ਤਕੜੇ ਐਂਟਰਪ੍ਰੇਨਿਓਰ ਹੋਣਗੇ, ਜਿੰਨੇ ਤਕੜੀਆਂ ਜੌਬਸ ਦੇ ਉੱਤੇ ਹੋਣਗੇ ਸਾਡੇ ਸਟੂਡੈਂਟ ਹੋਣਗੇ, ਉੱਥੇ ਖਤਰਾ ਹੋਇਆ ਪਿਆ ਉਹਨਾਂ ਨੂੰ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਇਸ ਚੀਜ਼ ਦਾ ਵੀ ਸਾਡੇ ਜਵਾਕ ਤਾਂ ਮਿਹਨਤ ਕਰਦੇ ਹੀ ਨਹੀਂ, ਉਹਨਾਂ ਦੇ ਬੱਚੇ ਤਾਂ 8 ਘੰਟੇ ਤੋਂ ਵੱਧ ਕੰਮ ਹੀ ਨਹੀਂ ਕਰਦੇ। ਸਾਡੇ ਬੱਚੇ ਪੜ੍ਹਦੇ ਵੀ ਆ, ਕੰਮ ਵੀ ਕਰਦੇ ਆ, ਕਮਾਈਆਂ ਵੀ ਆਪ ਕਰਦੇ ਆ, ਪੜ੍ਹਾਈਆਂ ਵੀ ਨਾਲ ਆਪ ਕਰਦੇ ਆ। ਕਿਉਂ? ਉਹ ਮਾਂ ਪਿਓ ਤੋਂ ਦੂਰ ਚਲੇ ਗਏ, ਮਾਂ ਪਿਓ ਨੇ ਕਰਜ਼ੇ ਚੱਕ ਕੇ ਭੇਜੇ ਹੋਏ ਆ। ਜਿਹੜੇ ਬੱਚਿਆਂ ਨੂੰ ਵਿੱਚੋਂ ਇੱਕ ਦੁੱਕਾ ਨੂੰ, ਮਾੜਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪਤਾ ਹੀ ਹੁੰਦਾ ਆਪਦੇ ਘਰ ਦੀ ਗੱਲ, ਤੇ ਉਹ ਸਮਝਦੇ ਵੀ। ਤੇ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਨੂੰ ਦਿਸ ਰਿਹਾ, ਕਲੀਅਰ ਕੱਟ ਦਿਸ ਰਿਹਾ ਵੀ ਇਹਨਾਂ ਬੰਦਿਆਂ ਨੇ ਟੇਕ ਓਵਰ ਕਰ ਦੇਣਾ ਸਾਰਾ ਕੈਨੇਡਾ। ਤੇ ਇਸੇ ਲਈ ਉਹਨਾਂ ਨੇ ਉੱਥੇ ਉਹ ਚੀਜ਼ਾਂ ਅਵੇਲੇਬਲ ਕਰਾਈਆਂ ਨੇ ਜਿੱਥੇ ਜਿੱਥੇ ਸਾਡੀ ਇੰਟੈਂਸ ਵਾ। ਇਹਨਾਂ ਤੋਂ ਬਚਣਾ ਤੁਸੀਂ ਆਪ ਆ। ਕਿਸੇ ਨੇ ਨਹੀਂ ਪੁੱਛਣਾ ਉੱਥੇ, ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ LCBO ਬੜੇ ਹੋ ਜਾ ਕੇ, ਠੇਕਾ ਜਿਹਨੂੰ ਕਹਿੰਦੇ ਆ। ਕਿਸੇ ਨੇ ਨਹੀਂ ਕਿਹੜਾ ਉੱਥੇ ਮਾਂ ਬੈਠੀ ਹੈ ਸਾਡੀ, ਕਿਸੇ ਨੇ ਕੀ, ਕਿਸੇ ਨੂੰ ਕੀ ਆ, ਜਾਂਦਾ ਜਵਾਕ ਜਾਵੇ, ਪੀਂਦਾ ਜਵਾਕ ਪੀਵੇ, ਵਿਗੜ ਰਿਹਾ ਕਿਸੇ ਦਾ ਵਿਗੜ ਰਿਹਾ, ਸਾਡਾ ਕੀ ਲੈਣਾ। ਪਰ ਤੁਹਾਨੂੰ ਆਪ ਨੂੰ ਸਮਝਣਾ ਪੈਣਾ ਵੀ ਅਸੀਂ ਕਿਸ ਚੀਜ਼ ਲਈ ਆਏ ਹਾਂ, ਅਸੀਂ ਕਿਉਂ ਆਏ ਹਾਂ ਕੈਨੇਡਾ, ਅਸੀਂ ਇੰਡੀਆ ਛੱਡ ਕੇ ਇੱਥੇ ਕਿਉਂ ਆਏ। ਇਹ ਤੁਹਾਨੂੰ ਆਪ ਕੰਟਰੋਲ ਕਰਨਾ ਪੈਣੀਆਂ ਸਾਰੀਆਂ ਚੀਜ਼ਾਂ। ਉੱਥੇ ਕੋਈ ਨਹੀਂ ਰੋਕਣ ਵਾਲਾ। ਜਿੱਦਣ ਤੁਸੀਂ 14 ਘੰਟੇ ਦੀ ਫਲਾਈਟ ਲੈ ਕੇ ਕੈਨੇਡਾ ਦੀ ਧਰਤੀ ਤੋਂ ਉਤਰ ਕੇ ਆਲ ਇਨ ਆਲ ਆ ਤੁਸੀਂ ਆਪਦੀ ਜ਼ਿੰਦਗੀ। ਬੇਬੇ ਬਾਪੂ ਤਾਂ ਵਿਚਾਰੇ ਇੱਥੇ ਬੈਠੇ ਨੇ, ਇਹਨਾਂ ਨੂੰ ਤੁਸੀਂ ਜਿਹੜਾ ਕੁਝ ਦਿਖਾਈ ਜਾਓਗੇ, ਜਿਹੜਾ ਕੁਝ ਫੋਨ ਤੇ ਦੱਸੀ ਜਾਓਗੇ, ਸੱਚ ਮੰਨੀ ਜਾਣਗੇ। ਕਿਹੜਾ ਜਾ ਕੇ ਦੇਖਣਾ। ਐਂ ਤਾਂ ਹੈ ਨਹੀਂ ਵੀ ਤੁਸੀਂ ਇੱਥੇ ਜੈਤੋਂ ਪੜ੍ਹਨ ਗਏ ਆ ਵੀ ਬੱਸ ਚੜ੍ਹ ਕੇ ਜਾਂ ਗੱਡੀ ਲੈ ਕੇ ਉੱਡ ਜਾਣਗੇ ਤੁਹਾਡੇ ਮਗਰ। 100 ਤਰ੍ਹਾਂ ਦੀਆਂ ਫਾਰਮੈਲਿਟੀਜ਼ ਨੇ, ਵੀਜ਼ੇ ਲੈਣਗੇ, ਵੀਜ਼ੇ ਅਪਲਾਈ ਕਰਨਗੇ, ਫਿਰ ਕਿਤੇ ਤੁਹਾਨੂੰ ਚੈੱਕ ਕਰਨਾ। ਇਹਨਾਂ ਚੀਜ਼ਾਂ ਨੂੰ ਤੁਸੀਂ ਮਿਸਯੂਜ਼ ਕਰਨਾ ਜਾਂ ਯੂਜ਼ ਕਰਨਾ, ਯੂਟੀਲਾਈਜ਼ ਕਰਨਾ ਜਾਂ ਮਿਸਯੂਜ਼ ਕਰਨਾ, ਇਹ ਹੁਣ ਤੁਹਾਡੇ ਹੱਥ ਆ। ਤੁਸੀਂ ਆਜ਼ਾਦੀ ਮਿਲਣੀ ਆ ਤੁਹਾਨੂੰ। ਆਜ਼ਾਦੀ ਨੂੰ ਚੰਗੇ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ, ਉਹਨੂੰ ਮਾੜੇ ਤਰੀਕੇ ਨਾਲ ਵੀ ਵਰਤਿਆ ਜਾ ਸਕਦਾ। ਬਸ ਆਪਾਂ ਇੰਨਾ ਕੁ ਧਿਆਨ ਰੱਖਣਾ ਵੀ ਆਉਣ ਵਾਲੇ ਦਿਨ ਆ ਜਿਹੜੇ ਤੁਹਾਡੇ ਆਹ 3-4 ਸਾਲਾਂ ਨੇ ਡਿਸਾਈਡ ਕਰ ਦੇਣੇ ਆ ਤੁਹਾਡੀ ਜ਼ਿੰਦਗੀ ਆਉਣ ਵਾਲੀ ਕਿਹੋ ਜਿਹੀ। ਤੁਸੀਂ ਕਰਮ ਵਾਲੇ ਹੋ, ਤੁਸੀਂ ਕਿਸਮਤ ਵਾਲੇ ਹੋ। ਤੁਹਾਡੇ ਮਾਂ ਪਿਓ ਨੇ ਪਤਾ ਨਹੀਂ ਕਿੱਥੋਂ ਪੈਸੇ ਅਰੇਂਜ ਕੀਤੇ ਨੇ। ਇੰਨੀ ਛੋਟੀ ਏਜ ਦੇ ਵਿੱਚ ਤੁਹਾਡੇ ਪੇਰੈਂਟਸ ਨੇ 15-15, 18-18 ਲੱਖ ਰੁਪਈਆ ਤੁਹਾਡੇ ਤੇ ਇਨਵੈਸਟ ਕਰਕੇ ਤੁਹਾਨੂੰ ਭੇਜ ਦੇਣਾ ਵੀ ਜਾਓ, ਚੰਗੀ ਥਾਂ ਤੇ ਜਾ ਕੇ ਰਹੋ, ਚੰਗਾ ਹਵਾ, ਚੰਗੀ ਪਾਣੀ, ਚੰਗਾ ਰਹਿਣ ਸਹਿਣ, ਸਭ ਕੁਛ ਵਧੀਆ। ਤੇ ਹੁਣ ਉਹਨਾਂ ਦਾ ਤੁਸੀਂ ਮੁੱਲ ਕਿਵੇਂ ਮੋੜਨਾ, ਤੁਸੀਂ ਦੇਖਣਾ ਆਪਦੇ ਹਿਸਾਬ ਦੇ। ਇਹ ਤੁਹਾਡੇ ਤੇ ਹੁਣ ਗੱਲ ਆ ਕੇ ਖੜ ਜਾਣਗੀਆਂ। ਆ ਜਿਹੜੇ 2-4 ਮਹੀਨੇ ਨੇ, ਕੰਮ ਸਿੱਖ ਲਓ, ਇੱਥੇ ਕੰਮ ਕਰਿਆ ਕਰੋ, ਟਾਈਮ ਨਾਲ ਉੱਠਿਆ ਕਰੋ, ਆਦਤ ਪਾਓ ਘੱਟ ਸੌਣ ਦੀ, ਵੱਧ ਕੰਮ ਕਰੋ, ਆਦਤ ਪਾਓ। ਕਿਉਂਕਿ ਜੇ ਆਦਤਾਂ ਪੈ ਜਾਣਗੀਆਂ ਹੁਣ ਚੰਗਾ ਹੋ ਜਾਊਗਾ। ਆਪਾਂ ਰੋਬੋਟ ਨਹੀਂ, ਅਸੀਂ ਇਨਸਾਨ ਆ। ਸਾਨੂੰ ਹਰ ਤਰੀਕੇ ਦੀ ਚੀਜ਼ ਨੂੰ ਅਡੈਪਟ ਕਰਨ ਦੇ ਲਈ ਸਮਾਂ ਲੱਗਦਾ। ਪ੍ਰੋਗਰਾਮਿੰਗ ਤਾਂ ਹੋਣੀ ਨਹੀਂ ਵੀ ਕੈਨੇਡਾ ਉਤਰਿਆਂ ਨੂੰ ਪ੍ਰੋਗਰਾਮ ਕਰ ਦਿਓ ਜੀ ਹੁਣ ਤੂੰ 14 ਘੰਟੇ ਕੰਮ ਕਰਨਾ ਆ, ਨਾਲ ਪੜ੍ਹਨਾ ਆ, ਨਾਲ ਰੋਟੀ ਵੀ ਪਕਾਉਣੀ ਆ, ਨਾਲ ਕੱਪੜੇ ਵੀ ਧੋਣੇ ਆ। ਨਹੀਂ, ਆਏ ਨਹੀਂ। ਪਲੀਜ਼ ਮੇਰੀਆਂ ਖਾਸ ਕਰਕੇ ਜਿਹੜੀਆਂ ਮਾਵਾਂ ਆਈਆਂ ਨੇ ਉਹਨਾਂ ਨੂੰ ਮੇਰੀ ਬੇਨਤੀ ਆ, ਉਹਦੇ ਮੁੰਡਿਆਂ ਨੂੰ, ਕੁੜੀਆਂ ਤਾਂ ਫਿਰ ਵਿਚਾਰੀਆਂ ਕਰ ਲੈਂਦੀਆਂ, ਮੁੰਡਿਆਂ ਨੂੰ ਥੋੜ੍ਹਾ ਕੰਮ ਜ਼ਰੂਰ ਸਿਖਾ ਕੇ ਭੇਜ ਦਿਓ ਵੀ
ਵੀ ਕੱਪੜੇ ਕਿਵੇਂ ਧੋਣੇ ਨੇ, ਵਾਸ਼ਿੰਗ ਮਸ਼ੀਨ ਕਿੱਦਾਂ ਯੂਜ਼ ਕਰਦੇ ਹਾਂ ਆਪਾਂ, ਇਹਦੀਆਂ ਚੀਜ਼ਾਂ ਇਹਨਾਂ ਨੂੰ ਸਿਖਾ ਕੇ ਭੇਜੋ, ਕਿਉਂਕਿ ਉੱਥੇ ਜਾ ਕੇ ਬਹੁਤ ਫਿਰ ਪ੍ਰੋਬਲਮ ਕ੍ਰੀਏਟ ਹੋ ਜਾਂਦੀ, ਬਹੁਤ ਜ਼ਿਆਦਾ ਜ਼ਰੂਰੀ ਨੇ ਸਾਡੇ ਲਈ, ਕਿਉਂਕਿ ਉੱਥੇ ਆਪ ਹੀ ਕਰਨਾ ਇਹਨਾਂ ਨੇ ਸਾਰਾ ਕੁਛ। ਇੱਕ ਅੱਧੀ ਸਬਜ਼ੀ ਕੋਈ ਦਾਲ ਜਿਹੜੀ ਈਜ਼ੀਲੀ ਇਹ ਬਣਾ ਲੈਣ, ਉਹ ਜੀ ਜ਼ਰੂਰ ਸਿੱਖ ਕੇ ਜਾਏ, ਕਿਉਂਕਿ ਜਿਹੜਾ ਕੈਨੇਡਾ ਤੁਸੀਂ ਇੰਸਟਾਗ੍ਰਾਮ ਰਾਹੀਂ ਦੇਖਿਆ ਉਹ ਕੈਨੇਡਾ ਸੱਚ ਨਹੀਂ, ਉਹ ਝੂਠ ਆ। ਇੱਕ ਦਿਨ ਪੋਚਵੀਆਂ ਪੱਗਾਂ ਬੰਨ੍ਹ ਕੇ ਮੈਂ ਸਟੈਂਡ ਮੂਹਰੇ ਖੜ ਕੇ ਫੋਟੋ ਪਾਤੀ ਤਾਂ ਤੁਹਾਨੂੰ ਭੇਜਦੀ, ਇੱਕ ਦਿਨ ਹੀ ਸੀ ਉਹ, ਪਤਾ ਨਹੀਂ ਕਿੰਨੇ ਦਿਨਾਂ ਬਾਅਦ ਉਹਨੇ ਪੱਗ ਕੱਢੀ ਹੋਈ। ਮੈਂ ਜਾਂਦਾ ਰਿਹਾ 2 ਸਾਲ ਕੈਨੇਡਾ ਕੰਮ ਕਰਨ, ਟਰੱਕ ਚਲਾਉਂਦਾ ਸੀ, 10 ਪੱਗਾਂ ਲੈ ਕੇ ਜਾਂਦਾ ਸੀ, ਤੈਅ ਮਾਰੀਆਂ ਉਵੇਂ ਟੈਚੀ 'ਚ ਰੱਖ ਕੇ ਲਿਆਉਂਦਾ ਸੀ, ਪਰਨੇ 'ਚੋਂ ਨਹੀਂ ਨਿਕਲਦਾ ਬੰਦਾ ਉੱਥੇ। ਕਾਲਜ ਵਿੱਚ ਪੱਗ ਬੰਨ੍ਹ ਕੇ ਨਹੀਂ ਜਾਂਦਾ, ਪਤਾ ਹੁੰਦਾ ਕਾਲਜ ਤੋਂ ਬਾਅਦ ਸ਼ਿਫਟ ਲਾਉਣ ਜਾਣੀ ਆ, ਕੀ ਕਰਨਾ ਪੱਗ ਬੰਨ੍ਹ ਕੇ। 2 ਪਜਾਮੇ ਨਾਈਕੀ ਦੇ, 2 ਹੁੱਡੀਆਂ ਨਾਈਕੀ ਦੀਆਂ ਕਾਲੀਆਂ ਤੇ ਇੱਕ ਸੇਫਟੀ ਸ਼ੂ, ਇਹ ਜ਼ਿੰਦਗੀ ਦੇ ਸਾਥੀ ਨੇ ਤੁਹਾਡੇ ਉੱਥੇ। ਤੇ ਜਿਹੜਾ ਇਹਨਾਂ ਨੂੰ ਆਪਦੇ ਸਾਥੀ ਬਣਾ ਲੈਂਦਾ, ਆਉਂਦੇ 3 ਸਾਲ 4 ਸਾਲ, ਉਹਨੂੰ ਫਿਰ ਲਾਈਫ ਦੇ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਣਾ ਪੈਂਦਾ। ਜਿਹੜਾ ਹੁਣੇ ਜਾ ਕੇ ਉੱਥੇ ਦਿਲਜੀਤ ਬਣਨ ਲੱਗ ਜੂਗਾ ਨਾ, ਵੀ ਮੈਂ ਬਲੈਂਸੀਆਗਾ ਪਾਉਣਾ ਤੇ ਮੈਂ ਗੁੱਚੀ ਪਾਉਣਾ ਤੇ ਮੈਂ ਫਲਾਨਾ ਤੇ ਮੈਂ ਧਿਆਉਂਗਾ, ਫਿਰ ਆਹੀ ਪਾਉਂਗੇ 2-4 ਸਾਲ, ਮੁੜ ਕੇ ਨਹੀਂ ਪੈਂਦੇ। ਇਸ ਲਈ ਸਿਆਣੇ ਬਣਨਾ ਪੈਣਾ ਹੁਣ ਤੁਹਾਨੂੰ ਬਹੁਤ। ਹੁਣ ਤੁਸੀਂ ਇੱਕੋ ਦਮ ਉਹ ਪ੍ਰੋਟੈਕਸ਼ਨ ਜ਼ੋਨ ਚੋਂ, ਜਿਹੜਾ ਪ੍ਰੋਟੈਕਟਡ ਜ਼ੋਨ ਸੀ ਨਾ ਤੁਹਾਡੇ ਪੇਰੈਂਟਸ ਦੁਆਰਾ, ਉਹਦੇ ਚੋਂ ਨਿਕਲ ਜਾਣਾ ਇੱਕੋ ਦਮ। ਤੁਸੀਂ ਇੱਕਦਮ ਸਾਰੀ ਲਾਈਫ ਤੁਹਾਡੇ ਆਪਦੇ ਤੇ ਹੀ ਡਿਪੈਂਡ ਹੋ ਜਾਣੀ ਆ। ਤੁਸੀਂ ਹੀ ਆਪਦੇ ਫਾਈਨੈਂਸ਼ੀਅਲ ਸਟੇਟਸ ਨੂੰ ਮੈਨੇਜ ਕਰਨਾ, ਆਪਦੇ ਸਟੂਡੈਂਟ ਸਟੇਟਸ ਨੂੰ ਮੈਨੇਜ ਕਰਨਾ, ਇਮੀਗ੍ਰੇਸ਼ਨ ਸਟੇਟਸ ਨੂੰ ਮੈਨੇਜ ਕਰਨਾ, ਈਵਨ ਤੁਸੀਂ ਆਪਦੇ ਫਾਈਨਾਂਸ ਵੀ ਹੁਣ ਆਪ ਮੈਨੇਜ ਕਰਨੇ ਆ, ਵੀ ਗਰੋਸਰੀ ਦਾ ਕਿੰਨਾ ਖਰਚਾ ਮੇਰਾ ਮਹੀਨੇ ਦਾ, ਮੇਰੇ ਰੈਂਟ ਕਿੰਨਾ ਨਿਕਲਣਾ, ਮੇਰੀ ਟਰਾਂਸਪੋਰਟੇਸ਼ਨ ਕਿੰਨੀ ਨਿਕਲਣੀ ਆ, ਕੀ ਮੈਂ ਅਗਲੀਆਂ ਫੀਸਾਂ ਲਈ ਆਪਦੇ ਬੇਬੇ ਬਾਪੂ ਨੂੰ ਤੰਗ ਤਾਂ ਨਹੀਂ ਕਰੂ। ਜੇ ਮੈਂ ਕੱਢ ਸਕਦਾ, ਬੂਟ ਪਾਉਣ ਨਾਲੋਂ, ਮਹਿੰਗੇ ਬੂਟ ਪਾਉਣ ਨਾਲੋਂ ਜ਼ਿਆਦਾ ਜ਼ਰੂਰੀ ਆ ਆਪਦੇ ਬੇਬੇ ਬਾਪੂ ਦਾ ਭਾਰ ਘਟਾਉਣਾ, ਠੀਕ ਹੈ ਨਾ। ਜੇ ਇੱਧਰ ਆਪਾਂ ਬਾਪੂ ਦੇ ਹੱਥੋਂ ਚੜਾ ਦਈਏ ਵੀ ਸਾਨੂੰ ਅਗਲੀ ਫੀਸ ਭੇਜ, ਤੇ ਮੁੰਡਾ ਉੱਥੇ ਗੁੱਚੀ ਪਾ ਕੇ ਫਿਰੇ, ਫਿਰ ਕੱਢੀ ਸਿਆਣਪ ਵਾਲੀ ਗੱਲ ਆ, ਤੁਰ ਫਿਟੇ ਮੂੰਹ ਆ ਸਾਡੇ। ਜੇ ਆਪਦੇ ਅਸੀਂ ਪਿਓ ਨੂੰ ਹੀ ਰੋਲ ਲਿਆ, ਕੰਮ ਕਰੋ ਯਾਰ, ਸਮਾਂ ਬਹੁਤ ਲਾਈਫ ਪਈ ਆ, ਸਾਰੀ ਜ਼ਿੰਦਗੀ ਤੁਸੀਂ ਬ੍ਰਾਂਡ ਪਾਉਣਾ ਹੈ, ਸਾਰੀ ਜ਼ਿੰਦਗੀ ਤੁਸੀਂ ਚੰਗੀਆਂ ਗੱਡੀਆਂ ਚਲਾਉਣੀਆਂ ਨੇ। 4-5 ਸਾਲ ਜਿਹੜਾ ਬੰਦਾ ਮਿਹਨਤ ਕਰ ਲੈਂਦਾ ਨਾ, ਉਹ ਜ਼ਿੰਦਗੀ 'ਚ ਕੁਛ ਬਣ ਜਾਂਦਾ, ਚੇਂਜਸ ਆ ਜਾਂਦੀਆਂ ਨੇ ਤੁਹਾਡੇ ਲਾਈਫ ਦੇ ਵਿੱਚ। ਤੁਸੀਂ ਇੱਕ ਡਿਫਰੈਂਟ ਜ਼ੋਨ ਸੈੱਟ ਕਰ ਲੈਂਦੇ ਹੋ ਆਪਦਾ, ਤਾਂ ਹੀ ਸਿਰਫ 3-4% ਲੋਕ ਹੀ ਸਕਸੈਸਫੁਲ ਹੁੰਦੇ ਨੇ, ਬਾਕੀ ਸਾਰੇ ਆਰਡੀਨਰੀ ਘੁੰਮਦੇ ਨੇ। ਬਹਾਨਾ ਕੋਈ ਨਹੀਂ ਹੈ, ਬਹਾਨਾ ਕੋਈ ਨਹੀਂ ਹੈ ਵੀ ਮੈਂ ਮਾੜੇ ਘਰੋਂ ਉੱਠਿਆ, ਮੈਂ ਨੋਰਮਲ, ਮੇਰਾ ਪਰਿਵਾਰ ਸੀ ਦੱਸਣ ਦਾ, ਬਲਾ ਬਲਾ ਬਲਾ, ਨਹੀਂ। ਮਾੜਾ ਟਾਈਮ ਹੀ ਚੰਗੇ ਲੋਕਾਂ ਨੂੰ ਕ੍ਰੀਏਟ ਕਰਦਾ, ਚੰਗੇ ਲੋਕ ਪੈਦਾ ਕਰਦਾ। ਮਾੜਾ ਟਾਈਮ, ਜਿਹੜੇ ਇਨਸਾਨ ਨੇ ਮਾੜਾ ਟਾਈਮ ਹੰਢਾ ਲਿਆ, ਉਹੀ ਫਿਰ ਚੰਗਾ ਟਾਈਮ ਲੈ ਕੇ ਆਊਗਾ। ਇਸ ਲਈ ਆਪਾਂ ਸਮਝਣਾ, ਸਾਰਿਆਂ ਨੂੰ, ਆਪਾਂ ਨੂੰ ਆਪਦੇ ਘਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਪਤਾ, ਆਪਾਂ ਨੂੰ ਸਾਰਿਆਂ ਨੂੰ ਪਤਾ। ਆਪਣੇ ਕਿਸੇ ਵੀ ਮਾਂ ਪਿਓ ਕੋਲੇ, ਮੇਰੇ ਮਾਂ ਪਿਓ ਕੋਲੇ ਅੱਜ ਨਹੀਂ ਹੈ, ਜੇ ਮੈਂ ਤੁਹਾਨੂੰ ਕਹਿੰਦਾ ਯਾਰ ਮੈਨੂੰ 20 ਲੱਖ ਰੁਪਇਆ ਇਕੱਠਾ ਦੇ ਦਿਓ, ਇੱਕ ਝਟਕੇ 'ਚ ਐਂ 20 ਲੱਖ ਰੁਪਇਆ ਲੱਗਿਆ ਤੁਹਾਡੇ ਤੇ ਇਹ ਤੁਹਾਨੂੰ ਉਦੋਂ ਪਤਾ ਲੱਗਣਾ ਵਾ 20 ਲੱਖ ਰੁਪਏ ਦਾ ਮਤਲਬ ਹੈਗਾ ਵਾ $40,000। ਉਦੋਂ ਮੈਨੂੰ ਫੋਨ ਕਰਕੇ ਦੱਸੋ ਵੀ ਸਰ ਆ $40,000 ਜੋੜਤਾ ਜੀ ਅਸੀਂ, ਜਿੱਦਣ ਜੋੜ ਲਿਆ ਤੁਸੀਂ। ਉਦੋਂ ਆਪਦੇ ਬੇਬੇ ਬਾਪੂ ਨੂੰ ਵੀ ਫੋਨ ਕਰਕੇ ਵਧਾਈਆਂ ਦਿਓ ਵੀ ਆ $40,000 ਦਾ। ਜੁੜਦਾ ਨਹੀਂ $40,000 ਜ਼ਿਆਦਾ, ਨੱਕ ਨਾਲ ਲਕੀਰਾਂ ਨਿਕਲ ਜਾਂਦੀਆਂ। ਇਹ ਬੇਬੇ ਬਾਪੂ ਹੀ ਆ ਸਾਡੇ, ਜਿਨ੍ਹਾਂ ਨੇ 1 ਮਿੰਟ ਨਹੀਂ ਸੋਚਿਆ ਤੇ ਤੁਹਾਡੇ ਤੇ ਲਾ ਕੇ ਤੁਹਾਨੂੰ ਨਾ ਤੋੜ ਦੇਣਾ। ਇਸ ਲਈ ਪਲੀਜ਼ ਆਪਣੀ ਸਿਹਤ ਦਾ ਧਿਆਨ ਰੱਖੋ, ਬਹੁਤ ਜ਼ਰੂਰੀ ਚੀਜ਼ ਹੈ। ਚੰਗਾ ਖਾਓ, ਚੰਗੀਆਂ ਚੀਜ਼ਾਂ ਖਾਓ। ਜੇ ਥੋੜੇ ਬਹੁਤੇ ਪੈਸੇ ਖਰਚਣੇ ਵੀ ਆਪਣੀ ਸਿਹਤ ਤੇ ਖਰਚੋ, ਐਕਸਰਸਾਈਜ਼ ਕਰੋ ਥੋੜੀ ਬਹੁਤ, ਆਪਦੀ ਲਾਈਫ ਨੂੰ ਡਿਸਿਪਲਿਨ ਰੱਖੋ, ਪਾਠ ਨੂੰ ਜ਼ਰੂਰ ਆਪਦਾ ਹਿੱਸਾ ਬਣਾਓ, ਬਾਣੀ ਪੜ੍ਹੋ। ਜਿਹੜੇ ਬੱਚਿਆਂ ਨੇ ਐਟਲੀਸਟ ਜਪਜੀ ਸਾਹਿਬ ਦਾ ਜ਼ਰੂਰ ਸਿੱਖ ਕੇ ਜਾਓ ਨਾ ਯਾਰ ਇੱਥੋਂ। ਜਿਹੜੇ ਬੱਚੇ, ਤੁਸੀਂ ਡਸਨਟ ਮੈਟਰ ਤੁਸੀਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ, ਹਿੰਦੂ, ਮੁਸਲਿਮ, ਈਸਾਈ, ਜਪਜੀ ਸਾਹਿਬ ਦੀ ਸੰਥਿਆ ਜ਼ਰੂਰ ਲੈ ਕੇ ਜਾਓ। ਸ਼ੁੱਧ ਉਚਾਰਨ ਕਿਵੇਂ ਆ, 12-13 ਮਿੰਟ 14 ਮਿੰਟ ਲੱਗਣੇ ਨੇ। ਇਹਨੂੰ ਆਪਦੀ ਜ਼ਿੰਦਗੀ ਦਾ ਰੂਟੀਨ ਬਣਾ ਲਿਓ। ਇਹੀ ਆ ਸਾਥ, ਬਾਕੀ ਉੱਥੇ ਕੋਈ ਸਾਥ ਨਹੀਂ। ਮੈਂ ਤੁਹਾਡੇ ਨਾਲ ਤਾਂ ਗੱਲਾਂ ਕਰ ਰਿਹਾ, ਮੈਂ ਸਾਰੀਆਂ ਚੀਜ਼ਾਂ ਤੋਂ ਲੰਘ ਕੇ ਆਇਆ ਉੱਥੋਂ। ਨਾ ਅੰਕਲ ਆਂਟੀ ਚਾਚਾ ਤਾਇਆ, ਮੇਰੇ 80% ਫੈਮਿਲੀ ਉੱਥੇ ਸੀ। ਫਿਰ ਬੱਚੇ ਕਹਿੰਦੇ ਸਾਡੇ ਅਸੀਂ ਡਿਪਰੈਸ਼ਨ ਚਲੇ ਗਏ, ਐਂਜ਼ਾਈਟੀ ਚਲੇ ਗਏ। ਜਾਣਾ ਹੀ ਆ, ਸਾਰਾ ਦਿਨ ਇੰਸਟਾਗ੍ਰਾਮ ਦੇਖਣਾ, ਕੰਮ ਦਾ ਬੋਝ ਆ, ਪੜ੍ਹਾਈ ਦਾ ਬੋਝ ਆ, ਬਾਣੀ ਨੂੰ ਕਦੇ ਅਸੀਂ ਪੜ੍ਹ ਕੇ ਨਹੀਂ ਦੇਖਣਾ, ਸੁਣਨਾ ਨਹੀਂ।
ਜਪਜੀ ਸਾਹਿਬ ਸਿਰਫ 12-15 ਮਿੰਟ ਜਦੋਂ ਤੁਸੀਂ ਤੁਰ ਕੇ ਬੱਸ ਤੱਕ ਜਾ ਰਹੇ ਹੋ, ਬੱਸ 'ਚ ਬਹਿ ਕੇ ਕੰਮ ਤੱਕ ਜਾ ਰਹੇ ਹੋ, ਉਹਨੇ ਵਿੱਚ ਡਨ ਹੋ ਜਾਊਗਾ। ਨਹੀਂ ਪੜ੍ਹ ਸਕਦੇ, ਸੁਣ ਲਓ, ਆਈਟਿਊਨ, ਸਪੋਟੀਫਾਈ, YouTube ਸਾਰੇ ਕਿਤੇ ਪਿਆ, ਸ਼ੁੱਧ ਚਰਨ ਪਿਆ, 12-13 ਮਿੰਟ 'ਚ ਭਾਈ ਸਾਹਿਬ ਸਮਾਪਤੀ ਕਰ ਦਿੰਦੇ ਆ। ਇੱਕ ਬੁਲਟ ਪ੍ਰੂਫ ਕਵਚ ਤੁਹਾਡੇ ਔਰੇ ਦੇ ਆਸੇ-ਪਾਸੇ ਬਣ ਜਾਂਦਾ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਘਰੋਂ ਨਿਕਲਦੇ। ਟਰਸਟ ਮੀ, ਇਹ ਚੀਜ਼ਾਂ ਮੈਂ ਆਪਦੀ ਲਾਈਫ ਤੇ ਹੰਢਾਈਆਂ ਨੇ। ਕੋਈ ਚੀਜ਼ ਨਹੀਂ ਉੱਥੇ ਸਹਾਰਾ, ਫਿਰ ਆਖਰੀ ਸਹਾਰਾ ਮਹਾਰਾਜ ਹੀ ਆ ਉੱਥੇ। ਜਿਹੜੇ ਆਉਣੇ 4-3-4 ਸਾਲ ਨੇ, ਇਹ ਸਟਰਗਲ ਆ ਬਹੁਤ ਭੈੜੀ। ਮਾਂ ਪਿਓ ਤੋਂ ਦੂਰ, ਭੈਣਾਂ ਭਾਈਆਂ ਤੋਂ ਦੂਰ, ਮਤਲਬੀ ਦੁਨੀਆ, ਹਰ ਕੋਈ ਆਪਦਾ ਫਾਇਦਾ ਸੋਚ ਰਿਹਾ, ਤੁਹਾਡੇ ਬਾਰੇ ਕਿਸੇ ਨੂੰ ਕੁਛ ਨਹੀਂ ਪਈ। ਠੰਡ ਲੱਗੀ ਆ, ਬੁਖਾਰ ਵੀ ਚੜਿਆ ਹੋਇਆ, ਘਰ 'ਚ ਇਕੱਲੇ ਪਏ ਆ ਤੁਸੀਂ, ਬਾਕੀ ਸਾਰੇ ਕੰਮਾਂ 'ਤੇ ਗਏ ਹੋਏ ਆ, ਨਾਲ ਦੇ ਦੋਸਤ ਫਰੈਂਡਸ। ਉਦੋਂ ਫਿਰ ਕੌਣ ਸਹਾਰਾ? ਮਾਲਕੀ ਸਹਾਰਾ ਮਹਾਰਾਜ। ਇਹਨਾਂ ਗੱਲਾਂ ਨੂੰ ਆਪਦੇ ਪੱਲੇ ਬੰਨ੍ਹ ਕੇ ਜਾਇਓ। ਮੈਨੂੰ ਪਤਾ ਇਹ ਗੱਲਾਂ ਤੁਹਾਡੇ ਪੇਰੈਂਟਸ ਤੁਹਾਨੂੰ ਸ਼ੁਰੂ ਤੋਂ ਸਿਖਾਉਂਦੇ ਆਏ ਆ, ਮੈਨੂੰ ਨਹੀਂ ਪਤਾ ਕਿੰਨਾ ਕੁ ਅਸਰ ਹੋਊਗਾ, ਪਰ ਜੇ ਕਦੇ ਜਾਣੇ 'ਤੇ ਵੀ ਅਸਰ ਹੋ ਜਾਂਦਾ ਤਾਂ ਬੋਲਿਆ ਸਫਲਾ। ਪਰ ਇੰਨੀ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਕਦੇ ਨਾ ਕਦੇ ਜਦੋਂ ਇੱਕ ਲੰਮਾ ਸਮਾਂ ਅਸੀਂ ਆਪਦਾ ਖਰਾਬ ਕਰ ਲੈਂਦੇ ਹਾਂ, ਫਿਰ ਸਾਨੂੰ ਕਦੇ ਨਾ ਕਦੇ ਚੇਤੇ ਜ਼ਰੂਰ ਆਉਂਦਾ ਕਿ ਅਸੀਂ ਸ਼ਾਇਦ ਉਹ ਚੀਜ਼ਾਂ ਸਿੱਖ ਲੈਂਦੇ ਤਾਂ ਆਉਣ ਵਾਲੀ ਲਾਈਫ ਚੰਗੀ ਹੁੰਦੀ। ਥੈਂਕ ਯੂ ਵੈਰੀ ਮਚ। ਕਾਫੀ ਗੱਲਾਂ ਆਪਾਂ ਅੱਜ ਕਰਨੀਆਂ ਨੇ, ਜਿਹਦੇ ਵਿੱਚ ਤੁਹਾਡਾ ਆਉਣ ਵਾਲਾ 3-4 ਸਾਲ ਦਾ ਸਫ਼ਰ ਜਿਹੜਾ ਹੈਗਾ ਵਾ ਤੁਸੀਂ ਤੈਅ ਕਰਨਾ। ਉਹਦੇ 'ਚ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਊਗਾ, ਕਿੱਦਾਂ ਦੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ, ਜਿਵੇਂ ਤੁਸੀਂ ਆਪਣੀਆਂ ਕਲਾਸਿਸ ਦੀ ਡਿਸਕਸ਼ਨ ਕਰਨੀਆਂ ਨੇ, ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਅੱਜ ਪ੍ਰੈਜੈਂਟੇਸ਼ਨ ਦੇ ਵਿੱਚ ਸ਼ੋਅ ਕਰਾਂਗੇ। ਸੋ ਇਹਦੇ ਵਿੱਚ ਪਹਿਲੇ ਨੰਬਰ 'ਤੇ ਤਾਂ ਇਹ ਹੈ ਕਿ ਮੈਕਰੋ ਗਲੋਬਲ ਇੱਕ ਇੱਦਾਂ ਦੀ ਫਰਮ ਆ ਜਿਹੜੀ ਤੁਹਾਨੂੰ ਸਟੂਡੈਂਟ ਵੀਜ਼ਾ ਤੋਂ ਲੈ ਕੇ ਤੁਹਾਡੇ PR ਤੱਕ ਦਾ ਸਫ਼ਰ ਜਿੰਨਾ ਵੀ ਤੁਸੀਂ ਤੈਅ ਕਰਦੇ ਹੋ, ਉਹਦੇ ਵਿੱਚ ਅਸੀਂ ਤੁਹਾਨੂੰ ਹਰੇਕ ਜਗ੍ਹਾ ਦੇ ਉੱਪਰ ਹੈਲਪ ਕਰ ਸਕਦੇ ਹਾਂ। ਸੋ ਅੱਜ ਆਪਾਂ ਇਹ ਸੈਸ਼ਨ 'ਚ ਸਾਰੀਆਂ ਸਰਵਿਸਿਸ ਜੋ ਤੁਸੀਂ ਅੱਗੇ ਫਿਊਚਰ 'ਚ ਜਾ ਕੇ ਲੈਣੀਆਂ ਨੇ ਉਹਨਾਂ ਬਾਰੇ ਵੀ ਡਿਸਕਸ਼ਨ ਕਰਾਂਗੇ। ਸੋ ਫਸਟ ਆਫ ਆਲ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਜਿਹੜਾ ਸੈਸ਼ਨ, ਕਿ ਜੋ ਤੁਸੀਂ ਪਹਿਲਾ ਸਟੈਪ ਹੁੰਦਾ ਤੁਹਾਡਾ ਕਲਾਸਿਸ ਦੀ ਰਜਿਸਟ੍ਰੇਸ਼ਨ। ਸੋ ਫਸਟ ਆਫ ਆਲ ਕਲਾਸਿਸ ਰਜਿਸਟਰ ਕਰਨੀਆਂ ਤੁਸੀਂ ਜਦੋਂ ਕੋਈ ਵੀ ਸਟੂਡੈਂਟ ਦਾ ਵੀਜ਼ਾ ਆ ਜਾਂਦਾ, ਤਾਂ ਜਦੋਂ ਤੁਸੀਂ ਸੈਸ਼ਨ ਸਟਾਰਟ ਕਰਨਾ ਹੁੰਦਾ ਤਾਂ ਤੁਹਾਡੇ ਕਾਲਜ ਦੇ ਵਿੱਚ ਤੁਹਾਨੂੰ ਐਨਰੋਲ ਕਰਨਾ ਪੈਂਦਾ। ਉਹਦੇ ਲਈ ਜਿਹੜੀਆਂ ਤੁਹਾਨੂੰ ਕੁਝ ਈਮੇਲ ਆਈਡੀਜ਼ ਸਾਡੇ ਵੱਲੋਂ ਹੈਂਡ ਓਵਰ ਕੀਤੀਆਂ ਗਈਆਂ ਹੋਣਗੀਆਂ, ਈਮੇਲ ਆਈਡੀ ਐਂਡ ਪਾਸਵਰਡਸ, ਉਹ ਈਮੇਲਸ ਨੂੰ ਰੈਗੂਲਰ ਬੇਸਿਸ 'ਤੇ ਚੈੱਕ ਕਰਨਾ ਸਟਾਰਟ ਕਰੋ, ਕਿਉਂਕਿ ਉਹਦੇ ਬਾਰੇ ਨੌਲੇਜ ਹੋਣੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ। ਨਹੀਂ ਤਾਂ ਸਾਡੇ ਕੋਲ ਆਮ ਹੀ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਈਮੇਲਸ ਅਪਡੇਟ ਨਹੀਂ ਕਰਨੀਆਂ ਆਉਂਦੀਆਂ ਕਈ ਵਾਰੀ, ਕਿਉਂਕਿ ਤੁਹਾਡੇ ਕੋਲ ਕਾਫੀ 3-4 ਮਹੀਨੇ ਦਾ ਸਮਾਂ ਹੈਗਾ ਹਜੇ, ਤੁਸੀਂ ਇਹ ਚੀਜ਼ਾਂ ਸਿੱਖ ਸਕਦੇ ਆ ਬੜੇ ਈਜ਼ੀਲੀ। ਅਤੇ ਈਮੇਲਸ ਨੂੰ ਆਪਣੇ ਰੈਗੂਲਰ ਬੇਸਿਸ ਦੇ ਉੱਪਰ ਚੈੱਕ ਕਰਨਾ ਸਟਾਰਟ ਕਰੋ, ਕਿਉਂਕਿ ਤੁਹਾਨੂੰ ਫਸਟ ਆਫ ਆਲ ਈਮੇਲ ਹੀ ਆਉਣੀ ਆ ਜਦੋਂ ਤੁਹਾਡੀ ਕਲਾਸਿਸ ਦੀ ਰਜਿਸਟ੍ਰੇਸ਼ਨ ਸਟਾਰਟ ਹੋ ਜਾਏਗੀ। ਐਂਡ ਹਰੇਕ ਕਾਲਜ ਦਾ ਇੱਕ ਆਪਣਾ ਟਾਈਮ ਪੀਰੀਅਡ ਆ। ਕਈ ਕਾਲਜ ਤੁਹਾਨੂੰ ਔਨ ਦਾ ਸਪੌਟ ਹੀ ਰਜਿਸਟ੍ਰੇਸ਼ਨ ਕਰਵਾਉਂਦੇ ਆ, ਕਈ ਕਾਲਜ ਤੁਹਾਨੂੰ ਆਲਮੋਸਟ 1 ਤੋਂ 2 ਮਹੀਨੇ ਪਹਿਲਾਂ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਸਟਾਰਟ ਕਰ ਦਿੰਦੇ ਆ। ਐਂਡ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਉਂਕਿ ਜੇ ਤੁਸੀਂ ਰਜਿਸਟ੍ਰੇਸ਼ਨ ਮਿਸ ਕਰ ਜਾਂਦੇ ਆ, ਤੁਹਾਡਾ ਕਾਲਜ ਫੁੱਲ ਹੋ ਜਾਂਦਾ, ਇਨ ਕੇਸ ਤਾਂ ਤੁਹਾਡਾ ਜਿਹੜਾ ਇਨਟੇਕ ਆ ਉਹ ਡੈਫਰ ਹੋ ਕੇ ਨੈਕਸਟ ਅਵੇਲੇਬਲ ਇਨਟੇਕ ਦੇ ਵਿੱਚ ਜਾਊਗਾ। ਜਿਸ ਕਰਕੇ ਕਈ ਬੱਚਿਆਂ ਦੇ ਇਨਟੇਕ ਮਿਸ ਹੋਣ ਕਰਕੇ ਹੀ ਜਨਵਰੀ ਤੋਂ ਮਈ ਇਨਟੇਕ ਲਈ ਉਹਨਾਂ ਨੂੰ ਜਾਣਾ ਪੈਂਦਾ, ਉਹਨਾਂ ਦੇ 4 ਮਹੀਨੇ ਦਾ ਜਿਹੜਾ ਸਮਾਂ ਉਹ ਵੇਸਟ ਹੋ ਜਾਂਦਾ। ਸੋ ਕਾਲਜ ਤੁਹਾਨੂੰ ਈਮੇਲ ਸੈਂਡ ਕਰੂਗਾ, ਉਹਦੇ ਵਿੱਚ ਕਾਫੀ ਇੰਸਟਰਕਸ਼ਨਸ ਤੁਹਾਨੂੰ ਹੁੰਦੀਆਂ ਨੇ, ਜਿਹਦੇ ਵਿੱਚ ਤੁਸੀਂ ਆਪਣਾ ਕੋਰਸ ਸਹੀ ਚੂਜ਼ ਕਰਨਾ ਹੁੰਦਾ। ਫਸਟ ਆਫ ਆਲ ਜੋ ਵੀ ਤੁਸੀਂ ਸਬਜੈਕਟ ਪੜ੍ਹਨੇ ਆ ਉਹਦੀ ਡਿਟੇਲ ਆਊਗੀ ਤੁਹਾਨੂੰ, ਉਹੀ ਤੁਸੀਂ ਸਬਜੈਕਟ ਆਪਣੇ ਸਿਲੈਕਟ ਕਰਨੇ ਆ। ਇਨ ਕੇਸ ਤੁਹਾਨੂੰ ਕਦੇ ਵੀ ਪ੍ਰੋਬਲਮ ਆਉਂਦੀ ਆ, ਵੈਸੇ ਤਾਂ ਉਹਦੇ ਵਿੱਚ ਸਾਰੀ ਗਾਈਡ ਹੁੰਦੀ ਆ, ਵੀਡੀਓ ਗਾਈਡ ਐਂਡ PDF ਦੇ ਵਿੱਚ ਤੁਹਾਨੂੰ ਪ੍ਰੋਪਰਲੀ ਦੱਸਿਆ ਜਾਂਦਾ ਕਿਵੇਂ ਰਜਿਸਟ੍ਰੇਸ਼ਨ ਕਰਨੀ ਹੈ। ਬਟ ਇਨ ਕੇਸ ਤੁਹਾਨੂੰ ਕਦੇ ਵੀ ਲੱਗਦਾ ਕਿ ਤੁਹਾਨੂੰ ਉਹ ਚੀਜ਼ ਨਹੀਂ ਸਮਝ ਲੱਗ ਰਹੀ, ਤਾਂ ਮੈਕਰੋ ਗਲੋਬਲ ਦੀ ਤੁਸੀਂ ਹੈਲਪ ਲੈ ਸਕਦੇ ਆ, ਤੁਹਾਡੇ ਕਾਉਂਸਲਰ ਨੂੰ ਤੁਸੀਂ ਕੰਟੈਕਟ ਕਰ ਸਕਦੇ ਆ, ਅਸੀਂ ਵੀ ਤੁਹਾਡੀ ਉਸ ਪ੍ਰੋਸੈਸ ਦੇ ਵਿੱਚ ਹੈਲਪ ਕਰ ਸਕਦੇ ਹਾਂ। ਇਹਦੇ ਵਿੱਚ ਜਿਹੜਾ ਕ੍ਰੈਡਿਟ ਸਿਸਟਮ ਹੁੰਦਾ, ਕ੍ਰੈਡਿਟ ਸਿਸਟਮ ਆਈ ਥਿੰਕ ਸਾਰਿਆਂ ਲਈ ਨਵਾਂ ਹੋਊਗਾ, ਕਿਉਂਕਿ ਇੰਡੀਆ ਦੇ ਵਿੱਚ ਆਪਣੇ ਸਬਜੈਕਟ ਵਾਈਜ਼ ਹੀ ਚੱਲਦਾ, ਬਟ ਕੈਨੇਡਾ ਦੇ ਵਿੱਚ ਕ੍ਰੈਡਿਟਸ ਦੇ ਅਕੋਰਡਿੰਗ ਤੁਹਾਡੇ ਕੋਰਸ ਕੰਪਲੀਟ ਹੁੰਦੇ ਆ। ਮਿਨੀਮਮ ਕ੍ਰੈਡਿਟ ਜਿਹੜੀ ਲਿਮਿਟ ਹੁੰਦੀ ਹੈ 90 ਹੁੰਦੀ ਹੈ, ਜਿਸ ਕੇ 3 ਸਬਜੈਕਟ ਮਿਨੀਮਮ ਤੁਸੀਂ ਪੜ੍ਹਨੇ ਹੁੰਦੇ ਆ ਜਾ ਕੇ। ਬਟ ਜ਼ਿਆਦਾਤਰ ਜਿਹੜੇ ਸਟਾਰਟਿੰਗ ਵਾਲੇ ਇਨਟੇਕ ਹੁੰਦੇ ਆ ਉਹਦੇ ਵਿੱਚ ਆਪਾਂ ਘੱਟੋ ਘੱਟ 5 ਸਬਜੈਕਟ ਦੀ ਜਿਹੜੀ ਕਲਾਸ ਲੈਂਦੇ ਆ, ਕਿਉਂਕਿ ਜਿਹੜੇ 2 ਸਾਲ ਦਾ ਡਿਪਲੋਮਾ ਕਰਨ ਚੱਲੇ ਆ ਸਟੂਡੈਂਟ ਜਿੰਨੇ ਵੀ, ਉਹਨਾਂ ਨੇ 60 ਕ੍ਰੈਡਿਟ ਟੋਟਲ ਪੂਰੇ ਕਰਨੇ ਆ 2 ਇਅਰਸ ਦੇ ਵਿੱਚ। ਇਨ ਕੇਸ ਤੁਸੀਂ ਉਹ 4 ਸਮੈਸਟਰ 'ਚ ਨਹੀਂ ਕੰਪਲੀਟ ਕਰਦੇ ਤਾਂ ਤੁਹਾਡਾ ਸਮੈਸਟਰ ਇੱਕ ਜ਼ਿਆਦਾ ਐਕਸਟਰਾ ਲੱਗੂਗਾ, ਇਸ ਕੇ ਤੁਹਾਨੂੰ 2 ਸਾਲ ਤੋਂ ਜ਼ਿਆਦਾ ਪੜ੍ਹਨਾ ਪਊਗਾ। ਅਤੇ ਕਈ ਸਟੂਡੈਂਟ ਇਸ ਜਿਹੜੇ ਕ੍ਰੈਡਿਟਸ ਹੁੰਦੇ ਆ ਉਹ 5 ਦੀ ਜਗ੍ਹਾ 'ਤੇ 5 ਸਬਜੈਕਟ ਦੀ ਜਗ੍ਹਾ 'ਤੇ 6 ਵੀ ਲੈ ਲੈਂਦੇ ਆ, ਐਂਡ ਉਹਦੇ ਨਾਲ ਤੁਹਾਡੇ ਜਿਹੜੇ ਕ੍ਰੈਡਿਟਸ ਆ ਉਹ ਜਲਦੀ ਪੂਰੇ ਹੋ ਜਾਂਦੇ ਆ।
ਸੋ ਕ੍ਰੈਡਿਟਸ ਦਾ ਧਿਆਨ ਰੱਖਣਾ ਕਿ ਜੇ 1 ਸਾਲ ਪੜ੍ਹਨ ਚੱਲੇ ਤਾਂ 30 ਆ, ਜਿਨ੍ਹਾਂ ਦਾ 2 ਸਾਲ ਦਾ ਪ੍ਰੋਗਰਾਮ ਆ, 2 ਸਾਲ ਦਾ ਡਿਪਲੋਮਾ ਕੋਈ ਵੀ, ਉਹ 60 ਕ੍ਰੈਡਿਟਸ ਪੂਰੇ ਕਰਦੇ ਆ। ਐਂਡ ਜਿਨ੍ਹਾਂ ਕੋਲ ਡਿਗਰੀ ਹੁੰਦੀ ਆ ਉਹ 2.5 ਸਾਲ ਤੋਂ ਲੈ ਕੇ 4 ਸਾਲ ਤੱਕ ਦੀ ਹੋ ਸਕਦੀ ਆ, ਉਹਦੇ ਵਿੱਚ ਆਪਾਂ 120 ਕ੍ਰੈਡਿਟਸ ਜਿਹੜੇ ਕੰਪਲੀਟ ਕਰਦੇ ਆ। ਐਂਡ ਉਸ ਅਕੋਰਡਿੰਗਲੀ ਤੁਹਾਨੂੰ ਜਿਹੜਾ ਡਿਪਲੋਮਾ ਜਾਂ ਡਿਗਰੀ ਤੁਹਾਨੂੰ ਇਸ਼ੂ ਕੀਤੀ ਜਾਂਦੀ ਹੈ। ਐਂਡ ਜਦੋਂ ਹੀ ਤੁਹਾਡਾ ਜਿਹੜੇ ਕ੍ਰੈਡਿਟਸ ਆਪਾਂ ਸਿਲੈਕਟ ਕਰਨੇ ਆ, ਜਦੋਂ ਹੀ ਤੁਹਾਨੂੰ ਈਮੇਲਸ ਆਉਂਦੀਆਂ ਨਾ, ਟਰਾਈ ਕਰੋ ਕਿ ਐਜ਼ ਸੂਨ ਐਜ਼ ਪੋਸੀਬਲ ਕਲਾਸਿਸ ਨੂੰ ਪਿਕ ਕਰੋ। ਸਪੈਸ਼ਲੀ ਜਿੱਦਾਂ KPU ਦੇ ਵਿੱਚ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੁੰਦੀ ਹੈ। KPU ਦੇ ਵਿੱਚ ਬਹੁਤ ਬੱਚਿਆਂ ਨੂੰ ਕ੍ਰੈਡਿਟਸ ਨਹੀਂ ਮਿਲਦੇ ਟਾਈਮ ਦੇ ਉੱਪਰ, ਕਿਉਂਕਿ ਬਹੁਤ ਬਿਜ਼ੀ ਹੁੰਦੀ ਹੈ ਯੂਨੀਵਰਸਿਟੀ। ਸੋ ਉਹਦੇ ਵਿੱਚ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਬੱਚਾ ਇੱਕ ਕਲਾਸ ਸਾਰੀ 'ਚ ਲਗਾ ਕੇ ਆ ਰਿਹਾ, ਦੂਜਾ ਸਬਜੈਕਟ ਪੜ੍ਹਨ ਲਈ ਉਹ ਲੈ ਨਹੀਂ ਜਾਂਦਾ ਸਪੈਸ਼ਲੀ। ਸੋ ਇਹ ਚੀਜ਼ਾਂ ਤੋਂ ਬਚਣ ਦੇ ਲਈ ਆਪਾਂ ਜਦੋਂ ਹੀ ਈਮੇਲਸ ਆਉਂਦੀਆਂ ਆਪਾਂ ਰਾਈਟ ਵੇ ਆਪਣੀਆਂ ਕਲਾਸਿਸ ਨੂੰ ਰਜਿਸਟਰ ਕਰਨਾ। ਐਂਡ ਉਹਦੇ ਲਈ ਤੁਹਾਨੂੰ ਡੇਟਸ ਵਗੈਰਾ ਸਾਰੀਆਂ ਪਹਿਲਾਂ ਈਮੇਲ ਦੇ ਥਰੂ ਤੁਹਾਨੂੰ ਪਤਾ ਲੱਗ ਜਾਣਗੀਆਂ। ਸੋ ਉਸ ਟਾਈਮ ਦੇ ਉੱਪਰ ਅਸੀਂ ਓਪਨ ਕਰਕੇ ਆਪਣੇ ਪੋਰਟਲਸ ਨੂੰ ਸਟਾਰਟ ਕਰ ਲੈਣਾ। ਨੈਕਸਟ ਹੈਗਾ ਕਿ ਜਦੋਂ ਤੁਸੀਂ ਇੰਡੀਆ ਟਰੈਵਲ ਕਰਨਾ ਤਾਂ ਦੁਬਾਰਾ ਕੋਵਿਡ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲੱਗਣੀਆਂ ਸਟਾਰਟ ਹੋ ਚੁੱਕੀਆਂ ਨੇ, ਜੋ ਟਿਲ ਨਾਓ ਸਾਡੇ ਕੋਲ ਡਿਟੇਲਸ ਪਹੁੰਚੀਆਂ ਨੇ ਕਿ ਹਜੇ ਇੰਡੀਆ ਨੂੰ ਉਹਨਾਂ ਨੇ ਕਿਸੇ ਵੀ ਲੋਕੇਸ਼ਨ ਦੇ ਉੱਪਰ ਬੈਨ ਤਾਂ ਨਹੀਂ ਕੀਤਾ ਕਿਸੇ ਪੁਆਇੰਟ 'ਤੇ ਵੀ, ਬਟ ਟੈਸਟ ਦੀ ਕੰਪਲਸ਼ਨ ਦੁਬਾਰਾ ਲੱਗ ਚੁੱਕੀ ਹੈ। ਉਹਦੇ ਲਈ ਆਪਾਂ ਨੂੰ ਕੋਵਿਡ ਟੈਸਟ ਜਿਹੜਾ ਦੁਬਾਰਾ ਕਰਵਾਉਣਾ ਪੈਂਦਾ। ਹੁਣ ਪਹਿਲਾਂ ਇਹਨਾਂ ਨੇ ਬੰਦ ਕਰਤਾ ਸੀਗਾ, ਬਟ ਹੁਣ ਤੁਹਾਨੂੰ RT-PCR ਦਾ ਜਿਹੜਾ ਟੈਸਟ ਹੁੰਦਾ ਉਹ ਤੁਹਾਨੂੰ ਕਰਨਾ ਪਊਗਾ। ਸੋ ਉਹ ਜਦੋਂ ਤੁਸੀਂ ਟਰੈਵਲ ਕਰਨਾ 48 ਆਵਰਸ ਦੇ ਬਿਟਵੀਨ ਤੁਹਾਨੂੰ ਟੈਸਟ ਕਰਵਾਉਣਾ ਪਊਗਾ। ਕਿਸੇ ਵੀ ਲੈਬਸ ਤੋਂ ਕਰਵਾ ਸਕਦੇ ਹੋ ਅਸੀਂ, ਤੁਸੀਂ ਕਿਸੇ ਗਵਰਨਮੈਂਟ ਜਾਂ ਪ੍ਰਾਈਵੇਟ ਲੈਬਸ ਤੋਂ ਕਰਵਾ ਸਕਦੇ ਹੋ। ਉਹਦਾ ਅਪਰੋਕਸੀਮੇਟਲੀ 4 ਤੋਂ 6 ਘੰਟੇ ਤੁਹਾਨੂੰ ਰਿਪੋਰਟ ਵੀ ਮਿਲ ਜਾਂਦੀ ਹੈ। ਐਂਡ ਇਹਦੀ ਐਵਰੇਜ ਕਾਸਟ 1000 ਤੋਂ 2000 ਦੇ ਨੀਅਰ ਅਬਾਊਟ ਹੁੰਦੀ ਹੈ। ਅਤੇ ਇਹ ਤੁਸੀਂ ਟੈਸਟ ਆਪਣਾ ਨਾਲ ਜ਼ਰੂਰ ਲੈ ਕੇ ਜਾਣਾ ਜਦੋਂ ਤੁਸੀਂ ਟਰੈਵਲ ਕਰਨਾ। ਬਾਕੀ ਜਦੋਂ ਤੁਸੀਂ ਫਲਾਈਟ ਤੁਹਾਡੀ ਨੇੜੇ ਹੋਊਗੀ, ਕਿਉਂਕਿ ਅਸੀਂ ਆਲਮੋਸਟ ਅਪ੍ਰੈਲ ਦੇ ਵਿੱਚ ਟਰੈਵਲ ਕਰਾਂਗੇ, ਮੇਨ ਟੇਕ ਹੈ ਤੁਹਾਡਾ। ਸੋ ਉਸ ਟਾਈਮ ਦੇ ਉੱਪਰ ਆਪਾਂ ਇੰਸਟਰਕਸ਼ਨਸ ਦੁਬਾਰਾ ਵੀ ਕ੍ਰੋਸ ਚੈੱਕ ਜ਼ਰੂਰ ਕਰਨੀਆਂ ਨੇ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਨੈਕਸਟ ਹੈਗਾ ਜੀ ਹੈਲਥ ਇੰਸ਼ੋਰੈਂਸ। ਬਹੁਤ ਇੰਪੋਰਟੈਂਟ ਪਾਰਟ ਹੁੰਦਾ। ਜ਼ਿਆਦਾਤਰ ਬੱਚਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ ਕਿ ਹੈਲਥ ਇੰਸ਼ੋਰੈਂਸ ਕਿਵੇਂ ਕੰਮ ਕਰਦਾ, ਕਿਉਂਕਿ ਕੈਨੇਡਾ ਦੇ ਵਿੱਚ ਮੈਡੀਕਲ ਐਕਸਪੈਂਸ ਬਹੁਤ ਜ਼ਿਆਦਾ ਹੁੰਦੇ ਆ। ਸੋ ਹੈਲਥ ਇੰਸ਼ੋਰੈਂਸ ਇੱਕ ਮੈਂਡੇਟਰੀ ਚੀਜ਼ ਆ ਤੁਹਾਡੇ ਲਈ ਜਦੋਂ ਤੁਸੀਂ ਕੈਨੇਡਾ ਟਰੈਵਲ ਕਰਨਾ। ਬਟ ਜਿਹੜਾ ਤੁਹਾਡਾ ਕਾਲਜ ਵੱਲੋਂ ਇੰਸ਼ੋਰੈਂਸ ਹੁੰਦਾ ਵਾ ਉਹਦੀ ਸਟਾਰਟਿੰਗ ਉਦੋਂ ਹੋਊਗੀ ਜਦੋਂ ਤੁਹਾਡਾ ਕਾਲਜ ਸਟਾਰਟ ਹੋ ਜਾਂਦਾ। ਬਟ ਜ਼ਿਆਦਾਤਰ ਸਟੂਡੈਂਟ ਜਿਹੜਾ ਵਿਦਿਨ 20 ਡੇਜ਼ ਟਰੈਵਲ ਕਰ ਸਕਦਾ ਹੁੰਦਾ ਆਪਣੀਆਂ ਕਲਾਸਿਸ। ਸੋ ਉਹਦੇ ਲਈ ਇੱਕ ਤੁਹਾਨੂੰ ਇੰਸ਼ੋਰੈਂਸ ਦੀ ਪੋਲਿਸੀ ਲੈ ਕੇ ਜਾਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਉੱਥੇ ਕਿਸੇ ਵੀ ਤਰੀਕੇ ਦੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਹੈਲਥ ਕਵਰ ਦੇ ਵਿੱਚ ਹੀ ਤੁਹਾਡਾ ਉਹ ਕਵਰ ਹੋ ਸਕੇ। ਸੋ ਉਹਦੀਆਂ ਅਮਾਊਂਟਸ ਇੱਥੇ ਅਸੀਂ ਲਿਖੀਆਂ ਨੇ। ਜ਼ਿਆਦਾਤਰ ਜਿਹੜੇ ਸਟੂਡੈਂਟ ਆਏ ਆ 20 ਤੋਂ 34 ਦੀ ਏਜ ਗਰੁੱਪ ਦੇ ਹੀ ਆ। ਸੋ ਉਹਦੇ ਵਿੱਚ ਜੇ ਅਸੀਂ $25,000 ਦਾ ਇੰਸ਼ੋਰੈਂਸ ਲੈਂਦੇ ਹਾਂ ਤਾਂ ਅਪਰੋਕਸੀਮੇਟਲੀ ਤੁਹਾਨੂੰ ਉਹ 1 ਮੰਥ ਲਈ $79 ਤੱਕ ਕਾਸਟ ਕਰਦਾ ਵਾ। ਆਲਮੋਸਟ 5000 ਰੁਪਏ ਦੀ ਕਾਸਟ ਆ। ਬਟ ਇਹ ਬਹੁਤ ਵੱਡੀ ਸੇਵਿੰਗ ਹੋ ਜਾਂਦੀ ਆ ਇਨ ਕੇਸ ਤੁਹਾਨੂੰ ਉੱਥੇ ਕਦੇ ਵੀ ਹਸਪੀਟਲ ਜਾਣਾ ਪੈ ਜਾਂਦਾ ਜਾਂ ਕਦੇ ਹੋਰ ਪ੍ਰੋਬਲਮ ਹੁੰਦੀ ਹੈ ਤਾਂ ਉੱਥੇ ਜਿਹੜਾ ਬਿੱਲ ਆ ਉਹ ਬਹੁਤ ਹੀ ਜ਼ਿਆਦਾ ਵੱਡਾ ਬਣ ਜਾਂਦਾ, ਕਿਉਂਕਿ ਉੱਥੇ ਕਾਫੀ ਟੈਸਟ ਵਗੈਰਾ ਤੁਹਾਡੇ ਨਾਲ ਦੀ ਨਾਲ ਹੀ ਹੋ ਜਾਂਦੇ। ਸੋ $8-10,000 ਪੇ ਕਰਨ ਨਾਲੋਂ ਚੰਗਾ ਕਿ ਆਪਾਂ 5000 ਰੁਪਈਆ ਦੇ ਕੇ ਇੱਕ ਤੁਹਾਡੇ ਪਹਿਲਾਂ ਹੀ ਆਪਾਂ ਇੰਸ਼ੋਰੈਂਸ ਪਾਲਿਸੀ ਇੱਥੋਂ ਲੈ ਕੇ ਜਾਈਏ। ਐਂਡ ਇਹ ਪਾਲਿਸੀ ਤੁਸੀਂ ਡੇਜ਼ ਵਾਈਜ਼ ਵੀ ਕਰਵਾ ਸਕਦੇ ਆ। ਜੇ ਤੁਹਾਡੇ ਦਿਨ ਤੁਸੀਂ ਘੱਟ ਪਹਿਲਾਂ ਜਾ ਰਹੇ ਆ, 15 ਦਿਨ ਲਈ ਜਾ ਰਹੇ ਤਾਂ ਇਹ ਤੁਹਾਡੀ ਕਾਸਟ ਹਾਫ ਹੋ ਜੂਗੀ ਅਪਰੋਕਸੀਮੇਟਲੀ। ਤੇ ਉਹ ਆਪਾਂ 2200 ਦੇ ਵਿੱਚ ਵੀ ਕਰਵਾ ਕੇ ਟਰੈਵਲ ਕਰ ਸਕਦੇ ਹਾਂ। ਬਟ ਇਸ ਚੀਜ਼ ਨੂੰ ਜ਼ਰੂਰ ਕਰਵਾ ਕੇ ਜਾਣਾ ਚਾਹੀਦਾ ਜੇ ਤੁਸੀਂ ਟਰੈਵਲ ਕਰ ਰਹੇ ਆ ਕੈਨੇਡਾ। ਤਾਂ ਜਦੋਂ ਤੁਹਾਡੀ ਫਲਾਈਟ ਆ ਉਸ ਡੇ ਤੋਂ ਲੈ ਕੇ ਜਦੋਂ ਤੱਕ ਤੁਹਾਡੀ ਕਲਾਸ ਸਟਾਰਟ ਹੋਣੀ ਆ ਉਨੇ ਦਿਨਾਂ ਤੱਕ ਦਾ ਤੁਸੀਂ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਜਾਣਾ। ਐਂਡ ਇਹਦੀ ਜੇ ਤੁਹਾਨੂੰ ਆਪਣੇ ਤੋਂ ਵੀ ਤੁਸੀਂ ਕਰਵਾਉਣਾ ਤਾਂ ਸਾਡੇ ਕੋਲ ਇੱਥੇ ਟੀਮ ਅਵੇਲੇਬਲ ਹੈਗੀ ਆ। ਅੱਜ ਅਸੀਂ ਇੰਸ਼ੋਰੈਂਸ ਅਮਾਊਂਟ ਪੁੱਛ ਵੀ ਸਕਦੇ ਹਾਂ ਐਂਡ ਕਰਵਾ ਵੀ ਸਕਦੇ ਹਾਂ ਇਨ ਕੇਸ ਤੁਸੀਂ ਕਰਵਾਉਣਾ ਚਾਹੁੰਦੇ ਹੋ। ਨੈਕਸਟ ਹੈਗਾ ਜੀ ਪ੍ਰੀ ਡਿਪਾਰਚਰ। ਪ੍ਰੀ ਡਿਪਾਰਚਰ ਬਹੁਤ ਇੰਪੋਰਟੈਂਟ ਆ ਕਿਉਂਕਿ ਜੋ ਤੁਹਾਡਾ ਵੀਜ਼ਾ ਲੱਗਣਾ ਸੀਗਾ ਉਹਦਾ ਸਾਰਾ ਪ੍ਰੋਸੈਸ ਡਨ ਹੋ ਚੁੱਕਿਆ। ਇਹ ਟਿਕਟਸ ਵੀ ਤੁਸੀਂ ਬੁੱਕ ਕਰਨੀਆਂ ਸਟਾਰਟ ਕਰ ਚੁੱਕੇ ਹੋਵੋਗੇ ਜਾਂ ਜੇ ਕਰਨੀਆਂ ਤਾਂ ਉਹ ਆਪਣੀਆਂ ਇੰਡੀਆ ਦੇ ਵਿੱਚ ਹੀ ਹੋ ਜਾਂਦੀਆਂ ਨੇ। ਬਟ ਉਸ ਤੋਂ ਕੀ ਹੁੰਦਾ ਕਿ ਆਪਾਂ ਜਦੋਂ ਕੈਨੇਡਾ ਟਰੈਵਲ ਕਰਨਾ ਤਾਂ ਉੱਥੇ ਏਅਰਪੋਰਟ ਦੇ ਲਈ ਜਾ ਕੇ ਆਪਣੇ ਲਈ ਕੁਝ ਕੁਐਸ਼ਨਿੰਗ ਹੁੰਦੀ ਆ ਅਤੇ ਆਪਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ। ਸੋ ਫਸਟ ਆਫ ਆਲ ਡਾਕੂਮੈਂਟਸ ਹੁੰਦੇ ਆ ਜਿਹੜੇ ਅਸੀਂ ਕੈਰੀ ਕਰਨੇ ਆ। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪ੍ਰਿੰਟ ਆਊਟਸ ਜਿਹੜੇ ਤੁਹਾਡੇ ਡਾਕੂਮੈਂਟਸ ਦੇ ਦਿੱਤੇ ਹੋਏ ਆ ਉਹਨਾਂ ਨੂੰ ਤੁਸੀਂ ਆਪਣੀ ਫਾਈਲ ਦੇ ਵਿੱਚ ਲਗਾ ਕੇ ਲੈ ਕੇ ਜਾਓ। ਜਿਹੜੀ ਫਾਈਲ ਮਿਲ ਜਾਂਦੀ ਆ ਅਲੱਗ-ਅਲੱਗ ਪੇਜਸ ਉਹਦੇ ਵਿੱਚ ਲੱਗ ਜਾਂਦੇ ਆ। ਉਹਦੇ ਵਿੱਚ ਆਪਣੇ ਡਾਕੂਮੈਂਟੇਸ਼ਨ ਸੀਕੁਐਂਸ ਵਾਈਜ਼ ਲਗਾ ਕੇ ਲੈ ਕੇ ਜਾਓ। ਫਸਟ ਆਫ ਆਲ ਏਅਰ ਟਿਕਟ ਤੁਹਾਡਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਆ ਜਿਹਦੇ 'ਚ ਤੁਹਾਨੂੰ ਡਿਟੇਲਸ ਕਲੀਅਰ ਹੋਣੀਆਂ ਚਾਹੀਦੀਆਂ ਕਿ ਤੁਸੀਂ ਕਿਹੜੀ ਫਲਾਈਟ ਦੇ ਉੱਪਰ ਜਾ ਰਹੇ ਹੋ, ਕਿੰਨੀ ਵਜੇ ਤੁਹਾਡੀ ਫਲਾਈਟ ਜਾਣੀ ਆ ਅਤੇ ਕਿਹੜੇ ਜਿਹੜਾ ਤੁਸੀਂ ਜਿੱਥੇ ਲਗੇਜ ਵਗੈਰਾ ਬੁੱਕ ਕਰਨਾ ਤੁਹਾਨੂੰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚੋਂ ਹੀ ਕਲੀਅਰ ਹੁੰਦੀਆਂ ਨੇ। ਤੁਸੀਂ ਉਹਦੇ ਵਿੱਚ ਆਪਣੀ ਏਅਰ ਟਿਕਟ ਨੂੰ ਹੈਂਡੀ ਰੱਖੋ ਆਪਣੇ ਫੋਨ ਦੇ ਵਿੱਚ ਜਾਂ ਤੁਸੀਂ ਉਹਦਾ ਪ੍ਰਿੰਟ ਆਊਟ ਨਾਲ ਲੈ ਕੇ ਜਾ ਸਕਦੇ ਹੋ। ਨੈਕਸਟ ਮੋਸਟ ਇੰਪੋਰਟੈਂਟ ਡਾਕੂਮੈਂਟ ਓਰੀਜਨਲ ਪਾਸਪੋਰਟ ਜਿਹਦੇ 'ਤੇ ਤੁਹਾਡਾ ਵੀਜ਼ਾ ਲੱਗਾ ਹੋਇਆ।
ਇਸ ਤੋਂ ਬਾਅਦ ਜੋ ਤੁਸੀਂ ਅਕੈਡਮਿਕ ਪ੍ਰੋਫਾਈਲ ਆਪਣੀ ਫਾਈਲ ਦੇ ਵਿੱਚ ਸ਼ੋ ਕੀਤਾ ਹੋਇਆ ਵਾ 10th ਪਲੱਸ 2 ਜਾਂ ਔਨਵਰਡਸ ਕੋਈ ਵੀ ਡਾਕੂਮੈਂਟੇਸ਼ਨ ਹੈਗੇ ਆ ਉਹ ਤੁਸੀਂ ਸਾਰੇ ਓਰੀਜਨਲ ਕੈਰੀ ਕਰਨੇ ਹੁੰਦੇ ਆ। ਪਲੱਸ ਤੁਹਾਡਾ ਆਲਸਾ TRF ਜਾਂ PT ਕਈ ਬੱਚਿਆਂ ਨੇ ਕੀਤੀ ਹੁੰਦੀ ਆ ਤਾਂ PT ਦਾ ਲੌਗਇਨ ID ਐਂਡ ਪਾਸਵਰਡ ਵੀ ਕੰਪਲਸਰੀ ਹੁੰਦਾ ਪ੍ਰਿੰਟ ਆਊਟ ਦੇ ਨਾਲ। ਸੋ ਇਹ ਡਾਕੂਮੈਂਟੇਸ਼ਨ ਤੁਸੀਂ ਹਮੇਸ਼ਾ ਨਾਲ ਕੈਰੀ ਕਰਨੀ ਆ। ਜੇ ਕਿਸੇ ਬੱਚੇ ਦਾ ਕੋਈ ਐਕਸਪੀਰੀਅੰਸ ਸਰਟੀਫਿਕੇਟ ਨਾਲ ਲੱਗਾ ਹੋਇਆ ਜਾਂ ਕੋਈ ਮੈਡੀਕਲ ਹਿਸਟਰੀ ਨਾਲ ਲੱਗੀ ਹੋਈ ਆ ਉਹ ਡਾਕੂਮੈਂਟੇਸ਼ਨ ਵੀ ਤੁਸੀਂ ਆਪਣੇ ਨਾਲ ਓਰੀਜਨਲ ਹੀ ਕੈਰੀ ਕਰਨੀ ਆ। ਉਹ ਡਾਕੂਮੈਂਟੇਸ਼ਨ ਵੀ ਚੈੱਕ ਹੋ ਸਕਦੀ ਹੁੰਦੀ ਆ ਆਪਣੀ। ਦੈਨ ਅੱਗੇ ਡਾਕੂਮੈਂਟੇਸ਼ਨ ਆ ਜਾਂਦੇ ਤੁਹਾਡੇ ਕੈਨੇਡੀਅਨ ਡਾਕੂਮੈਂਟੇਸ਼ਨ ਜਿਹਦੇ ਵਿੱਚ ਤੁਹਾਡੀ ਫਸਟ ਆਫ ਆਲ ਆਫ ਲੈਟਰ ਜੋ ਤੁਸੀਂ ਐਡਮਿਸ਼ਨ ਲਈ ਸੀ ਕੈਨੇਡੀਅਨ ਕਾਲਜ ਦੇ ਵਿੱਚ ਉਹਦਾ ਲੈਟਰ ਆਫ ਅਕਸੈਪਟੈਂਸ ਹੋ ਸਕਦਾ ਜਿਹਨੂੰ ਆਪਾਂ LOA ਵੀ ਕਹਿ ਦਿੰਦੇ ਹਾਂ। ਉਹਦੇ ਵਿੱਚ ਵੀ ਕਾਫੀ ਡਿਟੇਲਸ ਕਲੀਅਰ ਕੀਤੀਆਂ ਹੁੰਦੀਆਂ ਨੇ ਐਂਡ ਕੁਝ ਕਾਲਜ ਆਪਾਂ ਨੂੰ ਫੀਸ ਸੈਪਟ ਇਸ਼ੂ ਕਰਦੇ ਆ। ਸੋ ਇਹਨਾਂ ਦੋਨਾਂ ਦੇ ਵਿੱਚੋਂ LOA ਜਾਂ ਫੀਸ ਸੈਪਟ ਦੇ ਵਿੱਚੋਂ ਇੱਕ ਡਾਕੂਮੈਂਟ ਤੁਹਾਡੇ ਕੋਲ ਜ਼ਰੂਰ ਹੋਊਗਾ ਜਿਹੜੀ ਤੁਹਾਨੂੰ ਮੈਕਰੋ ਡਾਕੂਮੈਂਟੇਸ਼ਨ ਦਿੱਤੇ ਗਏ ਆ ਉਹ ਤੁਸੀਂ ਆਪਣੇ ਧਿਆਨ 'ਚ ਰੱਖਣੇ ਆ ਕਿ ਉਹਦੇ ਵਿੱਚ ਜੋ ਡਿਟੇਲਸ ਵੀ ਦਿੱਤੀਆਂ ਹੋਈਆਂ ਨੇ ਆਫ ਲੈਟਰ ਨੂੰ ਬਹੁਤ ਚੰਗੇ ਤਰੀਕੇ ਨਾਲ ਰੀਡ ਕਰਨਾ ਕਦੋਂ ਤੁਸੀਂ ਉਹਦੇ 'ਚ ਕਲਾਸ ਸਟਾਰਟ ਕਰ ਰਹੇ ਹੋ ਕਿਹੜੇ ਕੈਂਪਸ 'ਚ ਪੜ੍ਹਨਾ ਤੁਸੀਂ ਜਾ ਕੇ ਕਿਉਂਕਿ ਇਹ ਡਾਕੂਮੈਂਟੇਸ਼ਨ ਤੁਹਾਡੀ ਜਿਹੜੀ ਹੁੰਦੀ ਆ ਉਹਦੇ ਨਾਲ ਹੀ ਤੁਹਾਨੂੰ ਕੁਐਸਚਨਿੰਗ ਪੁੱਛੀ ਜਾਂਦੀ ਆ ਜਦੋਂ ਤੁਸੀਂ ਕੈਨੇਡਾ ਲੈਂਡ ਕਰਦੇ ਆ। ਸੋ ਇਹ ਚੀਜ਼ਾਂ ਨੂੰ ਬਹੁਤ ਕੇਅਰਫੁਲੀ ਰੀਡ ਕਰਨਾ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਕਿੰਨੀ ਟਿਊਸ਼ਨ ਡਿਪੋਜ਼ਿਟ ਕਰਵਾਈ ਆ ਅਸੀਂ ਕਿੰਨੇ ਇੰਸਟਾਲਮੈਂਟਸ ਦੇ ਵਿੱਚ ਕਰਵਾਈ ਆ ਕਿੰਨਾਂ ਨੇ ਪੇ ਕੀਤਾ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਪਤਾ ਹੋਣੀਆਂ ਚਾਹੀਦੀਆਂ ਨੇ। ਨੈਕਸਟ ਡਾਕੂਮੈਂਟੇਸ਼ਨ ਹੈਗਾ ਗ੍ਰਾਂਟਡ ਇਨਵੈਸਟਮੈਂਟ ਸਰਟੀਫਿਕੇਟ GIC ਸਰਟੀਫਿਕੇਟ ਕਹਿ ਦਿੰਦੇ ਆਪਾਂ ਇਹ ਵੀ ਤੁਹਾਨੂੰ ਮਿਲੇ ਹੋਣਗੇ ਜਿਹਦੇ 'ਚ ਤੁਸੀਂ $10,000 ਦੀ ਇਨਵੈਸਟਮੈਂਟ ਕੀਤੀ ਹੁੰਦੀ ਆ ਐਂਡ ਇਹ $10,000 ਦੀ ਜਿਹੜੀ ਇਨਵੈਸਟਮੈਂਟ ਹੈ ਤੁਹਾਨੂੰ ਉੱਥੇ ਜਾ ਕੇ ਰਿਫੰਡੇਬਲ ਹੁੰਦੀ ਆ। ਤੁਸੀਂ ਜਦੋਂ ਕੈਨੇਡਾ ਲੈਂਡ ਕਰੋਗੇ ਤੁਹਾਨੂੰ ਬੈਂਕ ਨੂੰ ਦੱਸਣਾ ਪਊਗਾ ਕਿ ਤੁਸੀਂ ਕੈਨੇਡਾ ਰੀਚ ਕਰ ਚੁੱਕੇ ਹੋ ਤੇ ਉਸ ਤੋਂ ਬਾਅਦ ਉਹ ਤੁਹਾਡੀ ਇੱਕ ਅਪਾਇੰਟਮੈਂਟ ਫਿਕਸ ਕਰ ਦੇਣਗੇ ਬੈਂਕ ਦੇ ਵਿੱਚ ਤੁਹਾਡਾ ਇੱਕ ਨਵਾਂ ਅਕਾਊਂਟ ਖੋਲ੍ਹਣ ਦੇ ਲਈ ਕਿਉਂਕਿ ਇੱਕ ਤੁਹਾਡਾ ਇਨਵੈਸਟਮੈਂਟ ਅਕਾਊਂਟ ਹੈ ਇਹਦੇ 'ਚ ਤੁਸੀਂ ਡਾਇਰੈਕਟਲੀ ਪੇਮੈਂਟ ਵਿਡਰੋ ਨਹੀਂ ਕਰ ਸਕਦੇ। ਉਹ ਤੁਹਾਡਾ ਇੱਕ ਨਵਾਂ ਅਕਾਊਂਟ ਓਪਨ ਕਰਨਗੇ ਉਹਦੇ ਵਿੱਚੋਂ ਤੁਸੀਂ ਆਪਣੀ ਜਿਹੜੀ ਪੇਮੈਂਟ ਮੰਥਲੀ ਬੇਸਿਸ 'ਤੇ ਜੋ ਤੁਹਾਡੀ ਇੱਕ ਫਿਕਸ ਅਮਾਊਂਟ ਆ ਜਿੱਦਾਂ ਫਸਟ ਮੰਥ $2,000 ਵਿਡਰੋ ਕਰ ਸਕਦੇ ਹੋ ਤੁਹਾਡੇ ਦੂਜੇ ਅਕਾਊਂਟ 'ਚ ਟ੍ਰਾਂਸਫਰ ਹੋ ਜਾਂਦਾ ਐਂਡ ਉਹਦੇ ਨਾਲ ਤੁਹਾਨੂੰ ਬੈਂਕਿੰਗ ਦੇ ਜਿਹੜੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੁਹਾਨੂੰ ਮਿਲਣੇ ਸਟਾਰਟ ਹੋ ਜਾਂਦੇ ਉਹ ਤੁਸੀਂ ਕਦੇ ਵੀ ਬਾਅਦ 'ਚ ਯੂਜ਼ ਕਰ ਸਕਦੇ ਬਟ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਬੈਂਕ ਵਿਜ਼ਿਟ ਕਰਨਾ ਪਊਗਾ। ਨੈਕਸਟ ਡਾਕੂਮੈਂਟ ਹੈਗਾ ਮੈਡੀਕਲ ਟੈਸਟ ਹੋਇਆ ਹੋਊਗਾ ਤੁਹਾਡਾ ਇੱਥੇ ਜ਼ਿਆਦਾਤਰ ਜਿੱਦਾਂ ਆਪਾਂ ਲੁਧਿਆਣੇ ਦੇ ਵਿੱਚ ਕਰਦੇ ਆ ਬੱਚੇ ਅਪੋਲੋ ਦੇ ਵਿੱਚ ਹੋਰ ਕੋਈ ਵੀ ਪੈਨਲ ਫਿਜ਼ੀਸ਼ੀਅਨ ਤੋਂ ਮੈਡੀਕਲ ਸਰਟੀਫਿਕੇਟ ਮਿਲਦਾ ਇੱਕ ਤੁਹਾਡਾ ਫੋਟੋ ਲੱਗੀ ਹੁੰਦੀ ਹੈ ਐਂਡ ਉਹਦੇ 'ਤੇ ਬਾਰਕੋਡ ਹੁੰਦਾ ਉਹ ਵੀ ਤੁਸੀਂ ਆਪਣਾ ਨਾਲ ਕੈਰੀ ਕਰਨਾ ਐਂਡ ਮੈਡੀਕਲ ਦਾ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਕਿ ਮੈਡੀਕਲ ਤੁਹਾਡਾ ਵੈਲਿਡ ਹੋਣਾ ਚਾਹੀਦਾ ਜਦੋਂ ਤੁਸੀਂ ਮੈਡੀਕਲ ਕਰਵਾਉਂਦੇ 1 ਸਾਲ ਦੀ ਟੋਟਲ ਉਹਦੀ ਵੈਲਿਡਿਟੀ ਹੁੰਦੀ ਹੈ ਉਹਦੇ ਬਿਟਵੀਨ ਤੁਸੀਂ ਮੈਡੀਕਲ ਜੇ ਵੈਲਿਡ ਆ ਤਾਂ ਤੁਸੀਂ ਫੇਰ ਹੀ ਟਰੈਵਲ ਕਰ ਸਕਦੇ ਹੋ ਜੋ ਕੈਨੇਡੀਅਨ ਗਵਰਨਮੈਂਟ ਦੀ ਪਾਲਿਸੀ ਹੈ। ਸੋ ਇਨ ਕੇਸ ਕਿਸੇ ਬੱਚੇ ਦਾ ਵੀ ਮੈਡੀਕਲ ਐਕਸਪਾਇਰ ਹੋਣ ਵਾਲਾ ਹੋਇਆ ਤਾਂ ਆਪਾਂ ਨੂੰ ਮੈਡੀਕਲ ਦੁਬਾਰਾ ਕਰਵਾਉਣਾ ਪੈ ਸਕਦਾ। ਨੋਟਰਾਈਜ਼ਡ ਡਾਕੂਮੈਂਟ ਤੁਹਾਡੀ ਚੈੱਕਲਿਸਟ ਦੇ ਵਿੱਚ ਵੀ ਲਿਖੀ ਆ ਜਿਹੜੀ ਤੁਹਾਨੂੰ ਮੈਕਰੋ ਵੱਲੋਂ ਇਸ਼ੂ ਹੋਈ ਆ ਬਟ ਨੋਟਰਾਈਜ਼ਡ ਡਾਕੂਮੈਂਟੇਸ਼ਨ ਕੰਪਲਸਰੀ ਨਹੀਂ ਹੁੰਦੇ ਲੈ ਕੇ ਜਾਣੇ ਬਟ ਇਹਨਾਂ ਦਾ ਇੱਕ ਬੈਨੀਫਿਟ ਆ ਕਿ ਜਿਹੜੇ ਡਾਕੂਮੈਂਟੇਸ਼ਨ ਇਨ ਕੇਸ ਕੱਲ੍ਹ ਨੂੰ ਤੁਹਾਡੇ ਤੋਂ ਕਾਲਜ ਡਾਕੂਮੈਂਟੇਸ਼ਨ ਮੰਗਦਾ ਕੋਈ ਨੋਟਰਾਈਜ਼ ਜਾਂ ਤੁਸੀਂ ਇੱਥੇ ਕਾਲਜ ਚੇਂਜ ਕਰਨਾ ਚਾਹੁੰਦੇ ਆ ਤਾਂ ਉਸ ਟਾਈਮ ਤੇ ਇਹ ਡਾਕੂਮੈਂਟੇਸ਼ਨ ਤੁਸੀਂ ਇੱਥੇ ਈਜ਼ੀਲੀ ਇਹਨਾਂ ਨੂੰ ਸਬਮਿਟ ਕਰਵਾ ਸਕਦੇ ਆ ਤੁਹਾਨੂੰ ਕਦੇ ਪ੍ਰੋਬਲਮ ਨਹੀਂ ਆਉਂਦੀ ਬਟ ਕੈਨੇਡੀਅਨ ਲਾਅ ਦੇ ਅਕੋਰਡਿੰਗ ਜੇ ਅਸੀਂ ਉੱਥੋਂ ਨੋਟਰੀ ਕਰਵਾਉਂਦੇ ਹਾਂ ਤਾਂ ਉੱਥੇ ਦੀ ਜਿਹੜੀ ਨੋਟਰਾਈਜ਼ੇਸ਼ਨ ਫੀਸ ਆ ਉਹ ਕਾਫੀ ਜ਼ਿਆਦਾ ਹੁੰਦੀ ਆ ਆਲਮੋਸਟ $20 ਪਰ ਡਾਕੂਮੈਂਟ ਲੱਗਦੀ ਹੈ। ਸੋ ਇਸੇ ਕਰਕੇ ਅਸੀਂ ਇੰਡੀਆ ਤੋਂ ਹੀ ਰეკਮੈਂਡ ਕਰਦੇ ਹਾਂ ਕਿ ਤੁਸੀਂ ਇੰਡੀਆ ਤੋਂ ਹੀ ਨੋਟਰਾਈਜ਼ ਕਰਵਾ ਲਓ ਤੁਹਾਡੇ ਲਈ ਈਜ਼ੀ ਵੀ ਆ ਤੁਹਾਡੇ ਕੋਲ ਇੱਥੇ ਟਾਈਮ ਵੀ ਹੁੰਦਾ ਵਾ ਐਂਡ ਇੱਥੇ ਆਪਣੇ ਨੋਟਰੀ ਇੱਕ ਟੈਸਟੇਸ਼ਨ ਆਈ ਥਿੰਕ $10 ਦੇ ਵਿੱਚ ਹੋ ਜਾਂਦੀ ਹੈ ਜਿਹੜੀ ਕਿ ਕਾਫੀ ਕੋਸਟ ਇਫੈਕਟਿਵ ਆ। ਸੋ ਇਹਦਾ ਆਪਾਂ ਨੂੰ ਸਿਰਫ ਇਹੀ ਬੈਨੀਫਿਟ ਆ ਬਟ ਇਹਦੀ ਕੰਪਲਸ਼ਨ ਕੋਈ ਨਹੀਂ ਹੈਗੀ ਤੁਸੀਂ ਕੈਨੇਡਾ ਜਾ ਕੇ ਕਰਵਾਉਣੀ ਉੱਥੇ ਵੀ ਕਰਵਾ ਸਕਦੇ ਹੋ। ਨੈਕਸਟ ਹੈਗਾ ਜਿਹੜੀ ਕੰਟੈਕਟ ਡਿਟੇਲਸ ਤੁਹਾਡੇ ਕੋਲ ਕਲੀਅਰ ਹੋਣੀਆਂ ਚਾਹੀਦੀਆਂ ਜਿਨ੍ਹਾਂ ਕੋਲ ਤੁਸੀਂ ਜਾ ਕੇ ਰਹਿਣਾ ਕੈਨੇਡਾ ਦੇ ਵਿੱਚ ਇਹ ਡਾਕੂਮੈਂਟੇਸ਼ਨ ਤੁਹਾਡੇ ਤੋਂ ਪੁੱਛੀ ਜਾ ਸਕਦੀ ਹੈ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਕਿੰਨਾ ਕੋਲੇ ਜਾ ਰਹੇ ਹੋ ਉਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਕਲੀਅਰ ਹੋਣੀਆਂ ਚਾਹੀਦੀਆਂ ਯਾਦ ਹੋਣੀਆਂ ਚਾਹੀਦੀਆਂ ਤੁਹਾਡੇ ਕਿਉਂਕਿ ਉੱਥੇ ਇਮੀਗ੍ਰੇਸ਼ਨ ਆਫਿਸਰ ਤੁਹਾਡੇ ਤੋਂ ਇਹ ਚੀਜ਼ਾਂ ਪੁੱਛ ਸਕਦੇ ਆ। ਨੈਕਸਟ ਡਾਕੂਮੈਂਟੇਸ਼ਨ ਕੰਪਲਸਰੀ ਤਾਂ ਨਹੀਂ ਹੈਗੇ ਬਟ ਤੁਸੀਂ ਇਨ ਕੇਸ ਕੈਰੀ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਜਿੱਦਾਂ ਕਿ ਫਸਟ ਆਫ ਆਲ ਇੱਕ ਅਥੈਂਟੀਕੇਸ਼ਨ ਸਰਟੀਫਿਕੇਟ ਮਿਲ ਜਾਂਦਾ DTO ਤੋਂ ਇਨ ਕੇਸ ਤੁਹਾਨੂੰ ਲੱਗਦਾ ਕਿ ਤੁਸੀਂ ਜਾਣ ਸਾਰ ਉੱਥੇ ਕਾਰ ਡਰਾਈਵ ਕਰਨੀ ਚਾਹੁੰਦੇ ਆ ਕਿਤੇ ਤੁਹਾਨੂੰ ਲਾਇਸੈਂਸ ਬਣਵਾਉਣ ਦੇ ਲਈ ਕੁਝ ਟਾਈਮ ਲੱਗੂਗਾ ਸੋ ਉਹਦੀ ਇੱਕ ਅਥੈਂਟੀਕੇਸ਼ਨ DTO ਤੋਂ ਕਰਵਾ ਕੇ ਜਾ ਸਕਦੇ ਹੋ ਅਸੀਂ ਤਾਂ ਕਿ ਤੁਸੀਂ ਉੱਥੇ ਜਾ ਕੇ ਤੁਹਾਡਾ ਇੱਕ ਟੈਸਟ ਹੋਊਗਾ ਜੇ ਉਹ ਪਾਸ ਕਰ ਜਾਂਦੇ ਆ ਤਾਂ ਤੁਹਾਨੂੰ ਇੰਡੀਅਨ ਲਾਇਸੈਂਸ ਦੇ ਉੱਪਰ ਵੀ ਡਰਾਈਵਿੰਗ ਦੀ ਅਲਾਉ ਕਰ ਦਿੰਦੇ ਆ। ਸੋ ਇਹ ਡਿਪੈਂਡ ਕਰਦਾ ਉਸ ਕਿੱਥੋਂ ਦੀ ਅਥਾਰਟੀ ਦੇ ਹੋਰ ਕਰਨਗੇ ਜਾਂ ਨਹੀਂ ਬਟ ਤੁਸੀਂ ਇੱਥੋਂ ਇੱਕ ਅਥੈਂਟੀਕੇਸ਼ਨ ਸਰਟੀਫਿਕੇਟ ਲੈ ਕੇ ਨਾਲ ਜਾ ਸਕਦੇ ਹੋ। ਨੈਕਸਟ ਹੈਗਾ ਬਰਥ ਸਰਟੀਫਿਕੇਟ ਅਲੋਂਗ ਵਿਦ ਇੰਗਲਿਸ਼ ਟ੍ਰਾਂਸਲੇਸ਼ਨ ਬਰਥ ਸਰਟੀਫਿਕੇਟ ਦੀ ਵੈਸੇ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਬਟ ਇਹ ਡਾਕੂਮੈਂਟ ਤੁਹਾਡਾ ਜਿਹੜਾ ਡਿਮਾਂਡ ਕੀਤਾ ਜਾਊਗਾ ਪਰਮਨੈਂਟ ਰੈਜ਼ੀਡੈਂਸ ਜਦੋਂ ਅਸੀਂ PR ਅਪਲਾਈ ਕਰਦੇ ਹਾਂ ਉਸ ਟਾਈਮ ਦੇ ਉੱਪਰ ਇਹਨੂੰ ਡਿਮਾਂਡ ਕੀਤਾ ਜਾਂਦਾ ਵਾ। ਸੋ ਇਹਦੇ ਵਿੱਚ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਕਿ ਇੰਡੀਆ ਦੇ ਵਿੱਚ ਕਾਫੀ ਬੱਚੇ ਨੇ ਕਿਉਂਕਿ ਡੇਟ ਆਫ ਬਰਥ ਜਾਂ ਨਾਮ ਵਗੈਰਾ ਗਲਤ ਹੁੰਦਾ ਜੇ ਤੁਹਾਡੇ ਕੋਲ ਕੁਝ ਵੀ ਇੱਦਾਂ ਦੀ ਕੋਈ ਪ੍ਰੋਬਲਮ ਹੈਗੀ ਤਾਂ ਉਹਨੂੰ ਰੀਇਸ਼ੂ ਕਰਵਾ ਲਓ ਉਹਦੇ ਵਿੱਚ ਚੇਂਜਸ ਕਰਵਾ ਲਓ
क्योंकि जो तुम PR अप्लाई करनी है तो उस टाइम के उपर एक कंपलसरी डॉकूमेंट आ, क्योंकि आप इंडिया तो बिलोंग करते हैं तो एज पर CIC अपने लिए कंपलसरी डॉकूमेंट लगता वा। एंड जोड़े बच्चों ने सर्टिफिकेट बहुत पुराने होंगे आ, जो नवे सिस्टम के नहीं क्लीयर होंगे, तो उन्होंने 10th का सर्टिफिकेट भी कंपलसरी होंगे जो असं PR अप्लाई करते हैं। सो ये दोनों डॉकूमेंटेशन थोड़े सही होने बहुत जरूरी है, जिसमें नाम एंड डेट ऑफ बर्थ क्लीयर होना बहुत जरूरी है। ये कोई भी मैडिसिनस जो तुम लैके जा रहे हो तो वो प्रिस्क्राइब्ड होनी चाहिए, डॉक्टर की स्लिप थोड़े को होनी चाहिए एंड मैडिसिनस कंप्लीटली सील्ड होनी चाहिए जो कंपनी वालों होंगे ने, जिदा इंग्लिश मैडिसन तुम कैरी कर सकते हो। सो वो डॉकूमेंटेशन भी अपनी नाल कैरी करनी है, जो असं कोई मैडिसन लैके जा रहे हैं तो फिर ही निकल सकती है, नहीं तो वो भी अपनी प्रॉब्लम आ जाती है। तो ये जे कुछ जनरल मैडिसनस होंगे जिमें कई बच्चों को सिकनैस फील होंगी आ, वॉमिटिंग का होंगे, सो वो मैडिसनस भी अपने नाल जरूर कैरी करो ताकि इन केस तुहानूं कोई मैडिसन की लोड़ पैंदी है तो तुसीं उस इमीडिएटली लै सकते हो। ये जोड़ा कैश तुसीं कैरी कर सकते हैं एज ए स्टूडेंट, $2000 की एक लिमिट होंगी है, $2000 तक का जोड़ा कैश कैरी कर सकते हैं अपने नाल। एंड ये एक ट्रैवल कार्ड भी मिल जाते हैं, वो भी आप इशू कर सकते हैं, या तो तुम बैंक्स तो भी इशू करवा सकते हैं जिन्होंने तुम अपना कैश लोड करवा सकते हैं। इन केस तुम बाद भी करवाना चाहते हो तो तुहाडे पेरेंट्स भी वो पेमेंट डायरैक्टली डिपॉजिट करवा सकते हैं। सो असी रैकमेंड करते हैं कि ट्रैवल कार्ड तो लैके जाने चाहिए क्योंकि वो ज़्यादा सेफ होंगे आ। इन केस कार्ड डिग भी जाए तो पिन तो बिना वो पेमेंट ट्रांजैक्शन नहीं निकलती कभी भी। एंड इन केस फ्यूचर में इधरों पेमेंट की लोड़ भी पैंती है तो तुम ईजिली डिपॉजिट भी करवा सकते हैं। एंड ये ट्रैवल कार्ड असी भी तुहानूं इशू कर सकते हैं, या जो बैंक्स होंगे ने फाइनैंस कंपनीज़ के थ्रू उधरों भी आप क्लीयर करवा सकते हैं। नैक्सट जो तुम एयरपोर्ट पर लैंड करते हैं, जो चीज़ां आप उत्थे जाके ध्यान रखना कि क्वेश्चन पूछे जाते हैं, क्योंकि इंडिया की जी इमीग्रेशन है काफ़ी ईजी होंगी है, इतने क्वेश्चनिंग ज़्यादा नहीं होंगी। एट ए टाइम कैनेडा के भी नहीं हो रही क्योंकि रश काफ़ी ज़्यादा पिया हुआ, सो उत्थे भी क्वेश्चनिंग बहुत घट हो रही है। सिर्फ कॉलेज के नाम वगैरह या कोर्स का नाम पूछ के ही बच्चों को क्लीयर कर देंगे हैं, वो डॉकूमेंटेशन प्रोवाइड कर देंगे जो रिक्वायर्ड होती है। बट तुम अपने वालों हरेक चीज़ की प्रैपरेशन पहले करके जानी है, क्योंकि जो तक तुम जाना हो सकता रश घट जाएगा दोबारा ये क्वेश्चनिंग स्टार्ट हो जाएगी। सो फस्ट ऑफ ऑल जो डॉकूमेंटेशन की क्लैरिटी होनी चाहिए वो ऑफ लैटर के उपर भी तुहानूं सारिया चीज़ां क्लीयर हो जाएंगी ने। फस्ट ऑफ ऑल नेम ऑफ योर कॉलेज, तुसीं किहड़े कॉलेज पढ़न चले आ, किहड़ा कैंपस आ, ये बारे तुहानूं बहुत क्लीयर होना चाहिए वा। तुहाडे घर तो कितना डिस्टेंस आ, तुहानूं ये चीज़ों बारे पता होना चाहिए वा। तुसीं किद्दां ट्रैवल करना, तुहानूं ये चीज़ों बारे भी पता होना चाहिए। नैक्सट है फुल नेम ऑफ योर कोर्स। बहुत स्टूडेंट्स के कोर्स के नाम अलग अलग होंगे आ, जिद्दां किसी का बिजनेस इन जनरल होंदा वा, कोई HR च जाता, बट ज़्यादातर स्टूडेंट जो कोर्स का नाम पूछते हैं वो पहला बिजनेस कह देंगे। बट तुहानूं जो तुहाडा फुल नेम आ, जो ऑफ लैटर के उपर मैंशन आ, तुसीं सेम नाम ही उत्थे वीज़ा अफसर को दसना वा। उन्होंने कोई शॉर्टकट च नहीं आप बोलना, जो पूरा नाम है वही तुसीं इत्थे दसना वा। सो इस चीज़ का भी ध्यान रखिए। नैक्सट है लैवल ऑफ कोर्स। ਜਿਹੜੇ स्टूडेंट जिदा आफ्टर 12th स्टैंडर्ड जाते हैं वो ज़्यादातर डिप्लोमास या डिग्री ली जाते हैं, अंडर ग्रैजुएट डिप्लोमास होंगे आ। जोड़े बच्चे बैचलर डिग्री तो बाद जाते हैं उन्होंने ग्रैजुएट सर्टिफिकेट या पोस्ट ग्रैजुएट या मास्टर डिग्री प्रोग्राम होंगे आ। ਤੁਹਾਡੀ ऑफ लैटर के उपर एक पर्टिकुलर फील्ड के लिखा भी होगा, तुसीं उत्थे चैक कर सकते हैं कि तुहाडे कोर्स का लैवल की है, क्योंकि ये भी तुहानूं क्लीयर होना बहुत जरूरी है। नैक्सट है जी कंप्लीट ड्यूरेशन ऑफ योर कोर्स विद देयर एग्जैक्ट स्टार्ट एंड कंप्लीशन डेट, लेंथ ऑफ योर कोर्स और नंबर ऑफ सेमेस्टर्स। ये भी तुहाडे ऑफ लैटर के उपर इशू किया होंगे कि तुसीं कदों अपना कोर्स स्टार्ट कर रहे हो एंड वो एक्सपैक्टेड कंप्लीशन डेट की आऊगी। तुहानूं ये चीज़ां याद होनी चाहिए, या उत्थे सेमेस्टर लिखे होंगे कि तुसीं 4 सेमेस्टर कंप्लीट करने हैं या 2 ईयर्स कंप्लीट करने, उत्थे तुहानूं मैंशन होना वा, वो चीज़ तुसीं जरूर रीड करनी है। एंड तुहानूं ये चीज़ का क्वेश्चन भी इत्थे पूछा जा सकता है। कॉलेज का कंप्लीट एड्रैस मीनस कि जोड़ा कॉलेज पढ़न चले आ उसका पर्टिकुलर कैंपस असाइन होंगे थोड़ा, क्योंकि कैनेडा काफ़ी कॉलेज अलग अलग लोकेशन पर है। सो वो जोड़ा भी कोर्स तुसीं जितने भी कॉलेज लिया हुआ वा उसका तुहानूं एग्जैक्ट एड्रैस भी याद होना चाहिए कि तुसीं कित्थे जाके पढ़ना वा। ये हरेक समैसटर की एंड उन्होंने ईयरली फीस जो तुसीं पे की या आप अगे जाके करनी है, तुहानूं ये भी चीज़ों बारे पता होना चाहिए। ये तुहाडे पास्ट हिस्टरी बारे पूछा जा सकता कि तुसीं पहलां की एजुकेशन लैके आए हो इंडिया तो, वो तुसीं जे कोई एक्सपीरियंस लगाया तो की काम करते थे, किहड़ियां डेट्स के विच तुसीं जॉब स्टार्ट की है, कदों जॉब एंड हुई है, तुहानूं इदां दी क्वेश्चन भी पूछी जा सकती है, क्योंकि डॉकूमेंटेशन तुसीं अपने नाल कैरी करते हैं एंड ऑफिसर उन्होंने विचों तुहानूं ये क्वेश्चन कर सकता। नैक्सट है जी योर आल्स स्कोर।
ਆਸ ਸਕੋਰ ਤੁਹਾਨੂੰ ਐਗਜ਼ੈਕਟ ਯਾਦ ਹੋਣਾ ਚਾਹੀਦਾ। ਓਵਰਆਲ ਸਕੋਰ, ਇੰਡੀਵਿਜੂਅਲ ਐਂਡ ਕਿਹੜੀ ਡੇਟ ਨੂੰ ਤੁਸੀਂ ਪੇਪਰ ਦਿੱਤਾ ਸੀ ਐਂਡ ਕਿਹੜੀ ਡੇਟ ਨੂੰ ਤੁਹਾਡਾ ਰਿਜ਼ਲਟ ਆਇਆ ਸੀ। ਇਹ ਚੀਜ਼ਾਂ ਬਾਰੇ ਵੀ ਤੁਸੀਂ ਧਿਆਨ ਰੱਖਣਾ ਵਾ, ਕਿਉਂਕਿ ਇੱਦਾਂ ਦੇ ਕੁਐਸਚਨ ਵੀ ਕਈ ਵਾਰੀ ਆਫਿਸਰਸ ਪੁੱਛ ਲੈਂਦੇ ਆ। ਐਂਡ ਅਕਮੋਡੇਸ਼ਨ ਬਾਰੇ ਜਿੱਦਾਂ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਦੱਸ ਹੀ ਚੁੱਕਿਆ ਕਿ ਜਿਵੇਂ ਜ਼ਿਆਦਾਤਰ ਸਟੂਡੈਂਟ ਰਿਲੇਟਿਵਸ ਕੋਲ ਹੀ ਜਾਣਾ ਹੁੰਦਾ ਵਾ, ਸੋ ਉੱਥੇ ਜਿੱਥੇ ਵੀ ਜਾਣਾ ਉਹਨਾਂ ਦਾ ਐਡਰੈਸ ਐਂਡ ਉਹਨਾਂ ਦੀ ਕੰਟੈਕਟ ਡਿਟੇਲਸ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਕਈ ਵਾਰੀ ਵੀਜ਼ਾ ਅਫਸਰ ਇਹ ਵੀ ਪੁੱਛ ਲੈਂਦਾ ਕਿ ਤੁਹਾਡੇ ਕੋਲ ਫੰਡਸ ਕਿੰਨੇ ਆ, ਸੋ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਫੰਡਸ ਦੱਸਣੇ ਆ ਉਹਦੇ ਵਿੱਚ ਫਸਟ ਆਫ ਆਲ ਇੱਕ ਤਾਂ GIC ਜ਼ਰੂਰ ਐਡ ਕਰਨਾ ਕਿ ਤੁਸੀਂ $10,000 ਇਨਵੈਸਟ ਕੀਤਾ ਹੋਇਆ ਕੈਨੇਡਾ ਦੇ ਵਿੱਚ ਆਲਰੇਡੀ। ਐਂਡ ਇਹਦੇ ਨਾਲ ਜੋ ਤੁਸੀਂ ਕੈਰੀ ਕਰ ਰਹੇ ਹੋ ਆਪਣੇ ਨਾਲ ਅਮਾਊਂਟ $1,000 $2,000 ਜੋ ਵੀ ਤੁਸੀਂ ਕੈਰੀ ਕਰ ਰਹੇ ਹੋ ਉਹ ਵੀ ਤੁਸੀਂ ਐਡ ਆਨ ਕਰਕੇ ਦੱਸ ਸਕਦੇ ਹੋ। ਤੇ ਇਨ ਕੇਸ ਉੱਥੇ ਇਹ ਪੁੱਛਿਆ ਜਾਂਦਾ ਕਿ ਤੁਸੀਂ ਫਿਊਚਰ 'ਚ ਕਿੱਦਾਂ ਮੇਨਟੇਨ ਕਰੋਗੇ, ਤਾਂ ਤੁਸੀਂ ਆਪਣੇ ਪੇਰੈਂਟਸ ਦੇ ਬਾਰੇ ਦੱਸਣਾ ਵਾ ਕਿ ਮੇਰੇ ਪੇਰੈਂਟਸ ਦੇ ਇੰਨੀ ਇਨਕਮ ਸੋਰਸ ਹੈਗਾ, ਉਹ ਮੈਨੂੰ ਅੱਗੇ ਸਪੋਂਸਰ ਵੀ ਕਰਨਗੇ ਮੇਰੀ ਸਟੱਡੀ ਦੇ ਲਈ, ਤਾਂ ਉਹ ਚੀਜ਼ਾਂ ਵੀ ਤੁਸੀਂ ਉਹਨਾਂ ਨੂੰ ਕਲੀਅਰ ਕਰਨੀਆਂ ਹੁੰਦੀਆਂ। ਸੋ ਤੁਹਾਨੂੰ ਪੇਰੈਂਟਸ ਦੀ ਇਨਕਮ ਬਾਰੇ ਵੀ, ਸੋਰਸਿਸ ਬਾਰੇ ਪਤਾ ਹੋਣਾ ਚਾਹੀਦਾ ਕਿ ਆਪਾਂ ਕੀ ਇਸ਼ੂ ਕੀਤਾ ਹੋਇਆ ਤੁਹਾਡੀ ਫਾਈਲ ਵਿੱਚ। ਉਹ ਸਟੂਡੈਂਟ ਜਿਨ੍ਹਾਂ ਦਾ ਜਿਹੜੇ ਮੈਰਿਡ ਨੇ ਸਪੈਸ਼ਲੀ ਉਹਨਾਂ ਨੇ ਆਪਣਾ ਓਰੀਜਨਲ ਮੈਰਿਜ ਸਰਟੀਫਿਕੇਟ ਨਾਲ ਜ਼ਰੂਰ ਕੈਰੀ ਕਰਨਾ। ਜਿਹੜਾ ਇੱਥੇ ਸਪਾਊਸ ਨੇ ਉਹਨਾਂ ਲਈ ਉਹ ਸਕੈਨ ਕਰਕੇ ਛੱਡ ਸਕਦੇ ਆ ਜਾਂ ਉਹਨਾਂ ਨੇ ਕਲਰ ਫੋਟੋ ਕਾਪੀਜ਼ ਰੱਖ ਸਕਦੇ ਆ, ਬਟ ਓਰੀਜਨਲ ਮੈਰਿਜ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਉੱਥੇ ਜਾ ਕੇ ਕਈ ਵਾਰੀ ਆਪਾਂ ਨੂੰ ਸਟੇਟਸ ਅਪਡੇਟ ਕਰਨੇ ਪੈਂਦੇ ਆ ਬੈਂਕਸ ਦੇ ਵਿੱਚ। ਸੋ ਉਹ ਬਿਨਾਂ ਓਰੀਜਨਲ ਡਾਕੂਮੈਂਟ ਦੇ ਉੱਪਰ ਕੋਈ ਵੀ ਡਾਕੂਮੈਂਟੇਸ਼ਨ ਦੇ ਉੱਪਰ ਚੇਂਜਸ ਨਹੀਂ ਕਰਦੇ। ਸੋ ਇਸ ਚੀਜ਼ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਵਾ। ਐਂਡ ਵੈਰੀ ਇੰਪੋਰਟੈਂਟ ਕੁਐਸਚਨ, ਕਈ ਵਾਰੀ ਆਫਿਸਰ ਇਹ ਪੁੱਛ ਲੈਂਦੇ ਆ ਕਿ ਵਾਟ ਵਿਲ ਯੂ ਡੂ ਆਫਟਰ ਯੋਰ ਕੋਰਸ ਕੰਪਲੀਸ਼ਨ। ਸੋ ਉਹਦੇ ਵਿੱਚ ਆਪਾਂ ਉੱਥੇ ਕਿਤੇ ਵੀ ਇਹ ਨਹੀਂ ਕਹਿਣਾ ਕਿ ਮੈਂ ਇੱਥੇ PR ਲੈਣ ਦੇ ਲਈ ਆਇਆ ਵਾਂ, ਕਿਉਂਕਿ ਇਸ ਚੀਜ਼ਾਂ ਨੂੰ ਆਪਾਂ ਅਵੋਇਡ ਕਰਨਾ, ਕਿਉਂਕਿ ਤੁਸੀਂ ਟੈਂਪਰੇਰੀ ਜਾ ਰਹੇ ਹੋ। ਸੋ ਤੁਸੀਂ ਟੈਂਪਰੇਰੀ ਬੇਸਿਸ ਦੀਆਂ ਚੀਜ਼ਾਂ ਹੀ ਸ਼ੋ ਕਰਨੀਆਂ ਨੇ। ਤੁਸੀਂ ਇਹ ਕਹਿ ਸਕਦੇ ਕਿ ਮੈਂ ਜਦੋਂ ਆਪਣਾ ਕੋਰਸ ਕੰਪਲੀਟ ਕਰ ਲਿਆ ਮੈਂ ਇੰਡੀਆ ਵਾਪਸ ਜਾਣਾ, ਜਾਂ ਤੁਸੀਂ ਇਹ ਕਹਿ ਸਕਦੇ ਕਿ ਮੈਂ ਆਪ ਦਾ ਜਦੋਂ ਕੋਰਸ ਕੰਪਲੀਟ ਕਰ ਲਿਆ ਤਾਂ ਮੈਂ ਇੱਥੇ ਦੇਖੂੰਗਾ ਕਿ ਮੇਰੇ ਕੋਲ ਕੀ ਓਪਰਚੁਨਿਟੀਜ਼ ਮਿਲਦੀਆਂ ਨੇ ਕੈਨੇਡਾ ਦੇ ਵਿੱਚ ਜੌਬ ਕਰਨਾ, ਤਾਂ ਕਿ ਮੈਂ ਇੱਕ ਇੰਟਰਨੈਸ਼ਨਲ ਲੈਵਲ ਦਾ ਐਕਸਪੀਰੀਅੰਸ ਲੈ ਕੇ ਆਪਣੀ ਕੰਟਰੀ 'ਚ ਵਾਪਸ ਜਾਵਾਂ। ਬਟ ਉਹਨਾਂ ਨੂੰ ਅਸੀਂ ਵਾਪਸ ਜਾਣ ਦੀ ਹੀ ਗੱਲ ਕਰਨੀ ਹੈ, ਪਰਮਾਨੈਂਟ ਰੈਜ਼ੀਡੈਂਸੀ ਦੀ ਆਪਾਂ ਗੱਲ ਕਿਤੇ ਵੀ ਨਹੀਂ ਕਰਨੀ। ਐਂਡ ਇਹ ਚੀਜ਼ਾਂ ਦਾ ਤੁਸੀਂ ਇੱਕ ਹੋਰ ਵੀ ਧਿਆਨ ਰੱਖਣਾ ਕਿ ਤੁਹਾਡੇ ਫੋਨ ਦੇ ਵਿੱਚ, ਕਿਉਂਕਿ ਆਫਿਸਰਸ ਕੋਲ ਅਥਾਰਟੀ ਹੁੰਦੀ ਹੈ ਕਿ ਤੁਹਾਡਾ ਫੋਨ ਚੈੱਕ ਕਰ ਸਕਦੇ ਆ, ਫੋਨ 'ਚ ਕੋਈ ਵੀ ਪਾਇਰੇਟਡ ਚੀਜ਼ਾਂ ਨਹੀਂ ਲੈ ਕੇ ਜਾਣੀਆਂ ਅਸੀਂ, ਠੀਕ ਆ। ਕੋਈ ਪੋਰਨੋਗ੍ਰਾਫੀ ਰਿਲੇਟਡ ਕੋਈ ਕੰਟੈਂਟ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ। ਕੋਈ ਵੀ PR ਬਾਰੇ ਗੱਲ ਕੀਤੀ ਹੋਈ ਹੈ ਜਾਂ ਤੁਸੀਂ ਕੋਈ ਕਾਲਜ ਚੇਂਜ ਕਰਨ ਦੀ ਕਿਸੇ ਨਾਲ ਗੱਲ ਕੀਤੀ ਹੋਈ ਹੈ ਤਾਂ ਉੱਦਾਂ ਕੋਈ ਵੀ ਕੰਟੈਂਟ ਲੈ ਕੇ ਨਹੀਂ ਜਾਣਾ, ਕਿਉਂਕਿ ਜੇ ਫੋਨ ਉਹ ਸਕੈਨ ਕਰਦੇ ਤਾਂ ਸਾਰਾ ਡਾਟਾ ਉਹਨਾਂ ਦੇ ਕੋਲ ਚਲਿਆ ਜਾਂਦਾ ਐਂਡ ਉਹ ਇੱਕ ਬਹੁਤ ਵੱਡਾ ਕੰਸਰਨ ਖੜਾ ਹੋ ਜਾਂਦਾ ਕਈ ਵਾਰੀ। ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਜਦੋਂ ਤੁਸੀਂ ਇੱਥੇ ਆਪਣੀ ਜਿਹੜੀ ਕੁਐਸਚਨਿੰਗ ਆ ਉਹ ਕਲੀਅਰ ਹੋ ਜਾਂਦੀ ਹੈ ਤਾਂ ਉਸ ਟਾਈਮ ਦੇ ਉੱਪਰ ਵੀਜ਼ਾ ਅਫਸਰ ਤੁਹਾਨੂੰ ਉਹਦੇ ਕੁਝ ਡਾਕੂਮੈਂਟੇਸ਼ਨ ਇਸ਼ੂ ਕਰਦਾ ਵਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸਟੱਡੀ ਪਰਮਿਟ ਤੁਹਾਨੂੰ ਮਿਲਣਾ ਵਾ। ਸਟੱਡੀ ਪਰਮਿਟ ਜਿਹੜਾ ਤੁਹਾਡਾ ਇੱਕ A4 ਸ਼ੀਟ ਦੇ ਉੱਪਰ ਪ੍ਰਿੰਟ ਆਊਟ ਹੁੰਦੀ ਆ, ਅਫੀਸ਼ੀਅਲ ਜਿਹੜਾ ਡਾਕੂਮੈਂਟ ਹੁੰਦਾ ਤੁਹਾਡਾ, ਕਿਉਂਕਿ ਕੈਨੇਡਾ ਦੇ ਵਿੱਚ ਸਿਰਫ ਸਟੱਡੀ ਪਰਮਿਟ ਹੀ ਤੁਹਾਡਾ ਵੈਲਿਡ ਰਹਿੰਦਾ ਵਾ। ਉੱਥੇ ਜਾ ਕੇ ਜਿਹੜਾ ਪਾਸਪੋਰਟ 'ਤੇ ਸਟਿੱਕਰ ਲੱਗਾ ਹੋਇਆ ਉਹਦੀ ਕੋਈ ਵੈਲਿਡਿਟੀ ਨਹੀਂ ਰਹਿੰਦੀ, ਕਿਉਂਕਿ ਇਹ ਸਿਰਫ ਟਰੈਵਲਿੰਗ ਪਰਪਸ ਲਈ ਆ। ਜਦੋਂ ਤੁਸੀਂ ਕੈਨੇਡਾ ਤੋਂ ਬਾਹਰ ਆ ਤਾਂ ਤੁਹਾਡਾ ਜਿਹੜਾ ਇਹ ਪਾਸਪੋਰਟ ਦੇ ਉੱਪਰ ਸਟਿੱਕਰ ਲੱਗਾ ਉਹਨਾਂ ਟਾਈਮ ਹੀ ਤੁਹਾਨੂੰ ਵੈਲਿਡ ਚਾਹੀਦਾ ਹੁੰਦਾ। ਜਦੋਂ ਤੁਸੀਂ ਕੈਨੇਡਾ ਐਂਟਰ ਕਰਕੇ ਤਾਂ ਉੱਥੇ ਪਰਮਿਟ ਹੀ ਇਸ਼ੂ ਹੋਊਗਾ। ਐਂਡ ਇਨ ਕੇਸ ਤੁਸੀਂ ਅੱਗੇ ਜਾ ਕੇ ਪਰਮਿਟ ਐਕਸਟੈਂਡ ਕਰਦੇ ਆ ਜਾਂ ਤੁਸੀਂ ਵੀਜ਼ਾ ਆਪਣਾ ਵਰਕ ਪਰਮਿਟ ਦੇ ਵਿੱਚ ਲੈ ਕੇ ਜਾਂਦੇ ਤਾਂ ਉਸ ਟਾਈਮ 'ਤੇ ਤੁਹਾਡੇ ਪਾਸਪੋਰਟ 'ਤੇ ਜੇ ਸਟਿੱਕਰ ਅਪਲਾਈ ਕਰਨਾ ਉਹਦੀ ਇੱਕ ਅਲੱਗ ਸਰਵਿਸ ਆਪਾਂ ਨੂੰ ਉੱਥੇ ਦੁਬਾਰਾ ਲਗਵਾਉਣਾ ਪੈਂਦਾ। ਸੈਕਿੰਡ ਹੁੰਦਾ ਕੋਅਪ ਵਰਕ ਪਰਮਿਟ। ਕੋਅਪ ਵਰਕ ਪਰਮਿਟ ਕਾਫੀ ਬੱਚਿਆਂ ਨੂੰ ਮਿਲਦਾ ਜਿਨ੍ਹਾਂ ਦੀ ਸਟੱਡੀ ਦੇ ਨਾਲ ਨਾਲ ਤੁਹਾਡਾ ਇੱਕ ਵਰਕ ਐਕਸਪੀਰੀਅੰਸ ਰਿਕੁਆਇਰਡ ਹੁੰਦਾ ਵਾ, ਜਿਵੇਂ ਖਾਸ ਕਰਕੇ ਮੈਡੀਕਲ ਫੀਲਡ ਦੇ ਸਟੂਡੈਂਟ ਜਿੰਨੇ ਵੀ ਹੁੰਦੇ ਆ ਉਹਨਾਂ ਨੂੰ ਇੱਕ ਕੋਅਪ ਵਰਕ ਪਰਮਿਟ ਵੀ ਨਾਲ ਮਿਲਦਾ, ਜਿਸ ਦੇ ਵਿੱਚ ਤੁਹਾਨੂੰ ਅਥਾਰਟੀ ਦਿੱਤੀ ਜਾਂਦੀ ਕਿ ਤੁਸੀਂ ਫੁੱਲ ਟਾਈਮ ਵਰਕ ਕਰ ਸਕਦੇ ਆ, ਬਟ ਇੱਕ ਪਰਟੀਕੂਲਰ ਸਮੈਸਟਰ ਹੁੰਦਾ ਤੁਹਾਨੂੰ ਕਾਲਜ ਅਲਾਉ ਕਰਦਾ ਤੁਸੀਂ ਕਦੋਂ ਉਹ ਕੰਮ ਕਰ ਸਕਦੇ ਹੋ। ਥਰਡ ਡਾਕੂਮੈਂਟ ਜਿਹੜਾ ਹੁੰਦਾ ਸੋਸ਼ਲ ਇੰਸ਼ੋਰੈਂਸ ਨੰਬਰ, SIN ਨੰਬਰ ਕਹਿ ਦਿੰਦੇ ਇਹਨੂੰ। ਇਹ ਬਹੁਤ ਇੰਪੋਰਟੈਂਟ ਡਾਕੂਮੈਂਟ ਹੁੰਦਾ ਕਿਉਂਕਿ ਇਹਦੇ ਉੱਪਰ ਹੀ ਤੁਹਾਡਾ ਜਿੰਨਾ ਵੀ ਤੁਸੀਂ ਵਰਕ ਕਰਨਾ ਉਹਦਾ ਰੈਕਡ ਸਾਰਾ ਇਹਦੇ ਉੱਪਰ ਹੀ ਅਪਲੋਡ ਹੁੰਦਾ ਵਾ। ਐਂਡ ਇਹਦੇ ਉੱਪਰ ਅਸੀਂ 20 ਆਵਰਸ ਪਰ ਵੀਕ ਦਾ ਜਿਹੜਾ ਕੰਮ ਦੀ ਤੁਹਾਨੂੰ ਲਿਮਿਟ ਮਿਲਦੀ ਆ ਉਹ ਤੁਸੀਂ ਕਰ ਸਕਦੇ ਆ। ਐਂਡ ਜਿਵੇਂ ਪਿੱਛੇ ਜੇ ਕੈਨੇਡੀਅਨ ਗੌਰਮੈਂਟ ਨੇ ਕੋਈ ਚੇਂਜਸ ਕੀਤੇ ਸੀ ਕਿ ਫੁੱਲ ਟਾਈਮ ਵਰਕ ਕਰ ਸਕਦੇ ਆ ਬੱਚੇ, ਬਟ ਉਹ ਸਿਰਫ ਉਹਨਾਂ ਲਈ ਸੀ ਜੋ 7 ਅਕਤੂਬਰ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਆ ਜਾਂ ਉਹਨਾਂ ਦੇ ਉਸ ਤੋਂ ਪਹਿਲਾਂ ਕੋਈ ਸਟੱਡੀ ਪਰਮਿਟ ਐਕਸਟੈਂਡ ਹੋਣੀ ਸੀਗੀ ਉਹ ਹੋ ਗਈ, ਉਹ ਬੱਚੇ ਉੱਥੇ ਫੁੱਲ ਟਾਈਮ ਜੌਬ ਕਰ ਸਕਦੇ ਆ ਟਿਲ ਦਸੰਬਰ 2023 ਤੱਕ। ਕਈ ਵਾਰੀ ਇਹ ਡਾਕੂਮੈਂਟੇਸ਼ਨ ਉਹ ਇਸ਼ੂ ਨਹੀਂ ਵੀ ਕਰਦੇ, ਸੋ ਜੇ ਨਹੀਂ ਕਰਦੇ ਤਾਂ ਤੁਸੀਂ ਉੱਥੇ ਉਹਨਾਂ ਨੂੰ ਡਿਮਾਂਡ ਨਹੀਂ ਕਰਨਾ ਆਫਿਸਰ ਨੂੰ ਕਦੇ ਵੀ ਕਿ ਮੈਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਦਿਓ, ਤੁਸੀਂ ਮੈਨੂੰ ਦਿੱਤਾ ਨਹੀਂਗਾ। ਇਹ ਆਪਾਂ ਜਿਹੜੀ ਸਰਵਿਸ ਆਪਾਂ ਬਾਅਦ ਦੇ ਵਿੱਚ ਵੀ ਅਲੱਗ ਲੈ ਸਕਦੇ ਹਾਂ। ਉੱਥੇ ਜਿਵੇਂ ਹਰੇਕ ਪ੍ਰੋਵਿੰਸ ਦੀਆਂ ਆਪਣੀਆਂ ਸਰਵਿਸਿਸ ਹੁੰਦੀਆਂ ਨੇ, ਉੱਥੇ ਜਾ ਕੇ ਵੀ ਆਪਾਂ ਇਹ ਇਸ਼ੂ ਕਰਵਾ ਸਕਦੇ ਹਾਂ। ਦੈਨ ਨੈਕਸਟ ਆਉਂਦਾ ਓਰੀਐਂਟੇਸ਼ਨ।
ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੁੰਦਾ। ਜ਼ਿਆਦਾਤਰ ਆਪਣੇ ਬੱਚੇ ਇਗਨੋਰ ਕਰਦੇ ਆ ਓਰੀਐਂਟੇਸ਼ਨ ਨੂੰ, ਕਿਉਂਕਿ ਓਰੀਐਂਟੇਸ਼ਨ ਇੱਕ ਉਹ ਪ੍ਰੋਸੈਸ ਆ ਜਿਹਦੇ ਵਿੱਚ ਤੁਸੀਂ ਜਦੋਂ ਕੈਨੇਡਾ ਲੈਂਡ ਕਰਦੇ ਆ, ਤੁਹਾਡਾ ਕਾਲਜ ਇੱਕ ਪਰਟੀਕੂਲਰ ਡੇਟ ਅਸਾਈਨ ਕਰਦਾ ਕਿ ਤੁਸੀਂ ਉੱਥੇ ਵਿਜ਼ਿਟ ਕਰੋ, ਪ੍ਰੋਪਰ ਟੂਰ ਕਰਵਾਇਆ ਜਾਂਦਾ ਤੁਹਾਨੂੰ ਕਾਲਜ ਦਾ, ਤੁਹਾਨੂੰ ਉੱਥੇ ਤੁਹਾਡੇ ਕਲੀਗਸ ਨਾਲ ਮਿਲਾਇਆ ਜਾਂਦਾ, ਜਿਹੜੇ ਤੁਹਾਡੇ ਨਾਲ ਹੋਰ ਸਟੂਡੈਂਟ ਪੜ੍ਹਦੇ ਆ ਤੁਹਾਡੇ ਸੇਮ ਕੋਰਸ ਦੇ ਵਿੱਚ, ਉਹਨਾਂ ਨੂੰ ਤੁਹਾਨੂੰ ਮਿਲਾਇਆ ਜਾਂਦਾ, ਤੁਹਾਡਾ ਸਟਾਫ ਮਿਲਦਾ ਜਿਨ੍ਹਾਂ ਨੇ ਤੁਹਾਨੂੰ ਪੜ੍ਹਾਉਣਾ ਵਾ, ਕਿੱਥੇ ਲੈਬਸ ਲੱਗਣੀਆਂ, ਕਿਹੜੇ ਕਲਾਸਰੂਮ 'ਚ ਬੈਠਣਾ। ਤਾਂ ਇਹ ਬਹੁਤ ਇੰਪੋਰਟੈਂਟ ਹੁੰਦਾ, ਬਟ ਜ਼ਿਆਦਾਤਰ ਬੱਚੇ ਇਸ ਚੀਜ਼ ਨੂੰ ਮਿਸ ਕਰ ਦਿੰਦੇ ਆ। ਸੋ ਇਸ ਚੀਜ਼ ਨੂੰ ਕਦੇ ਵੀ ਮਿਸ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿ ਉੱਥੇ ਅਲੱਗ-ਅਲੱਗ ਸਰਵਿਸਿਜ਼ ਹੁੰਦੀਆਂ। ਸ਼ਾਇਦ ਬਹੁਤ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਕਾਲਜ ਆਪਾਂ ਨੂੰ ਜੌਬਸ ਵੀ ਲਗਵਾ ਕੇ ਦਿੰਦੇ ਆ। ਬਹੁਤ ਸਾਰੇ ਕਾਲਜ ਦੇ ਵਿੱਚ ਆਪਣੇ ਸੈੱਲ ਬਣੇ ਹੁੰਦੇ ਆ ਕਿ ਜੋ ਤੁਸੀਂ ਕੋਰਸ ਪੜ੍ਹਨ ਚੱਲੇ ਆ ਸੇਮ ਤਰੀਕੇ ਦੀ ਜੌਬ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹੁੰਦੇ ਆ। ਬਟ ਉਹ ਆਪਾਂ ਨੂੰ ਫੇਰ ਹੀ ਪਤਾ ਲੱਗੂਗਾ ਜੇ ਆਪਾਂ ਓਰੀਐਂਟੇਸ਼ਨ ਵਗੈਰਾ ਉਹਨਾਂ ਨਾਲ ਜਾ ਕੇ ਅਟੈਂਡ ਕਰਾਂਗੇ। ਨਹੀਂ ਤਾਂ ਤੁਸੀਂ ਜਿਹੜੇ ਤੁਹਾਡੇ ਨਾਲ ਦੇ ਬੱਚੇ ਗਏ ਹੋਏ ਆ ਉਹਨਾਂ ਨੂੰ ਪੁੱਛ ਕੇ ਹੀ ਕਲਾਸਿਸ 'ਚ ਜਾਂਦੇ ਆ, ਜਾਂ ਤੁਹਾਡੇ ਜਿਹੜੇ ਸੀਨੀਅਰ ਬੱਚੇ ਹੁੰਦੇ ਆ ਆਪਾਂ ਉਹਨਾਂ ਦੀ ਹੈਲਪ ਲੈਂਦੇ ਆ। ਬਟ ਇਸ ਚੀਜ਼ ਨੂੰ ਜੇ ਤੁਸੀਂ ਓਰੀਐਂਟੇਸ਼ਨ ਨੂੰ ਹੀ ਅਟੈਂਡ ਕਰ ਲੈਂਦੇ ਆ ਤਾਂ ਤੁਹਾਨੂੰ ਹਰੇਕ ਚੀਜ਼ ਦੀ ਕਲੈਰਿਟੀ ਉੱਥੇ ਮਿਲ ਜੂਗੀ। ਨੈਕਸਟ ਹੈਗਾ ਥਿੰਗਸ ਟੂ ਕੀਪ ਇਨ ਮਾਈਂਡ ਵੈਨ ਯੂ ਆਰ ਇਨ ਕੈਨੇਡਾ ਔਨ ਸਟੱਡੀ ਪਰਮਿਟ। ਸੋ ਫਸਟ ਆਫ ਆਲ 20 ਆਵਰਸ ਪਰ ਵੀਕ ਦਾ ਜਿਹੜਾ ਤੁਹਾਨੂੰ ਟਾਈਮ ਅਲਾਉ ਕਰਦੀ ਹੈ ਗੌਰਮੈਂਟ। ਜਦੋਂ ਤੁਸੀਂ ਫੁੱਲ ਟਾਈਮ ਸਟੂਡੈਂਟ ਹੋ ਤਾਂ ਤੁਸੀਂ 20 ਆਵਰਸ ਪਰ ਵੀਕ ਕੰਮ ਕਰ ਸਕਦੇ ਆ, ਜਿਹੜਾ ਕਿ ਕੰਪਲੀਟਲੀ ਲੀਗਲ ਵੇ ਨਾਲ ਤੁਸੀਂ ਕਰ ਸਕਦੇ ਆ। ਐਂਡ ਇਹ ਉਦੋਂ ਹੀ ਕਰਨਾ ਜਦੋਂ ਤੁਸੀਂ ਆਪਣੀਆਂ ਕਲਾਸਿਸ ਸਟਾਰਟ ਕਰ ਚੁੱਕੇ ਹੋ, ਉਸ ਤੋਂ ਪਹਿਲਾਂ ਤੁਸੀਂ ਕੰਮ ਲਈ ਅਲਾਉਡ ਨਹੀਂ ਹੁੰਦੇ। ਜਦੋਂ ਤੁਹਾਡੀਆਂ ਅੱਗੇ ਇੱਕ ਸ਼ਡਿਊਲ ਬ੍ਰੇਕ ਹੁੰਦੀ ਆ, ਜਿਵੇਂ ਜਿਹੜੇ 2 ਸਾਲ ਲਈ ਪੜ੍ਹਨ ਚੱਲਦੇ ਆ ਤਾਂ 8 ਮਹੀਨੇ ਬਾਅਦ ਇੱਕ ਉਹਨਾਂ ਨੂੰ ਡਰੋਪ ਮਿਲਦਾ, ਅਫੀਸ਼ੀਅਲ ਡਰੋਪ ਕਿਹਾ ਜਾਂਦਾ ਵਾ, ਉਹਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਉਹਦੇ ਵਿੱਚ ਕੋਈ ਲਿਮਿਟ ਨਹੀਂ ਹੁੰਦੀ। ਬਟ ਅਨਅਫੀਸ਼ੀਅਲ ਡਰੋਪਸ ਜਿਹੜੇ ਹੁੰਦੇ ਆ ਬੱਚੇ ਆਪ ਲੈ ਲੈਂਦੇ ਆ, ਉਹਨਾਂ ਦੇ ਵਿੱਚ ਅਸੀਂ ਕੰਮ ਨਹੀਂ ਕਰ ਸਕਦੇ। ਐਂਡ ਅਨਅਫੀਸ਼ੀਅਲ ਡਰੋਪਸ ਨੂੰ ਅਵੋਇਡ ਹੀ ਕਰਨਾ, ਆਪਾਂ ਅਨਅਫੀਸ਼ੀਅਲ ਡਰੋਪ ਨਹੀਂ ਲੈਣੇ ਕਿਉਂਕਿ ਤੁਹਾਡੇ ਪੋਸਟ ਗ੍ਰੈਜੂਏਟ ਵਰਕ ਪਾਉਣ ਦੇ ਵਿੱਚ ਪ੍ਰੋਬਲਮ ਲੈ ਕੇ ਆ ਸਕਦੀ ਹੈ। ਨੈਕਸਟ ਸੋਸ਼ਲ ਇੰਸ਼ੋਰੈਂਸ ਨੰਬਰ ਤੁਹਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਉਂਕਿ ਇਹਦੇ 'ਚ ਤੁਹਾਡਾ ਸਾਰਾ ਰੈਕਡ ਹੁੰਦਾ। ਇਹ ਤੁਸੀਂ ਸਿਰਫ ਤੇ ਸਿਰਫ ਆਪਣੇ ਇੰਪਲੋਇਰ ਨਾਲ ਸ਼ੇਅਰ ਕਰਨਾ ਹੁੰਦਾ, ਹੋਰ ਕਿਸੇ ਵੀ ਪਰਸਨ ਨਾਲ ਸ਼ੇਅਰ ਨਹੀਂ ਕਰਨਾ, ਕਿਉਂਕਿ ਇਹਦੇ 'ਚ ਤੁਹਾਡਾ ਸਾਰਾ ਰਿਕਾਰਡ ਗਵਰਨਮੈਂਟ ਤੋਂ ਆਪਾਂ ਕਢਵਾ ਸਕਦੇ ਹਾਂ। ਸੋ ਇਹ ਕਦੇ ਵੀ ਸ਼ੇਅਰ ਹੋ ਜਾਂਦਾ, ਗਲਤੀ ਨਾਲ ਕਿਤੇ ਗੁੰਮ ਹੋ ਜਾਂਦਾ, ਤਾਂ ਤੁਸੀਂ ਇਮੀਡੀਏਟਲੀ ਉੱਥੇ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਰਿਪੋਰਟ ਕਰੋ, ਉਹ ਤੁਹਾਨੂੰ ਨਵਾਂ ਇੰਸ਼ੋਰੈਂਸ ਨੰਬਰ ਫਿਰ ਇਸ਼ੂ ਕਰਨਗੇ ਪੁਰਾਣੇ ਨੂੰ ਕੈਂਸਲ ਕਰਕੇ। ਸੋ ਉਸ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ। ਐਂਡ ਇੰਪਲੋਇਰ ਨੂੰ ਤੁਸੀਂ ਇਹ ਜ਼ਰੂਰ ਦੇਣਾ ਹੁੰਦਾ, ਕਿਉਂਕਿ ਜਿਹਨੇ ਸੈਲਰੀ ਪਾਉਣੀ ਆ ਉਹ ਤੁਹਾਡੇ ਰਿਕਾਰਡ ਦੇ ਵਿੱਚ ਹੀ ਚੜਾ ਕੇ ਪਾਊਗਾ। ਸੋ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ। ਇਹਦੇ ਨਾਲ ਨਾਲ ਕਈ ਬੱਚੇ ਉੱਥੇ ਜਾ ਕੇ ਕਾਲਜ ਵੀ ਚੇਂਜ ਕਰਦੇ ਆ। ਸੋ ਟਰਾਈ ਕਰੋ ਕਿ ਫਸਟ ਆਫ ਆਲ ਤਾਂ ਆਪਾਂ ਕਾਲਜ ਚੇਂਜ ਨਾ ਹੀ ਕਰੀਏ, ਕਿਉਂਕਿ ਇਹਦੇ ਵਿੱਚ ਕਾਫੀ ਲਾਸ ਹੁੰਦਾ, ਫੀਸ ਦਾ ਵੀ ਲਾਸ ਹੁੰਦਾ, ਐਂਡ ਕਈ ਵਾਰੀ ਆਪਾਂ ਨੂੰ ਇੱਕ ਸਮੈਸਟਰ ਵੇਟ ਵੀ ਕਰਨੀ ਪੈ ਜਾਂਦੀ ਹੈ। ਨਹੀਂ ਐਡਮਿਸ਼ਨਸ ਹੁੰਦੀਆਂ ਤਾਂ ਨੈਕਸਟ ਸਮੈਸਟਰ ਜਾ ਕੇ ਅਸੀਂ ਐਨਰੋਲ ਹੁੰਦੇ ਹਾਂ। ਸੋ ਇਹ ਚੀਜ਼ਾਂ ਤੁਹਾਡੇ ਵਰਕ ਪਰਮਿਟ ਦੇ ਉੱਪਰ ਇੰਪੈਕਟ ਪਾਉਂਦੀਆਂ ਨੇ, ਬਟ ਇਨ ਕੇਸ ਕਰਨਾ ਵੀ ਪੈਂਦਾ ਕਿਸੇ ਮਜਬੂਰੀ ਕਰਕੇ, ਤਾਂ ਉਹਦੇ ਲਈ ਸਾਡੇ ਨਾਲ ਜ਼ਰੂਰ ਡਿਸਕਸ ਕਰ ਲਿਓ ਪਹਿਲਾਂ, ਕਿਉਂਕਿ ਇਹਦੇ 'ਚ ਕੁਝ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ ਕਿ ਜਿਹੜਾ ਤੁਸੀਂ ਆਪਣਾ ਕਾਲਜ ਚੇਂਜ ਕਰ ਰਹੇ ਆ ਉਹ ਸਾਨੂੰ CAC ਨੂੰ ਅਪਡੇਟ ਵੀ ਕਰਨਾ ਪੈਂਦਾ ਕਿ ਅਸੀਂ ਕਾਲਜ ਚੇਂਜ ਕੀਤਾ ਵਾ। ਉਹਦੇ ਨਾਲ ਫੰਡ ਪਾਲਿਸੀਜ਼ ਵੀ ਦੇਖਣੀਆਂ ਪੈਣਗੀਆਂ ਕਿ ਕਿੰਨੀ ਫੀਸ ਤੁਹਾਡੀ ਵਾਪਸ ਆਊਗੀ, ਕਿਉਂਕਿ ਉਹਦੇ 'ਚ ਕੁਝ ਡਿਡਕਸ਼ਨ ਹੋ ਕੇ ਹੀ ਆਉਣੀ ਹੈ। ਸੋ ਇਹ ਚੀਜ਼ਾਂ ਦਾ ਵੀ ਆਪਾਂ ਧਿਆਨ ਰੱਖਣਾ। ਐਂਡ ਅਨਅਫੀਸ਼ੀਅਲ ਡਰੋਪਸ ਨਹੀਂ ਲੈਣੇ ਆਪਾਂ, ਚਾਹੇ ਜਿੰਨਾ ਵੀ ਜ਼ਰੂਰੀ ਹੋਵੇ। ਟਰਾਈ ਕਰੋ ਕਿ ਅਨਅਫੀਸ਼ੀਅਲ ਡਰੋਪਸ ਨਾ ਲਓ, ਕਿਉਂਕਿ ਇਹਦੇ ਨਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਬਹੁਤ ਪ੍ਰੋਬਲਮਸ ਹੁੰਦੀਆਂ ਬੱਚਿਆਂ ਨੂੰ। ਉਹ ਕਈ ਵਾਰੀ ਇਸ਼ੂ ਨਹੀਂ ਕਰਦੀ ਕੈਨੇਡੀਅਨ ਗਵਰਨਮੈਂਟ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਬੱਚੇ ਨੇ ਇੱਥੇ ਕੰਮ ਹੀ ਨਹੀਂ ਕੀਤਾ ਹੋਣਾ ਫ੍ਰੀ ਰਹਿ ਕੇ, ਜਸਟ ਉਹਨੇ ਡਰੋਪ ਕਿਸੇ ਬਹਾਨੇ ਕਰਕੇ ਲਿਆ, ਜਾਂ ਤੁਹਾਨੂੰ ਉਹਦਾ ਰਿਕਾਰਡ ਦੇਣਾ ਪਊਗਾ ਕਿ ਤੁਸੀਂ ਉਸ ਟਾਈਮ ਦੇ ਵਿੱਚ ਕੀ ਕੀਤਾ ਵਾ। ਤੁਹਾਡੇ ਕੋਲ ਜੇ ਕੋਈ ਸੋਲਿਡ ਪ੍ਰੂਫ ਹੈਗੇ ਆ ਤਾਂ ਉਹਨਾਂ ਦੇ ਬਿਹਾਫ ਦੇ ਉੱਪਰ ਆਪਾਂ ਉਸ ਚੀਜ਼ ਨੂੰ ਅਸੈਪਟ ਕਰ ਸਕਦੇ ਹਾਂ। ਐਂਡ ਟਰਾਈ ਟੂ ਮੇਨਟੇਨ ਯੂਰ ਫੁੱਲ ਟਾਈਮ ਸਟੂਡੈਂਟ ਸਟੇਟਸ ਥਰੂ ਆਊਟ ਦਾ ਪ੍ਰੋਗਰਾਮ। ਇਸ ਕਰਕੇ ਜਦੋਂ ਤੁਸੀਂ ਸਟੂਡੈਂਟ ਕੈਨੇਡਾ ਬਣ ਕੇ ਜਾਂਦੇ ਆ ਤਾਂ ਉੱਥੇ ਤੁਸੀਂ ਘੱਟੋ ਘੱਟ 9 ਕ੍ਰੈਡਿਟ ਲੈ ਕੇ ਹੀ ਪੜ੍ਹਨਾ ਵਾ, ਕਿਉਂਕਿ ਜੇ ਤੁਸੀਂ ਕੋਈ ਵੀ ਸਬਜੈਕਟ ਘੱਟ ਲੈਂਦੇ ਆ, ਤੁਹਾਡੇ ਕੋਲ 2 ਸਬਜੈਕਟ ਰਹਿ ਜਾਂਦੇ ਆ ਤਾਂ ਤੁਹਾਡੇ ਕੋਲ 6 ਕ੍ਰੈਡਿਟ ਰਹਿ ਜਾਣਗੇ। ਬਟ 6 ਕ੍ਰੈਡਿਟਸ ਨੂੰ ਫੁੱਲ ਟਾਈਮ ਅਲਾਉ ਨਹੀਂ ਹੁੰਦਾ, ਉਹਦੇ ਤੁਸੀਂ ਕੰਮ ਵੀ ਨਹੀਂ ਕਰ ਸਕਦੇ। ਐਂਡ ਤੁਸੀਂ ਜਿਹੜਾ ਤੁਹਾਡੇ ਜਿਹੜੀ ਡਿਊਰੇਸ਼ਨ ਆ ਕੋਰਸ ਦੀ ਉਹਦੀ ਲੈਂਥ ਇਨਕਰੀਜ਼ ਹੋ ਜਾਂਦੀ ਹੈ। ਸੋ ਉਹ ਵੀ ਆਪਾਂ ਟਰਾਈ ਕਰਨਾ ਕਿ ਆਪਾਂ ਜਿਹੜੇ ਆਪਣੇ ਕੋਰਸਸ ਨੇ ਉਹ ਟਾਈਮ ਟੂ ਟਾਈਮ ਪਹਿਲਾਂ ਹੀ ਰਜਿਸਟਰ ਕਰਕੇ ਰੱਖੀਏ, ਤਾਂ ਕਿ ਆਪਾਂ ਨੂੰ ਇੱਦਾਂ ਦੀਆਂ ਪ੍ਰੋਬਲਮਸ ਨਾ ਆਪਾਂ ਫੇਸ ਕਰਨੀਆਂ। ਨੈਕਸਟ ਹੈਗੀਆਂ ਨੇ ਜੋ ਸਰਵਿਸਿਜ਼ ਤੁਸੀਂ ਫਿਊਚਰ ਦੇ ਵਿੱਚ ਜਾ ਕੇ ਲੈਣੀਆਂ ਪੈਣੀਆਂ ਆਪਾਂ ਨੂੰ, ਸੋ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਐਂਡ ਇਹ ਤੁਹਾਨੂੰ ਮੈਕਰੋ ਗਲੋਬਲ ਦੀ ਜਿਹੜੀ ਕੈਨੇਡੀਅਨ ਫਰਮ ਹੈਗੀ GD ਇਮੀਗ੍ਰੇਸ਼ਨ ਲਿਮਟਿਡ, ਤੁਸੀਂ ਉੱਥੋਂ ਸਾਰੀਆਂ ਸਰਵਿਸਿਜ਼ ਇਹ ਲੈ ਸਕਦੇ ਆ। ਫਸਟ ਆਫ ਆਲ ਸਪੋਂਸਰਸ਼ਿਪ ਲੈਟਰਸ ਫॉर ਵਿਜ਼ਟਰ ਵੀਜ਼ਾ ਔਰ ਸੁਪਰ ਵੀਜ਼ਾ। ਜਿੱਦਾਂ ਤੁਸੀਂ ਅੱਜ ਸਟੂਡੈਂਟ ਦੇ ਤੌਰ ਤੇ ਕਹਿਣਾ ਜਾ ਰਹੇ ਆ, ਕੱਲ੍ਹ ਨੂੰ ਤੁਹਾਨੂੰ ਸਾਲ ਬਾਅਦ 6 ਮਹੀਨੇ ਬਾਅਦ ਲੱਗਦਾ ਕਿ ਤੁਸੀਂ ਆਪਣੇ ਪੇਰੈਂਟਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ, ਉਹਨਾਂ ਨੂੰ ਮਿਲਣਾ ਚਾਹੁੰਦੇ ਆ,
ਕਿਉਂਕਿ ਕਈ ਵਾਰੀ ਬੱਚੇ ਹੋਮ ਸਿਕਨੈਸ ਫੀਲ ਕਰਦੇ ਆ, ਤਾਂ ਉੱਥੋਂ ਤੁਸੀਂ ਇੱਕ ਲੈਟਰ ਰੈਡੀ ਕਰਵਾਉਣੀ ਹੁੰਦੀ ਹੈ, ਜਿਹਨੂੰ ਇਨਵੀਟੇਸ਼ਨ ਲੈਟਰ ਕਿਹਾ ਜਾਂਦਾ ਜਾਂ ਸਪੌਂਸਰ ਲੈਟਰ ਕਿਹਾ ਜਾਂਦਾ। ਸੋ ਉਹ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਤੁਹਾਡੀ ਫਾਈਲ ਦਾ ਜਦੋਂ ਅਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ, ਕਿਉਂਕਿ ਪਰਪਸ ਆਫ ਵਿਜ਼ਿਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਜਦੋਂ ਅਸੀਂ ਟਰੈਵਲ ਕਰਨਾ ਵਾ। ਸੋ ਉਹ ਲੈਟਰਸ ਤੁਸੀਂ ਆਪਣੇ ਕੈਨੇਡੀਅਨ ਆਫਿਸ ਤੋਂ ਵੀ ਬਣਵਾ ਸਕਦੇ ਹੋ। ਨੈਕਸਟ ਹੈਗਾ ਸੁਪਰ ਵੀਜ਼ਾ। ਸੁਪਰ ਵੀਜ਼ਾ ਇੱਕ ਉਹ ਵੀਜ਼ਾ ਹੁੰਦਾ, ਵੈਸੇ ਤਾਂ ਇਹ ਜਦੋਂ ਪਰਮਾਨੈਂਟ ਹੋ ਜਾਂਦੇ ਹਾਂ ਅਸੀਂ ਉਦੋਂ ਅਪਲਾਈ ਕਰ ਸਕਦੇ ਹਾਂ, ਪਰਮਾਨੈਂਟ ਜਾਂ ਜਦੋਂ ਸਿਟੀਜ਼ਨ ਹੁੰਦੇ ਆ। ਇਹਦੇ ਵਿੱਚ ਲਗਾਤਾਰ ਪੇਰੈਂਟਸ ਤੁਹਾਡੇ 5 ਸਾਲ ਦੇ ਲਈ ਉੱਥੇ ਸਟੇ ਕਰ ਸਕਦੇ ਆ। ਜਿਸ ਕਿ ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਦੇ ਵਿੱਚ ਥੋੜ੍ਹਾ ਹੀ ਫਰਕ ਹੁੰਦਾ ਵਾ, ਬਸ ਉਹਦੇ 'ਚ 6 ਮਹੀਨੇ ਦੀ ਵਿਜ਼ਿਟ ਹੁੰਦੀ ਹੈ, ਇਹਦੇ 'ਚ 5 ਸਾਲ ਦੀ ਹੋ ਜਾਂਦੀ ਹੈ। ਐਂਡ ਇਹਦੇ ਵਿੱਚ ਇੰਸ਼ੋਰੈਂਸ ਵਗੈਰਾ ਕੰਪਲਸਰੀ ਹੁੰਦੀ ਆ, ਮੈਡੀਕਲ ਕੰਪਲਸਰੀ ਹੁੰਦੀ ਆ। ਵਿਜ਼ਟਰ ਵੀਜ਼ਾ ਦੇ ਵਿੱਚ ਆਪਾਂ ਨੂੰ ਨਹੀਂ ਕਰਵਾਉਣੀ ਪੈਂਦੀ। ਨੈਕਸਟ ਹੈਗਾ ਜੀ ਓਪਨ ਵਰਕ ਪਰਮਿਟ। ਓਪਨ ਵਰਕ ਪਰਮਿਟ ਸਪੈਸ਼ਲੀ ਸਪਾਊਸ ਬੇਸਡ ਕੇਸ ਹੁੰਦੇ ਆ, ਜਿਨ੍ਹਾਂ ਦੇ ਵਿੱਚ ਜਿਹੜੇ ਮੈਰਿਡ ਨੇ ਪਰਸਨ, ਉਹਨਾਂ ਨੂੰ ਹੁਣੇ ਤੋਂ ਆਪਣੀ ਪ੍ਰੈਪਰੇਸ਼ਨ ਕਰਨੀ ਸਟਾਰਟ ਕਰਨੀ ਚਾਹੀਦੀ ਆ ਓਪਨ ਵਰਕ ਪਰਮਿਟ ਲਈ, ਕਿਉਂਕਿ ਕੁਝ ਫਾਈਨੈਂਸ਼ੀਅਲ ਡਾਕੂਮੈਂਟ ਹੁੰਦੇ ਜਿਨ੍ਹਾਂ ਨੂੰ ਤੁਹਾਨੂੰ 4 ਮਹੀਨੇ ਪੁਰਾਣਾ ਕਰਨਾ ਪੈਂਦਾ। ਸੋ ਹੁਣੇ ਤੋਂ ਕਰ ਲਓਗੇ ਤਾਂ ਜਿਹੜਾ ਤੁਹਾਡਾ ਸਪਾਊਸ ਹੋਊਗਾ ਉਹ ਮੇਲ 'ਚ ਜਦੋਂ ਤੁਸੀਂ ਜਾ ਕੇ ਕਲਾਸਿਸ ਲਗਾਓਗੇ ਤਾਂ ਇਮੀਡੀਏਟਲੀ ਆਪਾਂ ਉਹਨਾਂ ਦੀ ਫਾਈਲ ਵੀ ਅਪਲਾਈ ਕਰ ਸਕਦੇ ਹਾਂ। ਐਂਡ ਇਹ ਕਾਫੀ ਹੈਲਪਫੁਲ ਹੁੰਦਾ, ਕਿਉਂਕਿ 1 ਤੋਂ 2 ਮਹੀਨੇ ਦੇ ਵਿੱਚ ਓਪਨ ਵਰਕ ਪਰਮਿਟ ਦੇ ਜਿਹੜੇ ਕੇਸਿਸ ਆ ਐਟ ਟਾਈਮ ਅਪਰੂਵ ਹੋ ਕੇ ਆ ਜਾਂਦੇ ਆ। ਸੋ ਉਹਦੇ ਲਈ ਇਹ ਉਧਰ ਫੁੱਲ ਟਾਈਮ ਸਟੂਡੈਂਟ ਜਿਹੜਾ ਪੜ੍ਹ ਰਿਹਾ ਵਾ ਐਲੀਜੀਬਿਲਟੀ ਐਲ ਆਈ ਦੇ ਅੰਦਰ ਉਹ ਅਪਲਾਈ ਕਰ ਸਕਦੇ, ਜਾਂ ਜਿਹੜੇ ਫੁੱਲ ਟਾਈਮ ਵਰਕਰ ਹੈਗੇ ਉਹ ਅਪਲਾਈ ਕਰ ਸਕਦੇ ਹੁੰਦੇ ਆ। ਦੋਨੇ ਕੈਟਾਗਰੀਜ਼ ਦੇ ਵਿੱਚ ਉਹ ਆਪਣੇ ਸਪਾਊਸ ਤੇ ਆਪਣੇ ਬੱਚਿਆਂ ਨੂੰ ਸਪਾਂਸਰ ਕਰ ਸਕਦੇ ਆ। ਨੈਕਸਟ ਹੈਗਾ ਸਟੱਡੀ ਪਰਮਿਟ ਐਕਸਟੈਂਸ਼ਨ। ਸਟੱਡੀ ਪਰਮਿਟ ਐਕਸਟੈਂਸ਼ਨ ਉਦੋਂ ਅਪਲਾਈ ਕਰਨ ਦੀ ਲੋੜ ਪੈਂਦੀ ਹੈ ਜਦੋਂ ਤੁਹਾਡਾ ਜਾਂ ਤਾਂ ਇਨਟੇਕ ਡੈਫਰ ਹੋਇਆ ਹੋਵੇ, ਜਾਂ ਤੁਸੀਂ ਆਪਣੇ ਕੁਝ ਕੋਰਸਸ ਘੱਟ ਚੱਕੇ ਹੋ ਐਂਡ ਤੁਹਾਡਾ ਜਿਹੜੀ ਡਿਊਰੇਸ਼ਨ ਆ ਸਟੱਡੀ ਦੀ ਉਹ ਪਹਿਲਾਂ ਨਾਲੋਂ ਐਕਸਟੈਂਡ ਹੋ ਜਾਂਦੀ ਹੈ। ਕਿਉਂਕਿ ਵੈਸੇ ਵੀਜ਼ਾ ਅਫਸਰ ਤੁਹਾਨੂੰ ਆਲਵੇਜ਼ 3 ਮੰਥਸ ਦਾ ਜ਼ਿਆਦਾ ਟਾਈਮ ਪੀਰੀਅਡ ਹੀ ਦੇ ਕੇ ਤੁਹਾਨੂੰ ਜਿਹੜਾ ਵੀਜ਼ਾ ਦਿੰਦਾ ਵਾ, ਤੁਹਾਡਾ ਸਟੱਡੀ ਪਰਮਿਟ ਜਿਹੜਾ ਅਪਰੂਵ ਹੁੰਦਾ ਵਾ। ਬਟ ਇਨ ਕੇਸ ਕਦੇ ਵੀ ਇਹ ਚੀਜ਼ ਲੱਗਦੀ ਹੈ ਕਿ ਮੇਰੀ ਸਟੱਡੀ ਲੇਟ ਖਤਮ ਹੋ ਰਹੀ ਆ, ਬਟ ਜਿਹੜਾ ਮੇਰਾ ਸਟੱਡੀ ਪਰਮਿਟ ਆ ਉਹ ਪਹਿਲਾਂ ਐਕਸਪਾਇਰ ਹੋ ਰਿਹਾ, ਤਾਂ ਆਪਾਂ ਉਹਦੀ ਐਕਸਟੈਂਸ਼ਨ ਲਈ ਅਪਲਾਈ ਕਰ ਸਕਦੇ ਹਾਂ। ਬੜਾ ਸਿੰਪਲ ਜਿਹਾ ਪ੍ਰੋਸੈਸ ਹੁੰਦਾ। ਐਮਬੈਸੀ ਵੱਲੋਂ ਤੁਹਾਨੂੰ ਇੱਕ ਨਵਾਂ ਡਾਕੂਮੈਂਟੇਸ਼ਨ ਇਸ਼ੂ ਹੋ ਜਾਂਦਾ। ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋਊਗੀ ਉਦੋਂ 90 ਡੇਜ਼ ਤੱਕ ਦਾ ਤੁਹਾਨੂੰ ਨੈਕਸਟ ਤੁਹਾਡਾ ਜਿਹੜਾ ਪਰਮਿਟ ਵੈਲਿਡ ਹੋ ਕੇ ਤੁਹਾਨੂੰ ਮਿਲ ਜਾਂਦਾ ਵਾ। ਐਂਡ ਇਹਦੀ ਸਰਵਿਸ ਤੁਸੀਂ ਆਪਣੇ ਜੀ ਡੀ ਇਮੀਗ੍ਰੇਸ਼ਨ ਲਿਮਟਿਡ ਤੋਂ ਲੈ ਸਕਦੇ ਹੋ। ਕੋਆਪ ਵਰਕ ਪਰਮਿਟ ਜ਼ਿਆਦਾਤਰ ਕੇਸਸ ਦੇ ਵਿੱਚ ਤਾਂ ਤੁਹਾਨੂੰ ਪਹਿਲਾਂ ਹੀ ਮਿਲ ਜਾਂਦਾ, ਕਿਉਂਕਿ ਤੁਹਾਡੇ ਫਾਰਮਸ ਅਸੀਂ ਆਲਰੇਡੀ ਭਰ ਕੇ ਭੇਜਦੇ ਹਾਂ ਕਿ ਤੁਸੀਂ ਉੱਥੇ ਜਾ ਕੇ ਵਰਕ ਜਿਹੜਾ ਤੁਹਾਡਾ ਇੱਕ ਪਾਰਟ ਆ ਤੁਹਾਡੀ ਸਟੱਡੀ ਦਾ। ਬਟ ਇਨ ਕੇਸ ਨਹੀਂ ਮਿਲਦਾ ਤਾਂ ਤੁਸੀਂ ਆਫਿਸਰਸ ਨੂੰ ਨਹੀਂ ਕਹਿ ਸਕਦੇ ਇੱਥੇ, ਉਹਦੇ ਲਈ ਵੀ ਇੱਕ ਅਲੱਗ ਐਪਲੀਕੇਸ਼ਨ ਅਪਲਾਈ ਹੋ ਜਾਂਦੀ ਆ, ਉਹ ਵੀ ਆਪਾਂ ਤੁਹਾਨੂੰ ਉੱਥੇ ਸਰਵਿਸ ਦੇ ਸਕਦੇ ਹਾਂ। ਐਂਡ ਇਹਦਾ ਵੀ ਪ੍ਰੋਸੈਸ ਬੜਾ ਨਾਰਮਲੀ ਹੁੰਦਾ। ਨੈਕਸਟ ਹੈਗਾ ਜੀ ਰੀਸਟੋਰੇਸ਼ਨ ਆਫ ਟੈਂਪਰੇਰੀ ਰੈਜ਼ੀਡੈਂਟ ਸਟੇਟਸ। ਰੀਸਟੋਰੇਸ਼ਨ ਦਾ ਪ੍ਰੋਸੈਸ ਤਾਂ ਵੈਸੇ ਉਹਨਾਂ ਬੱਚਿਆਂ ਲਈ ਹੁੰਦਾ ਵਾ ਜਿਨ੍ਹਾਂ ਦਾ ਸਟੇਟਸ ਐਕਸਪਾਇਰ ਹੋ ਜਾਂਦਾ, ਕਿਉਂਕਿ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ, ਕਿਉਂਕਿ ਅਸੀਂ ਇੱਦਾਂ ਦੇ ਕੇਸ ਵੀ ਦੇਖੇ ਆ ਜਿਹਦੇ 'ਚ ਬੱਚੇ ਵੀਜ਼ਾ ਲੈ ਕੇ ਤਾਂ ਚਲੇ ਗਏ, ਬਟ ਉਹਨਾਂ ਨੂੰ ਇਹ ਯਾਦ ਭੁੱਲ ਗਿਆ ਕਿ ਮੇਰਾ ਵੀਜ਼ਾ ਖਤਮ ਕਦੋਂ ਹੋ ਗਿਆ। ਸੋ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਵੀਜ਼ਾ ਖਤਮ ਹੋ ਜਾਂਦਾ ਤੁਹਾਡਾ, ਤਾਂ ਤੁਸੀਂ ਇੱਕ ਲੀਗਲ ਸਟੇਟਸ ਦੇ ਉੱਪਰ ਚਲੇ ਜਾਂਦੇ ਆ, ਜਿਹਦੇ ਵਿੱਚ ਗੌਰਮੈਂਟ ਕਹਿੰਦੀ ਕਿ ਤੁਸੀਂ ਐਟ ਅ ਟਾਈਮ ਕੈਨੇਡਾ ਦੇ ਲਾਅ ਦੇ ਅਕੋਰਡਿੰਗ ਲੀਗਲ ਹੋ ਚੁੱਕੇ ਆ ਐਂਡ ਤੁਸੀਂ ਉੱਥੇ ਕੰਮ ਜਾਂ ਪੜ੍ਹਾਈ ਨਹੀਂ ਕਰ ਸਕਦੇ। ਸੋ ਇਨ ਕੇਸ ਇੱਦਾਂ ਦੀ ਸਿਚੁਏਸ਼ਨ ਬਣਦੀ ਆ ਤਾਂ ਉਹਨੂੰ ਆਪਾਂ ਰੀਸਟੋਰ ਕਰ ਸਕਦੇ ਹਾਂ ਵਿਦਿਨ 90 ਡੇਜ਼। ਜੇ ਅੱਜ ਖਤਮ ਹੋਇਆ ਤਾਂ ਅਗਲੇ ਆਉਣ ਵਾਲੇ 90 ਦਿਨਾਂ ਦੇ ਵਿੱਚ ਆਪਾਂ ਨੂੰ ਦੁਬਾਰਾ ਰੀਸਟੋਰ ਕਰਨ ਦੇ ਲਈ ਟਰਾਈ ਕਰ ਸਕਦੇ ਹਾਂ। ਬਟ ਇਹ ਥੋੜ੍ਹਾ ਜਿਹਾ ਰਿਸਕੀ ਪਾਰਟ ਹੁੰਦਾ ਵਾ, ਕਿਉਂਕਿ ਇਹਦੇ ਵਿੱਚ ਥੋੜ੍ਹੀਆਂ ਕੰਪਲੀਕੇਸ਼ਨਸ ਹੁੰਦੀਆਂ ਨੇ, 2 ਤੋਂ 3 ਫਾਈਲਸ ਵੀ ਲਗਾਉਣੀਆਂ ਪੈਂਦੀਆਂ ਨੇ। ਸੋ ਉਹਦੇ ਅਕੋਰਡਿੰਗ ਆਪਾਂ ਨੂੰ ਇਹ ਪ੍ਰੋਸੈਸ ਕਰਨਾ ਪੈਂਦਾ। ਬਟ ਇਹਦੇ ਲਈ ਧਿਆਨ ਰੱਖਣ ਲਈ ਪਹਿਲਾਂ ਹੀ ਤੁਸੀਂ ਆਪਦੇ ਫੋਨਸ ਦੇ ਉੱਪਰ ਰਿਮਾਈਂਡਰ ਲਾ ਕੇ ਰੱਖੋ ਕਿ ਤੁਹਾਡਾ ਜਿਹੜਾ ਪਰਮਿਟ ਆ ਕਦੋਂ ਐਕਸਪਾਇਰ ਹੋ ਰਿਹਾ ਵਾ। ਸੋ ਘੱਟ ਤੋਂ ਘੱਟ 1 ਮਹੀਨਾ ਪਹਿਲਾਂ ਹੀ ਤੁਸੀਂ ਆਪਦੀ ਅਗਲੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕੋ ਉੱਥੇ ਜਾ ਕੇ। ਨੈਕਸਟ ਹੈਗਾ ਜੀ ਵਿਜ਼ਟਰ ਵੀਜ਼ਾ ਐਕਸਟੈਂਸ਼ਨ। ਵਿਜ਼ਟਰ ਵੀਜ਼ਾ ਐਕਸਟੈਂਸ਼ਨ ਉਦੋਂ ਅਪਲਾਈ ਹੁੰਦੀ ਹੈ ਜਦੋਂ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਆ, 6 ਮੰਥਸ ਉੱਥੇ ਸਟੇ ਕਰ ਲੈਂਦੇ ਆ, ਬਟ ਸਟਿਲ ਹੋਰ ਉੱਥੇ ਰਹਿਣਾ ਚਾਹੁੰਦੇ ਆ, ਤਾਂ ਆਪਾਂ ਉਹਦੇ ਲਈ ਕੁਝ ਰੀਜ਼ਨਸ ਦੇ ਕੇ ਵਿਜ਼ਟਰ ਵੀਜ਼ਾ ਦੀ ਜਿਹੜੀ ਡਿਊਰੇਸ਼ਨ ਨੂੰ ਉਹਨੂੰ ਐਕਸਟੈਂਡ ਕਰਾ ਸਕਦੇ ਹਾਂ ਹੋਰ ਵੀ 6 ਮੰਥਸ ਦੇ ਲਈ। ਸੇਮ ਨੈਕਸਟ ਹੈਗਾ ਓਪਨ ਵਰਕ ਪਰਮਿਟ ਦੀ ਐਕਸਟੈਂਸ਼ਨ, ਜਿਹਦੇ ਵਿੱਚ ਜੇ ਤੁਹਾਡਾ ਸਪਾਊਸ ਤੁਹਾਡੇ ਨਾਲ ਗਿਆ ਵਾ ਜਾਂ ਤੁਹਾਡੇ ਬੱਚੇ ਨਾਲ ਗਏ ਆ ਤਾਂ ਤੁਸੀਂ ਉਹਨਾਂ ਦਾ ਕੱਲ੍ਹ ਨੂੰ ਪਰਮਿਟ ਐਕਸਟੈਂਡ ਕਰਵਾਉਣਾ ਵਾ, ਉਹ ਤੁਹਾਡੀ ਐਪਲੀਕੇਸ਼ਨ ਨਾਲ ਵੀ ਐਕਸਟੈਂਡ ਹੋ ਜਾਂਦਾ ਜਾਂ ਉਹਨਾਂ ਦੀ ਅਲੱਗ ਫਾਈਲ ਜਿਹੜੀ ਆਪਾਂ ਅਪਲਾਈ ਕਰ ਸਕਦੇ ਹੁੰਦੇ। ਇਹ ਵੀ ਸਰਵਿਸ ਆਪਾਂ ਕੈਨੇਡਾ ਆਫਿਸ ਤੋਂ ਦਿੰਦੇ ਹਾਂ। ਨੈਕਸਟ ਹੈਗਾ ਮੋਸਟ ਇੰਪੋਰਟੈਂਟ ਪੋਸਟ ਗ੍ਰੈਜੂਏਟ ਵਰਕ ਪਰਮਿਟ। ਜਿੰਨੇ ਵੀ ਸਟੂਡੈਂਟ ਪੜ੍ਹਨ ਚੱਲਦੇ ਆ, ਜਦੋਂ ਤੁਹਾਡੀ ਸਟੱਡੀ ਕੰਪਲੀਟ ਹੋ ਜਾਂਦੀ ਆ 2 ਸਾਲ ਬਾਅਦ, ਜਦੋਂ ਅਸੀਂ ਆਪਣਾ ਸਟੱਡੀ ਕੰਪਲੀਟ ਕਰਦੇ ਹਾਂ ਤਾਂ 2 ਸਾਲ ਤੋਂ ਬਾਅਦ 'ਚ ਮੈਕਸੀਮਮ 3 ਸਾਲ ਤੱਕ ਜਿਹੜਾ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ ਵਾ। ਐਂਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾਈਫ ਦੇ ਵਿੱਚ ਇੱਕ ਵਾਰੀ ਹੀ ਇਸ਼ੂ ਹੋਣਾ ਵਾ। ਤੁਸੀਂ ਚਾਹੇ 1 ਸਾਲ ਪੜ੍ਹ ਕੇ 1 ਸਾਲ ਦਾ ਵਰਕ ਪਰਮਿਟ ਲੈ ਲਓ,
ਤੁਸੀਂ 2 ਸਾਲ ਪੜ੍ਹ ਕੇ 3 ਸਾਲ ਦਾ ਲੈ ਲਓ, ਇਹ ਆਪਣੀ ਚੋਇਸ ਹੁੰਦੀ ਆ। ਬਟ ਸੇਫ ਇਹੀ ਹੈ ਕਿ ਆਪਾਂ 2 ਸਾਲ ਦੀ ਘੱਟੋ ਘੱਟ ਸਟੱਡੀ ਕਰੀਏ ਐਂਡ 3 ਸਾਲ ਦਾ ਜਿਹੜਾ ਵਰਕ ਪਰਮਿਟ ਆਪਾਂ ਉੱਥੇ ਲੈ ਸਕੀਏ। ਬਾਕੀ ਹਰੇਕ ਜਿਹੜੀ ਪ੍ਰੋਵਿੰਸ ਆਫ ਦੇ ਆਪਣੇ ਆਪਣੇ ਪਰਮਨੈਂਟ ਰੈਜ਼ੀਡੈਂਸੀ ਦੇ ਰੂਲਸ ਨੇ, ਉਹ ਆਪਾਂ ਪੁਆਇੰਟ ਚੈੱਕ ਕਰਕੇ ਉਸ ਅਕੋਰਡਿੰਗ ਤੁਹਾਨੂੰ ਅਸੀਂ ਗਾਈਡ ਕਰ ਸਕਦੇ ਹਾਂ। ਸੋ ਇਹ ਜਿਹੜਾ ਵਰਕ ਪਰਮਿਟ ਦੇ ਟਾਈਮ ਦੇ ਉੱਪਰ ਤੁਸੀਂ ਜਦੋਂ ਜਾਣਾ ਵਾ ਤਾਂ ਉਸ ਚੀਜ਼ ਦੇ ਉੱਪਰ ਕਾਫੀ ਧਿਆਨ ਰੱਖਣੀਆਂ ਨੇ ਕਿ ਆਪਾਂ ਉਸ ਟਾਈਮ ਤੋਂ ਹੀ PR ਬਾਰੇ ਸੋਚਣਾ ਸਟਾਰਟ ਕਰ ਦੇਣਾ ਜਦੋਂ ਤੁਸੀਂ ਇਹ ਵਰਕ ਪਰਮਿਟ ਅਪਲਾਈ ਕਰ ਦੇਣੀ ਹੈ, ਕਿਉਂਕਿ ਇਹਨਾਂ ਦੇ ਵੀ ਆਪ ਦੇਖੋ ਤੁਹਾਡੇ ਇੱਕ ਪੁਆਇੰਟ ਬੇਸ ਸਿਸਟਮ ਦੇ ਥਰੂ ਤੁਸੀਂ ਨਿਕਲ ਕੇ ਆਪਣੀ PR ਨੂੰ ਅਪਲਾਈ ਕਰਨਾ। ਸੋ ਜੇ ਤੁਸੀਂ ਪਹਿਲਾਂ ਹੀ ਸਾਰਾ ਕੁਝ ਮੇਨਟੇਨ ਕਰਕੇ ਰੱਖੋਗੇ, ਤੁਹਾਨੂੰ ਪਤਾ ਹੋਊਗਾ ਕਿ ਕਿਹੜੀ ਕੈਟਾਗਰੀ ਅੰਡਰ ਤੁਸੀਂ ਜਾ ਕੇ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰਨੀ ਹੈ, ਤਾਂ ਉਹਦੇ ਨਾਲ ਕਾਫੀ ਈਜ਼ੀ ਜਿਹੜਾ ਤੁਹਾਡਾ ਜਿਹੜਾ ਟਾਈਮ ਪੀਰੀਅਡ ਆ PR ਦਾ ਉਹ ਕਾਫੀ ਸ਼ਾਰਟ ਹੋ ਜਾਂਦਾ। ਈਵਨ ਕਿ ਕਈ ਸਟੂਡੈਂਟ 3-3.5 ਸਾਲ ਦੇ ਵਿੱਚ ਵੀ PR ਲੈ ਲੈਂਦੇ ਆ ਜਿਹੜੇ ਪਲੈਨਿੰਗ ਪਹਿਲਾਂ ਹੀ ਕਰਕੇ ਚੱਲਦੇ ਆ। ਜਿਨ੍ਹਾਂ ਦੀ ਪਲੈਨਿੰਗ ਨਹੀਂ ਹੁੰਦੀ ਉਹ ਫਿਰ ਇਹਦੀ ਲੈਂਥ ਇਨਕਰੀਜ਼ ਹੁੰਦੀ ਜਾਂਦੀ ਹੈ, ਕਿਉਂਕਿ ਕੁਝ ਜੌਬਸ ਹੁੰਦੀਆਂ ਨੇ ਜਿਹੜੀਆਂ ਕਦੋਂ ਰਿਕੁਆਇਰਡ ਹੁੰਦੀਆਂ ਨੇ ਤੁਹਾਡੇ ਲਈ PR ਦੇ ਲਈ। ਸੋ ਉਹ ਚੀਜ਼ਾਂ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਇਹਦੇ ਵਿੱਚ। ਨੈਕਸਟ ਸਰਵਿਸ ਹੈਗੀ ਐਜੂਕੇਸ਼ਨ ਕ੍ਰੈਡੈਂਸ਼ੀਅਲ ਸਰਵਿਸਿਜ਼। 6 ਕੰਪਨੀਜ਼ ਨੇ ਕੈਨੇਡੀਅਨ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੇ ਐਜੂਕੇਸ਼ਨ ਕ੍ਰੈਡੈਂਸ਼ੀਅਲ ਸਰਵਿਸਿਜ਼ ਚੈੱਕ ਕਰਵਾ ਸਕਦੇ ਹਾਂ। ਮੀਨਸ ਕਿ ਜੋ ਤੁਸੀਂ ਕੈਨੇਡਾ ਤੋਂ ਬਾਹਰ ਸਟੱਡੀ ਕੀਤੀ ਹੋਈ ਆ, ਸਪੈਸ਼ਲੀ ਜਿਹੜੇ ਬੱਚੇ ਬੈਚਲਰ ਡਿਗਰੀ ਕਰਕੇ ਜਾਂਦੇ ਆ ਉਹਨਾਂ ਲਈ ਇਹ ਆਪਸ਼ਨ ਹੁੰਦੀ ਹੈ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ। ਉਹਦੇ ਵਿੱਚ ਤੁਹਾਨੂੰ ਅਸੈਸ ਕਰਵਾਉਣਾ ਪੈਂਦਾ ਪਹਿਲਾਂ ਕਿ ਤੁਹਾਡੀ ਜਿਹੜੀ ਡਿਗਰੀ ਆ ਉਹ ਕੈਨੇਡਾ ਦੇ ਲੈਵਲ ਦੇ ਅਕੋਰਡਿੰਗ ਕੀ ਲੈਵਲ ਆ ਉਹਦਾ। ਮੀਨਸ ਕਿ ਜੇ ਬੈਚਲਰ ਡਿਗਰੀ ਕੀਤੀ ਹੈ ਤਾਂ ਉਹ ਕੈਨੇਡਾ ਦੇ ਵਿੱਚ ਵੀ ਬੈਚਲਰ ਡਿਗਰੀ ਹੀ ਮੰਨੀ ਜਾਊਗੀ, ਜਾਂ ਮਾਸਟਰ ਡਿਗਰੀ ਕੀਤੀ ਤਾਂ ਉਹ ਮਾਸਟਰ ਹੀ ਮੰਨੀ ਜਾਊਗੀ। ਉਹਦਾ ਇੱਕ ਲੈਵਲ ਚੈੱਕ ਕਰਵਾਉਣ ਲਈ ਆਪਾਂ ਨੂੰ ਇਹ ਸਰਵਿਸ ਲੈਣੀ ਪੈਂਦੀ ਆ। ਐਂਡ ਇਹ ਸਰਵਿਸ ਜਿਹੜੀ ਵੈਲਿਡਿਟੀ ਹੁੰਦੀ ਉਹ 5 ਸਾਲ ਤੱਕ ਦੀ ਹੁੰਦੀ ਆ। ਜਿਹੜੇ ਬੱਚਿਆਂ ਨੂੰ ਲੱਗਦਾ ਕਿ ਉਹ ਇੰਡੀਆ ਰਹਿ ਕੇ ਪਹਿਲਾਂ ਹੀ ਕਰਵਾ ਕੇ ਜਾਣਾ ਚਾਹੁੰਦੇ ਆ ਤਾਂ ਇੱਥੋਂ ਵੀ ਤੁਸੀਂ ਕਰਵਾ ਕੇ ਲੈ ਕੇ ਜਾ ਸਕਦੇ ਹੋ। 5 ਸਾਲ ਦੀ ਵੈਲਿਡ ਰਹੂਗੀ। 5 ਸਾਲ ਜਦੋਂ ਤੁਸੀਂ PR ਅਪਲਾਈ ਕਰਨੀ ਆ ਉਸ ਟਾਈਮ ਤੇ ਦੀ ਰਿਪੋਰਟ ਤੁਹਾਨੂੰ ਨਾਲ ਅਟੈਚ ਕਰਨੀ ਪੈਂਦੀ ਹੈ ਤੁਹਾਡੀ ਫਾਈਲ ਦੇ ਵਿੱਚ। ਸੋ ਇਹ ਚੀਜ਼ ਨੂੰ ਤੁਸੀਂ ਹੁਣੇ ਵੀ ਕਰਵਾਉਣਾ ਤਾਂ ਹੁਣੇ ਵੀ ਕਰਵਾ ਕੇ ਰੱਖ ਸਕਦੇ ਹੋ। ਨੈਕਸਟ ਹੈਗਾ ਜੀ PR ਦੇ ਅਲੱਗ-ਅਲੱਗ ਰੂਲਸ ਨੇ। ਐਕਸਪ੍ਰੈਸ ਐਂਟਰੀ ਬਾਰੇ ਸੁਣਿਆ ਹੋਊਗਾ, PNP ਬਾਰੇ ਸੁਣਿਆ ਹੋਊਗਾ, ਜਾਂ ਕੁਝ ਪਾਇਲਟ ਪ੍ਰੋਗਰਾਮ ਚੱਲਦੇ ਆ ਰੀਜਨਲ ਜਿਨ੍ਹਾਂ ਦੇ ਅੰਡਰ ਤੁਸੀਂ PR ਆਪਣੀ ਅਪਲਾਈ ਕਰਦੇ ਹੋ। ਸੋ ਇਹ ਜਿਹੜੇ ਕੇਸਿਸ ਹੈਗੇ ਤੁਹਾਨੂੰ ਅਸੀਂ ਅਸੈਸ ਕਰਕੇ ਦੱਸਾਂਗੇ ਤੁਸੀਂ ਕਿਹੜੀ ਕੈਟਾਗਰੀ ਅੰਡਰ ਫਾਲ ਕਰਦੇ ਆ। ਜਦੋਂ ਤੁਸੀਂ ਵਰਕ ਪਰਮਿਟ 'ਤੇ ਹੁੰਦੇ ਆ ਉਸੇ ਟਾਈਮ ਤੋਂ ਹੀ ਸਾਡੇ ਨਾਲ ਤੁਸੀਂ ਇਸ ਸਰਵਿਸ ਲਈ ਟੱਚ 'ਚ ਹੋ ਜਾਣਾ ਤਾਂ ਕਿ ਅਸੀਂ ਤੁਹਾਨੂੰ ਬੈਸਟ ਜੋ ਵੀ ਗਾਈਡੈਂਸ ਦੇ ਸਕੀਏ ਕਿ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਕਿਹੜੇ ਤਰੀਕੇ ਨਾਲ ਆਪਾਂ ਛੇਤੀ PR ਲੈ ਸਕਦੇ ਹਾਂ। ਜਾਂ ਕਈ ਬੱਚਿਆਂ ਨੂੰ ਸ਼ਿਫਟ ਵੀ ਕਰਨਾ ਪੈਂਦਾ ਸਿਰਫ PR ਲੈਣ ਦੇ ਲਈ ਕਿ ਇੱਕ ਜਗ੍ਹਾ ਦੇ ਉੱਪਰ PR ਨਹੀਂ ਮਿਲਦਾ, ਕੋਈ ਹੋਰ ਪ੍ਰੋਵਿੰਸ ਦੇ ਵਿੱਚ ਜਾ ਕੇ ਉਹ ਆਪਣੀ PR ਦੇ PNP ਦੇ ਪੁਆਇੰਟ ਪੂਰੇ ਕਰ ਸਕਦਾ ਤਾਂ ਆਪਾਂ ਉਹ ਤੁਹਾਨੂੰ ਜਿਹੜਾ ਜੋ ਵੀ ਬੈਸਟ ਗਾਈਡੈਂਸ ਹੋਊਗੀ ਅਸੀਂ ਤੁਹਾਨੂੰ ਉੱਥੋਂ ਪ੍ਰੋਵਾਈਡ ਕਰਾਂਗੇ। ਨੈਕਸਟ ਸਰਵਿਸ ਹੈਗੀ ਆ ਸਪਾਂਸਰ ਯੋਰ ਸਪਾਊਸ ਪਾਰਟਨਰ ਔਰ ਚਾਈਲਡ। ਇਹ ਸਪੈਸ਼ਲੀ ਉਹ ਬੱਚੇ ਆ ਜਦੋਂ ਤੁਸੀਂ ਪਰਮਾਨੈਂਟ ਹੋ ਜਾਂਦੇ ਆ ਜਾਂ ਸਿਟੀਜ਼ਨ ਹੋ ਜਾਂਦੇ ਆ ਕੈਨੇਡਾ ਦੇ ਐਂਡ ਤੁਸੀਂ ਮੈਰਿਜ ਕਰਵਾਉਂਦੇ ਆ ਤਾਂ ਕੱਲ੍ਹ ਨੂੰ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਪਰਮਾਨੈਂਟ ਬੇਸਿਸ ਦੇ ਉੱਪਰ ਬੁਲਾਉਣਾ ਚਾਹੁੰਦੇ ਆ, ਜਿਵੇਂ ਸਪਾਊਸਲ ਐਪਲੀਕੇਸ਼ਨ ਕਿਹਾ ਜਾਂਦਾ ਵਾ। ਉਹਦੀ ਸਰਵਿਸ ਵੀ ਆਪਾਂ ਪ੍ਰੋਵਾਈਡ ਕਰਦੇ ਹਾਂ ਐਂਡ ਇਹਦੀ ਸਰਵਿਸ ਵੀ ਤੁਸੀਂ ਕੈਨੇਡਾ ਆਫਿਸ ਤੋਂ ਲੈ ਸਕਦੇ ਹੋ। ਨੈਕਸਟ ਹੈਗਾ ਜੀ PRTD ਦੀ ਸਰਵਿਸ। PRTD ਸਪੈਸ਼ਲੀ ਪਰਮਾਨੈਂਟ ਜਿਹੜੇ ਕੈਂਡੀਡੇਟ ਹੁੰਦੇ ਉਹਨਾਂ ਲਈ ਹੀ ਹੁੰਦੀ ਹੈ ਇਹ ਇਕੱਲੀ ਕਿ ਜਦੋਂ ਤੁਹਾਡਾ ਪਰਮਾਨੈਂਟ ਰੈਜ਼ੀਡੈਂਸ ਦਾ ਸਟੇਟਸ ਤੁਹਾਡੇ ਕੋਲੇ PR ਕਾਰਡ ਵੈਲਿਡ ਨਾ ਹੋਵੇ ਜਾਂ ਉਹ ਕਾਰਡ ਗਵਾਚ ਜਾਵੇ ਤਾਂ ਉਸ ਟਾਈਮ ਦੇ ਉੱਪਰ ਇਹ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ। ਨੈਕਸਟ ਹੈਗੀ ਜੀ TRB ਦੀ ਸਰਵਿਸ ਬਹੁਤ ਨਾਰਮਲ ਹੁੰਦੀ ਹੈ। ਜਿਵੇਂ ਤੁਸੀਂ ਅੱਜ ਕੈਨੇਡਾ ਸਟੱਡੀ ਪਰਮਿਟ 'ਤੇ ਜਾ ਰਹੇ ਹੋ, ਤੁਹਾਡਾ ਕੱਲ੍ਹ ਨੂੰ ਪਰਮਿਟ ਐਕਸਪਾਇਰ ਹੋ ਪਰਮਿਟ ਤੁਸੀਂ ਨਵਾਂ ਇਸ਼ੂ ਕਰਵਾ ਲੈਣਾ ਬਟ ਤੁਹਾਡੇ ਪਾਸਪੋਰਟ ਦੇ ਉੱਪਰ ਸਟਿੱਕਰ ਨਹੀਂ ਲੱਗਾ ਐਂਡ ਤੁਸੀਂ ਉਸੇ ਤਰੀਕੇ ਨਾਲ ਹੀ ਇੰਡੀਆ ਵਾਪਸ ਆ ਜਾਂਦੇ ਹੋ ਤਾਂ ਤੁਹਾਨੂੰ ਜਦੋਂ ਇੱਥੋਂ ਇਕੱਲੇ ਪਰਮਿਟ ਦੇ ਉੱਪਰ ਕੈਨੇਡੀਅਨ ਗੌਰਮੈਂਟ ਜਾਂ ਇੰਡੀਅਨ ਗੌਰਮੈਂਟ ਤੁਹਾਨੂੰ ਟਰੈਵਲ ਨਹੀਂ ਕਰਨ ਦੇਊਗੀ, ਉਹਦੇ ਲਈ ਤੁਹਾਡੇ ਪਾਸਪੋਰਟ ਦਾ ਸਟਿੱਕਰ ਹੋਣਾ ਜ਼ਰੂਰੀ ਹੈ। ਵੈਸੇ ਤਾਂ ਟਰਾਈ ਕਰੋ ਕਿ ਜਦੋਂ ਵੀ ਤੁਸੀਂ ਟਰੈਵਲ ਦਾ ਪਲਾਨ ਕਰਦੇ ਹੋ ਉਹਦੇ ਪਾਸਪੋਰਟ ਤੋਂ ਕੈਨੇਡਾ ਤੋਂ ਹੀ ਸਟਿੱਕਰ ਲਗਵਾ ਕੇ ਲੈ ਕੇ ਆਓ ਤਾਂ ਕਿ ਆਪਾਂ ਨੂੰ ਇਹ ਚੀਜ਼ ਨੂੰ ਦੁਬਾਰਾ ਫੇਸ ਨਾ ਕਰਨਾ ਪਵੇ। ਬਟ ਇਨ ਕੇਸ ਕਿਸੇ ਐਮਰਜੈਂਸੀ ਸਿਚੁਏਸ਼ਨ 'ਚ ਆਉਣਾ ਵੀ ਪੈਂਦਾ ਤਾਂ ਉਹਦੀ ਸਰਵਿਸ ਤੁਸੀਂ ਇੰਡੀਆ ਤੋਂ ਲੈ ਸਕਦੇ ਹੁੰਦੇ ਆ। ਉਹਦੇ ਲਈ ਤੁਹਾਨੂੰ ਜਿਹੜਾ ਪਰਮਿਟ ਤੁਸੀਂ ਜਿਹੜਾ ਸ਼ੋਅ ਕਰਕੇ ਵੈਸੇ ਤੋਂ ਆਪਾਂ ਦੁਬਾਰਾ ਤੁਹਾਡਾ ਜਿਹੜਾ ਸਟਿੱਕਰ ਉਹ ਦੁਬਾਰਾ ਸਟੈਂਪ ਕਰਵਾ ਸਕਦੇ ਹਾਂ। ਲਾਸਟ ਹੈਗਾ ਜੀ GCMS ਗਲੋਬਲ ਕੇਸ ਮੈਨੇਜਮੈਂਟ ਸਿਸਟਮ ਹੁੰਦਾ ਕੈਨੇਡੀਅਨ ਗੌਰਮੈਂਟ ਦੇ ਵਿੱਚ। ਜੋ ਵੀ ਤੁਹਾਡੀ ਫਾਈਲ ਦਾ ਡਾਟਾ ਅੱਜ ਤੱਕ ਦਾ ਗਿਆ ਹੋਇਆ ਤੁਹਾਡਾ ਇੱਕ UCA ਨੰਬਰ ਜਨਰੇਟ ਹੁੰਦਾ ਵਾ, ਉਹ ਲਾਈਫ ਟਾਈਮ ਲਈ ਡਾਟਾ ਸੇਵ ਰਹਿ ਜਾਂਦਾ ਵਾ। ਇਹ ਜਿਹੜਾ ਡਾਟਾ ਇਹ GCMS ਨੋਟਸ ਦੇ ਥਰੂ ਆਪਾਂ ਕਢਵਾ ਵੀ ਸਕਦੇ ਹੁੰਦੇ ਹਾਂ। ਜਿਵੇਂ ਕਈ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਮੇਰੀ ਫਾਈਲ ਦੇ ਵਿੱਚ ਕੀ ਲੱਗ ਕੇ ਗਿਆ ਜਾਂ ਪਹਿਲਾਂ ਕਦੇ ਅਪਲਾਈ ਕੀਤਾ ਹੋਵੇ, ਰਿਫਿਊਜ਼ਲਸ ਹੁੰਦੀਆਂ ਨੇ। ਸੋ ਉਹ ਡਿਟੇਲ ਤੁਹਾਡੇ ਕੋਲ ਹੋਣੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ। ਸੋ ਉਹ ਚੀਜ਼ ਆਪਾਂ ਜੇ ਕੱਲ੍ਹ ਨੂੰ ਅਪਲਾਈ ਕਰਨੀ ਆ ਰੀਜ਼ਨਸ ਕਢਵਾਉਣੇ ਹੋਣ ਤਾਂ ਇਹ ਡਿਟੇਲਸ ਵੀ ਆਪਾਂ ਕਢਵਾ ਸਕਦੇ ਹਾਂ।
ਸੋ ਇਹ ਜਿਹੜੀ ਅੱਜ ਦੀ ਪ੍ਰੈਜੈਂਟੇਸ਼ਨ ਸੀਗੀ ਆਪਣੀ, ਜਿਹਦੇ ਵਿੱਚ ਮੀਨਸ ਕਿ ਆਉਣ ਵਾਲੇ ਟਾਈਮ 'ਚ ਜਿੰਨੀਆਂ ਵੀ ਤੁਹਾਨੂੰ ਸਰਵਿਸਿਜ਼ ਦੀ ਲੋੜ ਪਊਗੀ ਉਹ ਆਪਾਂ ਸਾਰੀਆਂ ਤੁਹਾਨੂੰ ਕਹਿਣਾ ਆਫਿਸ ਤੋਂ ਪ੍ਰੋਵਾਈਡ ਕਰ ਸਕਦੇ ਹਾਂ। ਐਂਡ ਇਹਦੇ ਨਾਲ ਤੁਹਾਨੂੰ ਕੁਝ ਫਾਈਲ ਹੈਂਡਓਵਰਸ ਕੀਤੀਆਂ ਨੇ ਜਿੰਨੀਆਂ ਵੀ, ਇਹਨਾਂ 'ਚ ਤੁਹਾਨੂੰ ਕੰਟੈਕਟ ਡਿਟੇਲਸ ਐਂਡ ਆਪਣੇ ਆਫਿਸ ਦੇ ਐਡਰੈਸ ਮਿਲ ਜਾਣਗੇ। ਇਨ ਕੇਸ ਤੁਹਾਨੂੰ ਕਦੇ ਵੀ ਲੋੜ ਪੈਂਦੀ ਹੈ ਤਾਂ ਤੁਸੀਂ ਉਹ ਨੰਬਰਾਂ ਦੇ ਉੱਪਰ ਕੰਟੈਕਟ ਕਰਕੇ ਅਪੋਇੰਟਮੈਂਟ ਲੈ ਕੇ ਇੱਥੇ ਮਿਲਣਾ ਚਾਹੁੰਦੇ ਮਿਲ ਵੀ ਸਕਦੇ ਆ, ਨਹੀਂ ਤਾਂ ਉੱਥੇ ਕਹਿਣਾ ਥੋੜ੍ਹਾ ਜਿਹਾ ਟਾਈਮ ਬੱਚਿਆਂ ਕੋਲੇ ਘੱਟ ਹੁੰਦਾ ਵਾ, ਤੁਸੀਂ ਜ਼ਿਆਦਾ ਬੱਚੇ ਸਰਵਿਸ ਉੱਥੇ ਫੋਨ ਦੇ ਉੱਪਰ ਹੀ ਲੈ ਲੈਂਦੇ। ਸੋ ਡਾਕੂਮੈਂਟੇਸ਼ਨ ਨੂੰ ਆਪਣੇ ਜਿੰਨੇ ਵੀ ਲੈ ਕੇ ਜਾਣੇ ਅਸੀਂ ਇਹਨਾਂ ਨੂੰ ਸਕੈਨ ਕਰਕੇ PDF ਬਣਾ ਕੇ ਆਪਣੀ ਈਮੇਲ ਦੇ ਵਿੱਚ ਜਾਂ ਕਿਸੇ ਪੈਨ ਡਰਾਈਵ 'ਚ ਜ਼ਰੂਰ ਪਾ ਕੇ ਰੱਖੋ, ਤਾਂ ਕਿ ਕੱਲ੍ਹ ਨੂੰ ਜਦੋਂ ਅਸੀਂ ਕਹਿਣਾ ਜਾਣਾ ਤਾਂ ਤੁਸੀਂ ਈਜ਼ੀਲੀ ਉਹ ਡਾਕੂਮੈਂਟੇਸ਼ਨ ਵੀ ਐਕਸੈਸ ਕਰ ਸਕੋ। ਅਤੇ ਬਾਕੀ ਜੇ ਕੋਈ ਵੀ ਕੁਐਸਚਨ ਹੈਗੇ ਤੁਹਾਡੇ ਅਸੀਂ ਨੋਟ ਕੀਤੇ ਆ ਤਾਂ ਆਪਾਂ ਉਹਨਾਂ ਦੇ ਉੱਪਰ ਵੀ ਡਿਸਕਸ਼ਨ ਕਰ ਸਕਦੇ ਹਾਂ।